ਪਤਾ ਲੱਗਿਆ ਕਿ ਹਰਦੀਪ ਸਿੰਘ ਲੱਕੀ ਤੇ ਪਰਚਾ ਦਰਜ ਹੋਇਆ ਤਾਂ ਪਿੰਡ ਦੇ ਸਰਪੰਚ ਤੇ ਪਰਚਾ ਕਿਉਂ ਦਰਜ ਹੋਇਆ? ਜੇ ਗਰਾਊਂਡ ਰਿਐਲਿਟੀ ਅਸੀਂ ਜਾਣਨੀ ਹੋਈ ਤਾਂ ਕਿਵੇਂ ਪਤਾ ਲੱਗੇਗੀ? ਤੁਸੀਂ ਤਾਂ ਕਹਿ ਦੇਣਾ ਕਿ ਹੁਣ ਨਸ਼ਾ ਖਤਮ ਹੋ ਚੁੱਕਿਆ। ਜਿਹੜੇ ਪਿੰਡ ਦੇ ਵਿੱਚ ਨਸ਼ਾ ਤਸਕਰ ਸੀਗੇ ਖੁਦ ਇਹ ਚੀਜ਼ਾਂ ਕਰਦੇ ਸੀ, ਚਾਹੇ ਉਹ ਮਜਬੂਰੀ ਨੂੰ ਲਗਾ ਲਓ ਜਾਂ ਕੁਛ ਲਗਾ ਲਓ, ਉਹ ਆਪ ਇਹ ਚੀਜ਼ ਕਹਿ ਰਹੇ ਨੇ ਵੀ ਸਾਨੂੰ ਸਰਪੰਚ ਸਾਹਿਬ ਨੇ ਬੜੀ ਵਧੀਆ ਸੇਧ ਦਿੱਤੀ ਆ। ਹਾਂ, ਅਸੀਂ ਮੰਨਦੇ ਹਾਂ ਸਾਡੇ ਤੇ ਪਰਚੇ ਚੱਲਦੇ, ਅਸੀਂ ਮਾੜੇ ਕੰਮ ਕਰਦੇ ਸੀ, ਬਟ ਹੁਣ ਅਸੀਂ ਬਿਲਕੁਲ ਇਸ ਚੀਜ਼ ਲਈ ਬੰਦ ਹਾਂ। ਥੋੜੇ ਦਿਨ ਪਹਿਲੇ ਤੁਹਾਡੀ ਇੱਕ ਵੀਡੀਓ ਆਈ ਸੀ, ਤੁਸੀਂ ਡਿਸਪੈਂਸਰੀ ਜਾ ਕੇ ਇੱਕ ਵੀਡੀਓ ਬਣਾ ਰਹੇ ਹੋ ਕਿ ਦੇਖੋ ਜੀ 8 ਵਜੇ ਦਾ ਟਾਈਮ ਹੈ ਤੇ 9:30 ਦਾ ਟਾਈਮ ਹੋ ਗਿਆ, ਹਾਲੇ ਤੱਕ ਇੱਥੇ ਤਾਲੇ ਲੱਗੇ ਹੋਏ ਨੇ। ਮੈਨੂੰ ਸ਼ਿਕਾਇਤ ਵੀ ਮਿਲੀ ਸੀ ਕਿ ਮੈਂ ਚੈਕਿੰਗ ਵੀ ਆਪ ਖੁਦ ਕਰਦਾ ਰਿਹਾ, ਮੇਰੇ ਕੋਲ ਐਜ਼ ਏ ਪ੍ਰੂਫ ਸੀਗੇ ਵੀ ਉਹ ਕਈ ਦਿਨਾਂ ਤੋਂ 8 ਵਜੇ ਉਹਨਾਂ ਦੀ ਟਾਈਮਿੰਗ ਆ ਤੇ ਉਹ 10:30 ਤੇ 10 ਵਜੇ ਪਹੁੰਚ ਰਹੇ ਸੀਗੇ। ਤਾਂ ਮੈਂ ਜਾ ਕੇ ਦੇਖਿਆ ਤਾਲੇ ਲੱਗੇ ਹੋਏ ਸੀ, ਤਾਂ ਮੈਂ ਵੀਡੀਓਗ੍ਰਾਫੀ ਕਰਕੇ ਉੱਥੇ SMO ਸਾਹਿਬ ਨੂੰ MLA ਸਾਹਿਬ ਨੂੰ ਪਾਈਆਂ, ਤਾਂ ਜਦੇ ਤੁਰੰਤ ਉੱਤੇ ਐਕਸ਼ਨ ਹੋਇਆ। ਤੁਸੀਂ ਮੈਂਬਰ ਪਾਰਲੀਮੈਂਟ ਅਵਨੀਤ ਬਿੱਟੂ ਨੂੰ ਇੱਥੇ ਸਮਾਗਮ ਨਹੀਂ ਕਰਵਾਉਣ ਦਿੰਦੇ, ਕਿਹੜੀ ਦੁਸ਼ਮਣੀ ਹੈ? ਤੁਸੀਂ ਵੀ ਕਾਂਗਰਸ ਪਾਰਟੀ ਤੋਂ, ਉਹ ਵੀ ਕਾਂਗਰਸ ਦੇ ਪਾਰਟੀ ਪਰਿਵਾਰ ਹੁੰਦੀ ਹੈ। MP ਸਾਹਿਬ ਤੱਕ ਚਲੋ ਗੁੱਸੇ ਗਿਲੇ ਸੀਗੇ ਸਨ ਤੇ ਹੈਗੇ ਵੀ ਨੇ, ਕਿਉਂਕਿ MP ਸਾਹਿਬ ਨੂੰ ਚਾਹੀਦਾ ਸੀਗਾ ਵੀ ਸਰਪੰਚਾਂ ਮਤਲਬ ਲੋਕ ਜੋ ਕਹਿੰਦੇ ਨੇ ਕਿ ਉਸ ਵਿਆਹ ਸਮਾਗਮਾਂ ਦੇ ਜਾਣ ਜੋਗੇ ਹੀ ਨੇ, ਇਹ ਤੁਸੀਂ ਵੀ ਮੰਨਦੇ ਹੋ? ਸਰਪੰਚੀ ਸਾਂਭਣ ਤੋਂ ਪਹਿਲਾਂ ਕਿਹੜੀਆਂ ਕਮੀਆਂ ਦੇਖੀਆਂ ਸੀਗੀਆਂ ਜਾਂ ਕਿਸੇ ਨੇ ਟੰਗਾ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ 21 ਸਾਲ ਦੀ ਉਮਰ ਹੈ, ਕੀ ਕਰ ਲੇਗਾ ਤੂੰ, ਪਿੰਡ ਨੂੰ ਕਿਵੇਂ ਸਾਂਭ ਲੇਗਾ? 40 ਕਿਲੋ ਭਾਰ ਦਾ ਜਵਾਕ ਦੱਸਦੇ ਸੀ ਮੈਨੂੰ, ਤੇ ਪਰ ਪਰਮਾਤਮਾ ਹੁੰਦਾ ਜੀ, ਬੰਦੇ ਦੇ ਸਿਰ ਤੇ ਹੱਥ ਰੱਖਣ ਵਾਲਾ ਬੰਦਾ ਕੁਝ ਨਹੀਂ ਕਰ ਸਕਦਾ। ਲੋਕਾਂ ਨੇ ਆਸ਼ੀਰਵਾਦ ਦਿੱਤਾ ਤੇ ਅੱਜ ਉਹੀ 40 ਕਿਲੋ ਭਾਰ ਵਾਲਾ ਸਰਪੰਚ ਪਿੰਡ ਦੇ ਵਿੱਚ ਸਭ ਤੋਂ ਵੱਧ ਵਿਕਾਸ ਕਾਰਜ ਕਰਵਾ ਰਿਹਾ। ਇਹਦੀ ਬਿਲਡਿੰਗ ਵੀ ਭੱਦੀ ਹੋ ਚੁੱਕੀ ਸੀਗੀ, ਕਿਉਂਕਿ ਇੱਥੋਂ ਹੀ ਵੋਟਾਂ ਪੈ ਕੇ ਜਿੱਤ ਕੇ MP MLA ਸਰਪੰਚ ਇੱਥੋਂ ਹੀ ਬਣਦੇ ਨੇ। ਇਹੀ ਸਕੂਲਾਂ ਦੇ ਵਿੱਚ ਬੂਥ ਬਣਾਏ ਜਾਂਦੇ ਨੇ ਜਿੱਥੇ ਵੋਟਾਂ ਪੈਂਦੀਆਂ। ਇਹਨਾਂ ਨੂੰ ਹੀ ਸਭ ਤੋਂ ਵੱਧ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ, ਬਟ ਅਸੀਂ ਸਰਪੰਚ ਬਣਦੇ ਸਾਰ 2 ਮਹੀਨਿਆਂ ਦੇ ਬਾਅਦ ਇਹਨੂੰ ਰੰਗ ਕਰਵਾ ਕੇ ਕਬੱਡੀ ਕੱਪ ਦਾ ਕੈਂਸਲ ਕਰਕੇ ਕਬੱਡੀ ਕੱਪ ਦੇ ਸਾਰੇ ਪੈਸੇ ਇੱਥੇ ਕੀਤੇ, ਸਰਕਾਰ ਦੀ ਹੈਲਪ ਹੋਈ ਤੇ ਇਹਨੂੰ ਵਧੀਆ ਤਰ੍ਹਾਂ ਪੇਂਟ ਕਰਵਾ ਕੇ ਰੰਗ ਕਰਵਾਇਆ ਗਿਆ। ਬੜੀ ਵਧੀਆ ਕਿਸੇ ਨੇ ਗੱਲ ਲਿਖੀ ਆ ਵੀ ਕਾਲਜਾਂ 'ਚ ਜ਼ਰੂਰ ਮਿਲਦੀਆਂ ਹੋਣਗੀਆਂ ਡਿਗਰੀਆਂ, ਪਰ ਤਜਰਬੇ ਤਾਂ ਮਹਿਫਲਾਂ 'ਚ ਬਹਿ ਕੇ ਹੀ ਮਿਲਦੇ ਨੇ। ਜਦੋਂ ਤੁਸੀਂ ਭਾਂਤ ਦੇ ਠੋਕਰਾਂ ਖਾਂਦੇ ਹੋ, ਲੋਕਾਂ 'ਚ ਜਾਂਦੇ ਹੋ, ਤਾਂ ਤਜਰਬੇ ਆਉਂਦੇ ਨੇ। ਕਦੀ ਲੱਗਿਆ ਨਹੀਂ ਕਿ ਜ਼ਰੂਰੀ ਸੀ ਜਿਵੇਂ ਮਾਸਟਰਸ ਕਰ ਲੈਂਦਾ ਜਾਂ BA ਪੂਰੀ ਕਰ ਲੈਂਦਾ? ਇਹ ਅਗਰ ਉਹ ਚੀਜ਼ ਤੇ ਹੁੰਦਾ ਤੇ ਇੱਥੇ ਮਾਸਟਰ B.Ed ਕਰਕੇ ਵੀ ਮੈਂ ਖੁਦ ਦੇਖ ਰਿਹਾ ਜੀ, ਲੋਕ ਨੌਕਰੀ ਲਈ ਧੱਕੇ ਖਾ ਰਹੇ ਹੋ ਤੁਸੀਂ। ਇਹ ਤਾਂ ਤੁਹਾਡੀ ਸਰਕਾਰ ਦੀ ਨਲਾਇਕੀ ਨਹੀਂ ਹੈਗੀ ਕਿ ਨੌਜਵਾਨ ਡਿਗਰੀਆਂ ਲੈ ਕੇ ਨੌਕਰੀ ਲਈ ਧੱਕੇ ਖਾਂਦੇ ਨੇ। ਅਬਦੁਲ ਕਲਾਮ ਜੀ ਨੇ ਬੜੀ ਵਧੀਆ ਗੱਲ ਲਿਖੀ ਹੈ ਜੀ ਵੀ ਜਦੋਂ ਤੱਕ ਤੁਹਾਡੀ ਪੜ੍ਹਾਈ ਦਾ ਮਕਸਦ ਨੌਕਰੀ ਹੋਵੇਗਾ, ਉਦੋਂ ਤੱਕ ਇਸ ਦੇਸ਼ ਦੇ ਵਿੱਚ ਗੁਲਾਮੀ ਪੈਦਾ ਹੋਵੇਗੀ। ਨੌਜਵਾਨ ਪੋਲਿਟਿਕਸ 'ਚ ਕਿਉਂ ਨਹੀਂ ਆ ਰਹੇ? ਤੁਸੀਂ ਆਏ ਹੋ, ਤੁਹਾਨੂੰ ਕੀ ਲੱਗਦਾ ਹੈ ਜਿਹੜੇ ਤੁਹਾਡੇ ਨਾਲ ਦੇ ਨਹੀਂ ਆ ਰਹੇ, ਕੀ ਕਮੀ ਹੈ, ਇੰਨੀ ਬਦਨਾਮ ਕਿਉਂ ਹੈ ਸਾਡੀ ਪੋਲਿਟਿਕਸ? ਨੌਜਵਾਨ ਪੀੜ੍ਹੀ ਕਲਾਕਾਰਾਂ ਨੂੰ ਆਈਡੀਅਲ ਮੰਨੀ ਬੈਠੇ ਨੇ, ਤਾਂ ਮੈਂ ਕਹਿੰਦਾ ਵੀ ਕੀ ਇਹੋ ਜਿਹੇ ਕਲਾਕਾਰਾਂ ਤੋਂ ਵੀ ਅਸੀਂ ਕਰਵਾਉਣਾ ਵੀ ਸਾਡੇ ਨੌਜਵਾਨ ਆਪਦੇ ਪਿਓ ਨੂੰ, ਕੁਝ ਨੌਜਵਾਨ ਸਾਰੇ ਨਹੀਂ, ਪਿਓ ਨੂੰ ਬੁੜਾ ਦੱਸਦੇ ਨੇ ਤੇ ਨੌਜਵਾਨ ਸਾਡੇ ਕਲਾਕਾਰਾਂ ਨੂੰ ਉਸਤਾਦ ਦੱਸ ਰਹੇ ਨੇ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਇਸ ਵੇਲੇ ਅਸੀਂ ਲੁਧਿਆਣੇ ਦੇ ਆਖਰੀ ਪਿੰਡ ਖੈਰਾਬੇਟ ਮੌਜੂਦ ਹਾਂ। ਇਸ ਤੋਂ ਬਾਅਦ ਲੁਧਿਆਣੇ ਦਾ ਕੋਈ ਪਿੰਡ ਨਹੀਂ ਹੈਗਾ ਤੇ ਇਸ ਪਿੰਡ ਦੇ ਸਰਪੰਚ ਦੇ ਨਾਲ ਅੱਜ ਗੱਲਬਾਤ ਕਰਾਂਗੇ। ਸਭ ਤੋਂ ਛੋਟੀ ਉਮਰ ਦਾ ਇਹ ਨੌਜਵਾਨ 21 ਸਾਲ ਦੀ ਉਮਰ ਦੇ ਵਿੱਚ ਸਰਪੰਚੀ ਸਾਂਭੀ ਸੀ, 3 ਸਾਲ ਹੋ ਗਏ ਨੇ। ਕੀ ਵਿਕਾਸ ਕੀਤਾ ਹੈ ਤਾਂ ਜ਼ਰੂਰ ਜਾਣਾਂਗੇ, ਪਰ ਸਭ ਤੋਂ ਪਹਿਲਾਂ ਹਰਦੀਪ ਸਿੰਘ ਲੱਕੀ ਦਾ ਸਵਾਗਤ ਕਰਾਂਗੇ। ਤੇ ਪਹਿਲਾ ਸਵਾਲ ਮੇਰਾ ਇਸ ਕਰਕੇ ਹੈ ਕਿਉਂਕਿ ਪਤਾ ਲੱਗਿਆ ਕਿ ਹਰਦੀਪ ਸਿੰਘ ਲੱਕੀ ਤੇ ਪਰਚਾ ਦਰਜ ਹੋਇਆ ਤਾਂ ਪਿੰਡ ਦੇ ਸਰਪੰਚ ਤੇ ਪਰਚਾ ਕਿਉਂ ਦਰਜ ਹੋਇਆ? ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਵੀ ਤੁਸੀਂ ਖੈਰਾਬੇਟ 'ਚ ਅੱਜ ਡੇਲੀ ਪੋਸਟ ਦੀ ਸਾਰੀ ਟੀਮ ਆਏ ਹੋ, ਤੇ ਮੈਂ ਧੰਨਵਾਦੀ ਵੀ ਹਾਂ ਵੀ ਜਿੱਥੇ ਤੁਸੀਂ ਇੱਕ ਮੀਡੀਆ ਚੌਥਾ ਥੰਮ ਲੋਕਤੰਤਰ ਦਾ ਤੇ ਅੱਜ ਸਾਡੀ ਆਵਾਜ਼ ਜਿਹੜੀ ਆ ਤੁਸੀਂ ਲੋਕਾਂ ਤੱਕ ਪਹੁੰਚਾਉਣ ਆਏ ਹੋ। ਪਰਚਾ ਦਰਜ ਹੋਣ ਦੀ ਗੱਲ ਇਸ ਤਰ੍ਹਾਂ ਆਈ ਸੀ ਵੀ ਅਸੀਂ ਪਿਛਲੇ ਲੋਕਡਾਊਨ ਦੇ ਦੌਰਾਨ ਸਰਕਾਰ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਪਿੰਡਾਂ ਦੇ ਸਰਪੰਚਾਂ ਨੂੰ ਬਈ ਪਿੰਡਾਂ ਦੇ ਵਿੱਚ ਨਾਕੇਬੰਦੀਆਂ ਕੀਤੀਆਂ ਜਾਣ,
ਅਸੀਂ ਖੁਦ ਉੱਥੇ ਪਿੰਡ ਦੇ ਵਿੱਚ ਨਾਕੇਬੰਦੀ ਕੀਤੀ ਗਈ, ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਕੀਤੀ ਗਈ। ਸਾਡੇ ਪਿੰਡ ਦੇ 4 ਰਾਸਤੇ ਪੈਂਦੇ ਨੇ, ਇੱਕ ਦਰਿਆ ਵਾਲੀ ਰਾਸਤੇ ਦੇ ਉੱਤੇ ਖੁਦ ਮੈਂ ਆਪ ਰਾਤ ਨੂੰ ਡਿਊਟੀ ਦੇ ਰਿਹਾ ਸੀ ਪੰਚਾਇਤ ਮੈਂਬਰਾਂ ਦੇ ਨਾਲ। ਤਾਂ ਉੱਥੇ ਅਸੀਂ ਨਸ਼ਾ ਤਸਕਰ ਸੀਗੇ, ਕੋਈ ਉਹਨਾਂ ਨੂੰ ਫੜਿਆ ਤਾਂ ਸਾਡੇ ਕੋਲ ਵੀਡੀਓਗ੍ਰਾਫੀ ਆ, ਕੋਈ ਉਹਨਾਂ ਨਾਲ ਅਸੀਂ ਕੁੱਟਮਾਰ ਨਹੀਂ ਕੀਤੀ, ਕੋਈ ਕੁਛ ਨਹੀਂ। ਉਹਨਾਂ ਦੇ ਕੋਲੋਂ ਅਸੀਂ 100 ਦੇ ਤਕਰੀਬਨ ਸ਼ਰਾਬ ਦੀ ਬੋਤਲ ਸੀ ਜੋ ਕਿਤੇ ਰੱਖ ਕੇ ਆਏ ਸੀ, ਉਹ ਮੰਨੇ ਸੀ। ਅਸੀਂ ਪੁਲਿਸ ਨੂੰ ਦਿੱਤੇ ਗਏ ਤਾਂ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹਨਾਂ ਦੀ ਕਾਰਵਾਈ ਹੋਈ ਜਾਂ ਨਹੀਂ ਹੋਈ। 1 ਮਹੀਨੇ ਬਾਅਦ ਉਹੀ ਨਸ਼ਾ ਤਸਕਰਾਂ ਨੇ ਮੇਰਾ ਰਾਸਤਾ ਰੋਕਿਆ। ਮੈਂ ਲੁਧਿਆਣੇ ਨੂੰ ਜਾ ਰਿਹਾ ਸੀ, ਇਕੱਲਾ ਸੀ, ਤਾਂ ਰਾਸਤਾ ਰੋਕ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਬਟ ਬਚ ਗਿਆ। ਚੰਗੀ ਕਿਸਮਤ ਸੀ, ਪਰਮਾਤਮਾ ਦਾ ਸਾਥ ਸੀ, ਕਈ ਲੋਕਾਂ ਦੀਆਂ ਅਰਦਾਸਾਂ ਦੁਆਵਾਂ ਸੀ। ਤਾਂ ਜਦੋਂ ਮੈਂ ਪੁਲਿਸ ਕੋਲੇ ਜਾ ਕੇ ਰਿਪੋਰਟ ਕਰ ਰਿਹਾ ਵੀ ਮੇਰੇ ਤੇ ਇਸ ਤਰ੍ਹਾਂ ਹਮਲਾ ਹੋਇਆ, ਦੱਸਿਆ ਵੀ ਸਾਡੇ ਇੱਕ ਬੰਦੇ ਦੇ ਸੱਟ ਵੀ ਲੱਗੀ ਆ। ਚਲੋ ਸਾਡੀ ਤਾਂ ਪਰਚਾ ਦਰਜ ਕਰ ਲਿਆ ਗਿਆ, ਸਾਡੇ ਵੱਲੋਂ ਕਰ ਲਿਆ ਗਿਆ। ਤਾਂ ਮੈਨੂੰ ਅਗਲੇ ਦਿਨ ਪਤਾ ਲੱਗ ਰਿਹਾ ਵੀ ਸਾਡਾ ਕ੍ਰਾਸ ਪਰਚਾ ਦਰਜ ਕਰ ਦਿੱਤਾ ਗਿਆ ਮੇਰੇ ਦੇ ਉੱਤੇ ਵੀ ਇਸ ਚੀਜ਼ ਦਾ। ਕਾਂਗਰਸ ਪਾਰਟੀ ਦੇ ਨਾਲ ਸੰਬੰਧਤ ਤੋਂ ਕਿਸੇ ਨੇ ਸਪੋਰਟ ਨਹੀਂ ਕੀਤੀ? ਕਾਂਗਰਸ ਪਾਰਟੀ ਨਾਲ ਸੰਬੰਧਿਤ ਜ਼ਰੂਰ ਆ ਜੀ। ਤਾਂ ਐਮਐਲਏ ਸਾਹਿਬ ਨੇ ਵੀ, ਮੰਤਰੀ ਸਾਹਿਬ ਕੋਲੇ ਅਸੀਂ ਅਪੀਲ ਕੀਤੀ, ਤਾਂ ਸਾਡੀ ਇਨਕੁਆਇਰੀ ਲੱਗੀ ਹੋਈ ਸੀਗੀ, ਤਾਂ ਉਸ ਦੇ ਵਿੱਚ ਉਹਨਾਂ ਤੋਂ ਛਾਣਬੀਨ ਕੀਤੀ ਜਾ ਰਹੀ ਸੀ। ਫਿਰ ਕੁਝ ਕਰੋਨਾ ਕਾਲ ਦਾ ਟਾਈਮ ਇਹੋ ਜਿਹਾ ਪੀਰੀਅਡ ਚੱਲ ਗਿਆ ਵੀ ਥਾਣਿਆਂ ਦੇ ਵਿੱਚ ਪਬਲਿਕ ਡੀਲਿੰਗਾਂ ਬੰਦ ਕਰ ਦਿੱਤੀਆਂ ਗਈਆਂ। ਤਾਂ ਕੀਤੀ ਹੋਈ ਹੈ ਜੀ ਅਪੀਲ, ਅਸੀਂ ਇਨਕੁਆਇਰੀ ਵੀ ਲਗਾਈ ਹੋਈ ਆ। ਹੁਣ ਦੇਖੋ ਅੱਗੇ ਕੀ ਬਣਦਾ। ਖਹਿਰਾ ਬੇਟ ਦਾ ਨਾਮ ਉਹਨਾਂ ਪਿੰਡਾਂ ਦੇ ਵਿੱਚ ਆਉਂਦਾ ਹੈ। ਜਦੋਂ ਜ਼ਿਕਰ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਵਧਿਆ ਸੀ, ਕਿੰਨੀਆਂ ਮੌਤਾਂ ਹੋਈਆਂ ਸੀ, ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ, ਕੁੜੀਆਂ ਵੀ ਜਦੋਂ ਨਸ਼ੇ ਦੇ ਵਿੱਚ ਪੈ ਗਈਆਂ ਸਨ, ਖਹਿਰਾ ਬੇਟ ਦਾ ਜ਼ਿਕਰ ਜ਼ਰੂਰ ਹੁੰਦਾ ਸੀ ਕਿ ਇੱਥੇ ਨਸ਼ਾ ਬਹੁਤ ਜ਼ਿਆਦਾ ਹੈ। 3 ਸਾਲ ਹੋ ਗਏ ਨੇ, ਮੇਰੇ ਖਿਆਲ 2.5 ਸਾਲ ਪੂਰੇ ਹੋ ਗਏ ਨੇ, ਤੁਹਾਨੂੰ ਤੀਸਰਾ ਸਾਲ ਚੱਲ ਰਿਹਾ ਹੈ। ਕੀ ਕੀਤਾ ਹੁਣ ਤੱਕ ਨਸ਼ੇ ਦੇ ਖਾਤਮੇ ਲਈ? ਨਸ਼ੇ ਦੇ ਖਾਤਮੇ ਲਈ ਅਸੀਂ ਜਦੋਂ ਸਾਡੀ ਪੰਚਾਇਤ ਚੁਣੀ ਗਈ ਸੀ ਤਾਂ ਪਿੰਡ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਸੀ ਪੂਰੀ ਪੰਚਾਇਤ ਵੱਲੋਂ। ਅਸੀਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਮੈਂ ਇਹ ਗੱਲ ਕਹੀ ਸੀ, ਕੋਈ ਵੀ ਪਿੰਡ ਦਾ ਮੋਹਤਵਰ ਜਾਂ ਪੰਚਾਇਤ ਮੈਂਬਰ, ਨੰਬਰਦਾਰ, ਕੋਈ ਵੀ ਕਿਸੇ ਨਸ਼ਾ ਤਸਕਰ ਦੇ ਪਿੱਛੇ ਥਾਣੇ, ਚੌਂਕੀ, ਕਚਹਿਰੀ ਜਾਊਗਾ ਤਾਂ ਪਿੰਡ ਵੱਲੋਂ ਪੂਰਨ ਤੌਰ ਤੇ ਉਹਦਾ ਬਾਈਕਾਟ ਕੀਤਾ ਜਾਊਗਾ। ਪੁਲਿਸ ਦਾ ਸਹਿਯੋਗ ਲਿਆ, ਸਹਿਯੋਗ ਇਸ ਤਰੀਕੇ ਲਿਆ ਕਿ ਅਸੀਂ ਪੁਲਿਸ ਨੂੰ ਪੂਰੀ ਤਾੜਨਾ ਕੀਤੀ। ਪਿੰਡ ਦੇ ਵਿੱਚ ਅਸੀਂ ਆਪ ਹੀ ਨਸ਼ਾ ਛਡਾਊ ਦਿਵਸ ਕਰਵਾਇਆ ਤੇ ਪੁਲਿਸ ਨੂੰ ਦੱਸਿਆ ਗਿਆ ਵੀ ਤੁਹਾਡੇ ਹੀ 1-2 ਮੁਲਾਜ਼ਮ ਨਾਲ ਰਲ ਕੇ ਇੱਥੇ ਕੰਮ ਕਰ ਰਹੇ ਨੇ। ਤਾਂ ਪੁਲਿਸ ਦੀ ਪੂਰੀ ਮੁਸਤੈਦੀ ਹੋਈ ਇੱਥੇ, ਪੁਲਿਸ ਨੇ ਪੂਰੀ ਰੈਪਿਡ ਕਰਨੀ ਸ਼ੁਰੂ ਕਰ ਦਿੱਤੀ। ਤਾਂ ਲੋਕਾਂ ਪੁਲਿਸ ਨੇ ਮੰਨਿਆ ਸੀ ਕਿ ਸਾਡੇ ਮੁਲਾਜ਼ਮ ਨੇ ਜਿਹੜੇ ਰਲੇ ਹੋਏ ਨੇ ਨਸ਼ਾ ਤਸਕਰਾਂ ਦੇ ਨਾਲ? ਮੰਨਣਾ ਕਿੱਥੇ ਸੀਗਾ ਜੀ ਉਹਨਾਂ ਨੇ, ਤੁਹਾਨੂੰ ਪਤਾ। ਫਿਰ ਜਦੋਂ ਹਰੇਕ ਕੰਨੀ ਕਤਰਾਉਂਦਾ, ਕਿਉਂਕਿ ਇੱਕੋ ਹੀ ਕਲਾਸ ਦੇ ਵਿੱਚ ਇੱਕੋ ਹੀ ਸਾਰੇ ਸਟੂਡੈਂਟ ਹੁੰਦੇ ਆ ਤੇ ਆਪਦੇ ਸਟੂਡੈਂਟ ਦੀ ਬੇਇੱਜ਼ਤੀ ਹੁੰਦੀ ਕੋਈ ਨਹੀਂ ਦੇਖ ਸਕਦਾ। ਤੇ ਉਸ ਤੋਂ ਬਾਅਦ ਪੁਲਿਸ ਨੇ ਵੀ ਥੋੜਾ ਜਿਹਾ ਸਕੰਜਾ ਕੱਸਿਆ ਤੇ ਅਸੀਂ ਵੀ ਲੋਕਾਂ ਨੂੰ ਅਵੇਅਰ ਕੀਤਾ, ਕਿਉਂਕਿ ਜਦੋਂ ਕਿਸੇ ਨੂੰ ਘਰੇ ਜਾ ਕੇ ਕਹੀਦਾ ਵੀ ਤੁਹਾਡਾ ਬੱਚਾ ਨਸ਼ੇ ਕਰ ਰਿਹਾ ਤਾਂ ਕਿਤੇ ਨਾ ਕਿਤੇ ਮਾਪਿਓ ਨੂੰ ਬੁਰਾ ਜ਼ਰੂਰ ਲੱਗਦਾ, ਬਟ ਉਹੀ ਕੁਝ ਸਮੇਂ ਬਾਅਦ ਜਦੋਂ ਉਹਦਾ ਮਾੜਾ ਅੰਜਾਮ ਉਹਨਾਂ ਨੂੰ ਦੇਖਣ ਨੂੰ ਮਿਲਦਾ ਤਾਂ ਫਿਰ ਸਾਡਾ ਸਹਿਯੋਗ ਬਹੁਤ ਕੀਤਾ, ਪਿੰਡ ਵਾਲਿਆਂ ਨੇ ਵੀ ਕੀਤਾ, ਮੇਰੀ ਪੰਚਾਇਤ ਨੇ ਵੀ ਕੀਤਾ, ਤਾਂ ਬਹੁਤ ਸਹਿਯੋਗ ਕੀਤਾ ਗਿਆ। ਕਿੰਨੀਆਂ ਕੁ ਮੌਤਾਂ ਹੋਈਆਂ ਸੀ ਨਸ਼ੇ ਦੇ ਕਾਰਨ? ਮੌਤਾਂ ਤਕਰੀਬਨ ਤੁਸੀਂ ਲਗਾ ਸਕਦੇ ਹੋ ਵੀ 10 ਦੇ ਕਰੀਬ ਮੇਰੇ ਪਿੰਡ ਦੇ ਵਿੱਚ ਸ਼ਰਾਬ ਨਾਲ, ਨਕਲੀ ਸ਼ਰਾਬ ਨਾਲ ਲਾ ਲਓ ਜਾਂ ਚਿੱਟੇ ਦੀ ਓਵਰਡੋਜ਼ ਨਾਲ ਲਗਾ ਲਓ, ਹੋ ਚੁੱਕੀਆਂ ਸੀਗੀਆਂ ਨੌਜਵਾਨਾਂ ਦੀ। ਤੇ ਹੁਣ ਕੀ ਹਾਲਾਤ ਨੇ? ਜੇ ਗਰਾਊਂਡ ਰਿਐਲਿਟੀ ਅਸੀਂ ਜਾਣਨੀ ਹੋਏ ਤਾਂ ਕਿਵੇਂ ਪਤਾ ਲੱਗੇਗੀ? ਤੁਸੀਂ ਤਾਂ ਕਹਿ ਦੇਣਾ ਕਿ ਹੁਣ ਨਸ਼ਾ ਖਤਮ ਹੋ ਚੁੱਕਿਆ। ਤੁਸੀਂ ਗਰਾਊਂਡ ਰਿਐਲਿਟੀ ਇਸ ਤਰੀਕੇ ਨਾਲ ਜਾਣ ਸਕਦੇ ਹੋ ਵੀ ਜਿੰਨਾ ਮਾਮਾ ਦੇ ਪੁੱਤ ਇਸ ਜਹਾਨ ਨੂੰ ਛੱਡ ਕੇ ਜਾ ਚੁੱਕੇ ਨੇ, ਤੁਸੀਂ ਉਹਨਾਂ ਕੋਲੇ ਜਾ ਕੇ ਅੱਜ ਪਤਾ ਕਰ ਸਕਦੇ ਹੋ। ਜਿਹੜੇ ਪਿੰਡ ਦੇ ਵਿੱਚ ਨਸ਼ਾ ਤਸਕਰ ਸੀਗੇ, ਖੁਦ ਇਹ ਚੀਜ਼ਾਂ ਕਰਦੇ ਸੀ, ਚਾਹੇ ਉਹ ਮਜਬੂਰੀ ਨੂੰ ਲਗਾ ਲਓ ਜਾਂ ਕੁਛ ਲਗਾ ਲਓ, ਉਹ ਆਪ ਇਹ ਚੀਜ਼ ਕਹਿ ਰਹੇ ਨੇ ਵੀ ਸਾਨੂੰ ਸਰਪੰਚ ਸਾਹਿਬ ਨੇ ਬੜੀ ਵਧੀਆ ਸੇਧ ਦਿੱਤੀ ਆ। ਹਾਂ, ਅਸੀਂ ਮੰਨਦੇ ਹਾਂ ਸਾਡੇ ਤੇ ਪਰਚੇ ਚੱਲਦੇ, ਅਸੀਂ ਮਾੜੇ ਕੰਮ ਕਰਦੇ ਸੀ, ਬਟ ਹੁਣ ਅਸੀਂ ਬਿਲਕੁਲ ਇਸ ਚੀਜ਼ ਲਈ ਬੰਦ ਹਾਂ। ਕਿਉਂਕਿ ਸਾਡੇ ਸਰਪੰਚਾਂ ਨੇ ਕਦੇ ਜਾਂ ਪੰਚਾਇਤ ਮੈਂਬਰਾਂ ਨੇ ਅੱਜ ਤੱਕ ਉਹਨਾਂ ਨੂੰ ਅਵੇਅਰ ਨਹੀਂ ਕੀਤਾ ਵੀ ਤੁਸੀਂ ਮਿਹਨਤ ਵੀ ਕਰ ਸਕਦੇ ਹੋ। ਸੈਂਟਰ ਗਵਰਨਮੈਂਟ ਦੀ ਚਲਾਈ ਹੋਈ ਇੱਕ ਸਕੀਮ ਮਨਰੇਗਾ ਦੇ ਤਹਿਤ ਮੈਂ ਕਹਿੰਦਾ ਵੀ ਪਿੰਡਾਂ ਦੇ ਵਿੱਚ ਲੋਕੀ ਆਪਦਾ ਬੜਾ ਵਧੀਆ ਰੁਜ਼ਗਾਰ ਕਰ ਸਕਦੇ ਨੇ ਉਹਦੇ ਵਿੱਚ, ਕਿਉਂਕਿ ਸਰਕਾਰ ਵੱਲੋਂ ਮਨਰੇਗਾ ਵਾਲਿਆਂ ਨੂੰ ਹੋਰ ਵੀ ਬਹੁਤ ਸਹੂਲਤਾਂ ਆਉਂਦੀਆਂ ਨੇ। ਰੋਟੀ ਜੋਗਾ ਕੀਤਾ ਹੋਇਆ, ਰੋਟੀ ਜੋਗਾ ਹਰੇਕ ਨੂੰ ਕੀਤਾ ਹੋਇਆ ਜੀ। ਮੇਰੇ ਪਿੰਡ ਦੇ ਵਿੱਚ ਅਸੀਂ ਤਕਰੀਬਨ 390 ਜੌਬ ਕਾਰਡ ਜਿਹੜੇ ਬਣਾ ਚੁੱਕੇ ਹਾਂ ਲੇਬਰ ਦੇ ਜੀ, ਤੇ ਉਹਦੇ ਤਹਿਤ ਹੀ ਅਸੀਂ 2.5 ਸਾਲਾਂ ਦੇ ਵਿੱਚ 41,60,000 ਦਾ ਕੰਮ ਅਸੀਂ ਸਿਰਫ ਮਨਰੇਗਾ ਚੋਂ ਕਰਵਾ ਚੁੱਕੇ ਹਾਂ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਪਿੰਡ ਦਾ ਵਿਕਾਸ ਹੋਇਆ ਕਿ ਨਹੀਂ ਹੋਇਆ, ਗਲੀਆਂ ਬਣੀਆਂ ਕਿ ਨਹੀਂ ਬਣੀਆਂ, ਛੱਪੜਾਂ ਦਾ ਕੀ ਹਾਲ ਹੈ ਨਾ। ਤਾਂ ਥੋੜੀ ਬਹੁਤੀ ਇਹਦੀ ਗੱਲ ਵੀ ਕਰਾਂਗੇ ਕਿਉਂਕਿ ਇਸ ਤੋਂ ਅੱਗੇ ਹੁਣ ਵਧਣਾ ਬਹੁਤ ਜ਼ਰੂਰੀ ਹੈ। ਗਲੀਆਂ ਨਾਲਿਆਂ ਤੋਂ ਅੱਗੇ ਵਧਣਾ ਬਹੁਤ ਜ਼ਰੂਰੀ ਹੈ, ਸਿਹਤ ਵੱਲ ਵਧਣਾ ਬਹੁਤ ਜ਼ਰੂਰੀ ਹੈ, ਸਿੱਖਿਆ ਨੂੰ ਲੈ ਕੇ ਸਵਾਲ ਕਰਨੇ ਬਹੁਤ ਜ਼ਰੂਰੀ ਹੈ। ਤਾਂ ਪਹਿਲਾਂ ਸਾਨੂੰ ਇਹ ਦੱਸੋ ਕਿ ਵਿਕਾਸ ਜੋ ਹੋਇਆ ਕੀ ਵਿਕਾਸ ਕਰਵਾਇਆ ਤੁਸੀਂ? ਵਿਕਾਸ ਜੀ, ਮੇਰੇ ਪਿੰਡ ਦੇ ਲੋਕਾਂ ਨੇ ਗਲੀਆਂ ਦੇ ਵਿੱਚ ਇੰਟਰਲੌਕ ਹੀ ਫਸਟ ਟਾਈਮ ਦੇਖੀ ਵੀ ਗਲੀਆਂ ਦੇ ਵਿੱਚ ਵੀ ਇੰਟਰਲੌਕ ਲੱਗ ਸਕਦੀ ਆ, ਕਿਉਂਕਿ ਇਹ ਹੁੰਦਾ ਸੀ ਅਮੀਰ ਘਰਾਂ ਦੇ ਵਿਹੜਿਆਂ ਦੇ ਵਿੱਚ ਇੰਟਰਲੌਕ ਟਾਈਲ ਲੱਗਦੀ ਸੀ ਜਿਸ 'ਚ ਫੁੱਲ ਬੂਟੀਆਂ ਪਾ ਕੇ ਸੁੰਦਰ ਬਣਾਇਆ ਜਾਂਦਾ ਸੀ। ਤਾਂ ਇੱਥੇ ਲੋਕਾਂ ਨੂੰ ਅਸੀਂ ਇਹ ਇੰਟਰਲੌਕ ਲਵਾ ਕੇ ਦੱਸਿਆ ਵੀ ਇਹ ਗਲੀਆਂ 'ਚ ਵੀ ਲੱਗ ਸਕਦੀ ਹੈ। ਇਹ ਅਸੀਂ ਹੁਣ ਤੱਕ ਪਿੰਡ ਦੇ ਵਿੱਚ
ਤਕਰੀਬਨ 2 ਲੱਖ ਦੇ ਕਰੀਬ ਮੈਂ ਇੰਟਰਲੋਕ ਟਾਈਲ ਲਗਾ ਚੁੱਕਿਆ ਜੀ। 35 ਤੋਂ 36 ਲੱਖ ਰੁਪਏ ਦੀ ਸਿਰਫ ਇੰਟਰਲੋਕ ਹੀ ਲਵਾ ਚੁੱਕੇ ਹਾਂ ਪਿੰਡ ਦੇ ਵਿੱਚ, ਕਿਉਂਕਿ ਸਿਰਫ ਜਦੋਂ ਕਿਸੇ ਬੱਚੇ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਬਾਹਰੋਂ ਆਉਣਾ ਤੇ ਗਲੀਆਂ ਨਾਲੀਆਂ ਦੀ ਹੀ ਵਡਿਆਈ ਜ਼ਿਆਦਾ ਹੁੰਦੀ ਆ। ਗਲੀਆਂ ਨਾਲੀਆਂ ਤੋਂ ਤਾਂ ਸਰਪੰਚ ਤਾਂ ਨਿਕਲਣ ਅਗਰ ਜੇ ਉਹ ਆਪਦੀਆਂ ਮੋਹਤਵਾਰੀਆਂ ਛੱਡ ਕੇ ਸੇਵਾ 'ਚ ਆਉਣ, ਕਿਉਂਕਿ ਮੈਨੂੰ ਨਹੀਂ ਪਤਾ ਵੀ ਸਾਡੇ ਪਿੰਡ ਦੇ ਵਿੱਚ ਪਿੱਛੇ ਕੀ ਹੁੰਦਾ ਰਿਹਾ ਕੀ ਨਹੀਂ, ਮੈਂ ਉਹ ਨਾ ਉੱਤੇ ਜਾਣਾ ਚਾਹੁੰਦਾ। ਮੈਂ ਆਪਦਾ ਬਿਲਕੁਲ ਫਰਜ਼ ਅਦਾ ਕਰ ਰਿਹਾ। ਇੰਟਰਲੋਕ ਟਾਈਲਾਂ ਤਾਂ ਨਾਲ ਦੀ ਨਾਲ ਜਿੱਥੇ ਲੱਗ ਰਹੀਆਂ ਨੇ, ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਵੀ ਗਲੀਆਂ ਨਾਲੀਆਂ ਤੋਂ ਨਿਕਲ ਕੇ ਇੱਕ ਆਪਦੀ ਸੋਚ ਨੂੰ ਬਦਲ ਕੇ ਉੱਪਰ ਆਪਦੇ ਪਿੰਡ ਤੋਂ ਵੀ ਬਾਹਰ ਨਿਕਲੋ। ਦੁਨੀਆਦਾਰੀ ਨੂੰ ਦੇਖੋ, ਅੱਜ ਦੁਨੀਆ ਕਿੱਥੇ ਪਹੁੰਚ ਚੁੱਕੀ ਆ, ਕਿਹੜਾ ਇਹ ਸਾਡਾ ਜਿਹੜਾ ਜ਼ਮਾਨਾ ਕਿੱਥੋਂ ਦੀ ਕਿੱਥੇ ਪਹੁੰਚ ਚੁੱਕਿਆ ਵਾ। ਗਲੀਆਂ ਨਾਲਿਆਂ ਤੋਂ ਹੁਣ ਅੱਗੇ ਵਧਦੇ ਹਾਂ ਅਸੀਂ। ਵਧਣਾ ਚਾਹੀਦਾ। ਸਕੂਲ ਕਿੰਨੇ ਨੇ ਪਿੰਡ ਦੇ ਵਿੱਚ? ਸਕੂਲ ਜੀ ਮੇਰਾ ਪਿੰਡ ਦੇ ਵਿੱਚ ਸਕੂਲ ਆ ਜੋ ਕਿ 1947 ਦੇ ਤਕਰੀਬਨ ਇਹ ਸਕੂਲ ਦੱਸਦੇ ਆ। ਪ੍ਰਾਇਮਰੀ ਤੱਕ ਸਕੂਲ ਆ ਜੀ ਮੇਰੇ ਪਿੰਡ ਦਾ, ਜਿੱਥੇ ਬੜੇ ਵਧੀਆ ਬੱਚੇ, ਟੀਚਰ ਵੀ ਬਹੁਤ ਵਧੀਆ ਨੇ, ਬੜੀ ਵਧੀਆ ਸਿੱਖਿਆ ਮਿਲਦੀ ਹੈ ਇੱਥੋਂ ਬੱਚਿਆਂ ਨੂੰ। ਤਾਂ ਉਦੋਂ ਤੋਂ 1947 ਤੋਂ ਲੈ ਕੇ ਹੁਣ ਤੱਕ ਇਹ ਸਿਰਫ 5ਵੀਂ ਤੱਕ ਪ੍ਰਾਇਮਰੀ ਤੱਕ ਹੀ ਸੀਗਾ। ਤਾਂ ਚਲੋ ਐਕਤੀ ਪਰਮਾਤਮਾ ਨੇ ਸਾਨੂੰ ਆਸ਼ੀਰਵਾਦ ਦਿੱਤਾ ਸੀ, ਲੋਕਾਂ ਦੀਆਂ ਦੁਆਵਾਂ ਸਦਕਾ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਐਮਐਲਏ ਤੱਕ ਪਹੁੰਚੇ ਤੇ ਐਮਐਲਏ ਸਾਹਿਬ ਨੇ ਸਾਡੇ ਨੇ ਮੰਤਰੀ ਸਾਹਿਬ ਨੂੰ ਰਿਕੁਐਸਟ ਕੀਤੀ ਤੇ ਇਹ ਸਕੂਲ ਸਾਡਾ ਹੁਣ 8ਵੀਂ ਤੱਕ ਅਸੀਂ ਪਾਸ ਕਰਵਾ ਚੁੱਕੇ ਹਾਂ ਜੀ। ਇੱਕੋ ਹੀ ਸਕੂਲ ਹੈ ਪਿੰਡ? ਇੱਕੋ ਹੀ ਸਕੂਲ ਵਾ ਜੀ। ਇਹਨੂੰ ਅਸੀਂ ਆਪਦੇ ਤੌਰ ਤੇ ਸਮਾਰਟ ਤੌਰ ਤੇ, ਚਲੋ ਸਰਕਾਰ ਦੀ ਵੀ ਸਾਨੂੰ ਹੈਲਪ ਆ ਰਹੀ ਆ ਤੇ ਕਿਉਂਕਿ ਹੱਥ ਨੂੰ ਹੱਥ ਹੁੰਦਾ ਜੀ, ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ। ਅਸੀਂ ਆਪਦੇ ਤੌਰ ਤੇ ਇਹਨੂੰ ਸਮਾਰਟ ਸਕੂਲ ਤਿਆਰ ਕਰ ਚੁੱਕੇ ਹਾਂ। ਅਸੀਂ ਤੁਹਾਨੂੰ ਦਿਖਾਵਾਂਗੇ ਵੀ ਪਿੰਡ ਦੇ ਵਿੱਚ ਹੀ ਅਸੀਂ ਆਪਦੇ ਤੌਰ ਤੇ, ਸਾਡੇ ਬੜੇ ਵਧੀਆ ਟੀਚਰਾਂ ਨੇ, ਉਹਨਾਂ ਨੇ ਪ੍ਰੋਜੈਕਟਰਾਂ ਦੇ ਨਾਲ ਸਟੱਡੀ ਕਰਵਾ ਰਹੇ ਨੇ, ਐਲਈਡੀਆਂ ਲਾ ਦਿੱਤੀਆਂ ਗਈਆਂ ਨੇ, ਬੱਚਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਦਿੱਤੀ ਜਾ ਰਹੀ ਆ, ਵਧੀਆ ਦਿੱਤੀਆਂ ਜਾ ਰਹੀਆਂ ਨੇ ਬੱਚਿਆਂ ਨੂੰ। ਆਬਾਦੀ ਕਿੰਨੀ ਹੈ ਪਿੰਡ ਦੀ? ਆਬਾਦੀ ਕੋਈ 2200 ਦੇ ਕਰੀਬ ਆਬਾਦੀ ਹੈ ਜੀ ਪਿੰਡ ਦੀ। 13-1400 ਵੋਟਾਂ ਹੋਣੀਆਂ। 13-1400 ਵੋਟਾਂ। ਬੱਚੇ ਕਿੰਨੇ ਖੋਣੇ ਨੇ? ਸਾਰੇ ਬੱਚੇ ਇਸੇ ਸਕੂਲ ਤੋਂ ਸਿੱਖਿਆ ਹਾਸਲ ਕਰ ਰਹੇ ਨੇ ਕਿ ਪਿੰਡ ਤੋਂ ਬਾਹਰ ਜਾ ਰਹੇ ਨੇ? ਨਹੀਂ, 5ਵੀਂ ਤੱਕ ਇਸੇ ਸਕੂਲ ਤੱਕ ਸਿੱਖਿਆ ਹਾਸਲ ਕਰਦੇ ਸੀ। ਉਸ ਤੋਂ ਬਾਅਦ ਹੰਬੜਾ ਜਾਂ ਨੂਰਪੁਰ ਸਾਡੇ ਤੋਂ 3-4 ਕਿਲੋਮੀਟਰ ਦੂਰ ਨੇ, ਉਹ 12ਵੀਂ ਤੱਕ ਸਕੂਲ ਨੇ, ਉੱਥੇ ਬੱਚੇ ਜਾਂਦੇ ਸੀ ਸਿੱਖਿਆ ਹਾਸਲ ਕਰਨ। ਇੱਥੇ ਕਦੋਂ ਤੱਕ ਬਣ ਜਾਣਗੇ? ਤੇ ਮੈਨੂੰ ਖੁਸ਼ੀ ਸੀਨੀਅਰ ਸੈਕੰਡਰੀ ਸਕੂਲ ਕਦੋਂ ਬਣੇਗਾ? ਮੈਨੂੰ ਖੁਸ਼ੀ ਆ ਵੀ 8ਵੀਂ ਤੱਕ ਤਾਂ ਸਾਡੀ ਪੰਚਾਇਤ ਦੀ ਰਹਿਨਮਾਈ ਹੇਠ ਅਗਲੇ ਸਾਲ ਤੋਂ ਇੱਥੇ ਐਡਮਿਸ਼ਨਾਂ ਹੋਣੀਆਂ ਸਟਾਰਟ ਹੋ ਜਾਣਗੀਆਂ। ਮੈਨੂੰ ਖੁਸ਼ੀ ਹੋਊਗੀ ਤੇ ਔਰ ਆਪਦੇ ਆਪ ਤੇ ਮੈਨੂੰ ਵੀ ਮਾਣ ਫਖਰ ਹੋਊਗਾ ਸਾਡੀ ਪੰਚਾਇਤ 'ਚ ਇਹ ਕੰਮ ਹੋਇਆ ਸੀਗਾ। ਤੇ ਕਿਉਂਕਿ ਬੱਚੇ ਹੀ ਦੇਸ਼ ਦਾ ਭਵਿੱਖ ਨੇ, ਅਗਰ ਤੁਸੀਂ ਇਹਨਾਂ ਨੂੰ ਵਧੀਆ ਸਿੱਖਿਆ ਨਹੀਂ ਦੇ ਪਾਓਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਣਾ ਦੇਸ਼ ਵੀ ਤਰੱਕੀ ਕਰ ਸਕਦਾ। 8ਵੀਂ ਤੋਂ ਬਾਅਦ 10ਵੀਂ ਜਾਂ 12ਵੀਂ ਕਰਨ ਦੇ ਲਈ ਕਦੋਂ ਤੱਕ? ਅਸੀਂ ਉਹ ਵੀ ਬਿਲਕੁਲ ਪੂਰੀ ਦੀ ਨਾਲ ਕੋਸ਼ਿਸ਼ ਕਰਾਂਗੇ। ਉਹਦੇ ਅਸੀਂ 12ਵੀਂ ਤੱਕ ਹੀ ਦਿੱਤਾ ਸੀਗਾ, ਪਰ ਚਲੋ ਸਰਕਾਰ ਦੇ ਆਪਦੇ ਕੋਈ ਰੂਲ ਹੁੰਦੇ ਹੋਣੇ ਆ, ਉਹਦੇ 'ਚ ਉਹਨਾਂ ਨੇ 8ਵੀਂ ਤੱਕ ਹੀ ਕੀਤਾ। ਤਾਂ ਅਸੀਂ ਅੱਗੇ ਆਪਦਾ ਪੁਰਜੋਰ ਕੋਸ਼ਿਸ਼ ਕਰਾਂਗੇ ਵੀ ਇਹਨੂੰ ਅੱਗੇ ਤੱਕ ਕੀਤਾ ਜਾਵੇ। ਕਿੰਨੀਆਂ ਕੁ ਸਰਕਾਰੀ ਡਿਸਪੈਂਸਰੀਆਂ ਨੇ ਇਸ ਪਿੰਡ ਦੇ ਵਿੱਚ? ਕਿੰਨੇ ਗੁਰਦੁਆਰਾ ਸਾਹਿਬ ਨੇ? ਕਿੰਨੇ ਸ਼ਮਸ਼ਾਨ ਘਾਟ ਨੇ? ਸਾਡੇ ਪਿੰਡ ਦੀ ਬਹੁਤ ਵਧੀਆ ਖਾਸੀਅਤ ਲਾ ਲਓ, ਲੋਕਾਂ ਦੀ ਸ਼ਰਧਾ ਤੇ ਏਕਤਾ ਲਾ ਲਓ। ਸਾਡੇ ਪਿੰਡ 'ਚ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਹੈਗੀ। ਅਗਰ ਕੋਈ ਕਾਲੀ ਕਾਂਗਰਸੀ ਆ ਤਾਂ ਉਹ ਪਿੰਡ ਦੀ ਜੂਹ ਤੋਂ ਬਾਹਰ ਜਾ ਕੇ ਹੁੰਦਾ ਜੀ। ਤਾਂ ਇੱਕ ਹੀ ਗੁਰਦੁਆਰਾ ਸਾਹਿਬ ਆ ਸਾਡੇ ਪਿੰਡ ਦੇ ਵਿੱਚ ਜਿੱਥੇ ਬਹੁਤ ਸ਼ਰਧਾ ਵਾ, ਬਹੁਤ ਹੀ ਆਪਦੀਆਂ ਆਸਾਂ ਲੈ ਕੇ ਲੋਕ ਉੱਥੇ ਜਾਂਦੇ ਨੇ। ਇੱਕੋ ਹੀ ਸ਼ਮਸ਼ਾਨ ਘਾਟ ਆ ਜੀ। ਤੇ ਸਾਡੇ ਇੱਕ ਡਿਸਪੈਂਸਰੀ ਬਣੀ ਹੋਈ ਆ ਜੀ ਜਿਹੜੀ ਸਰਕਾਰ ਵੱਲੋਂ ਆ, ਤੇ PHC ਆ, ਤੇ ਇੱਕ ਸਾਡੇ ਇੱਥੇ ਆਯੁਰਵੈਦਿਕ ਡਿਸਪੈਂਸਰੀ ਬਣੀ ਹੋਈ ਹੈ ਜੀ। ਵਧੀਆ ਸਹੂਲਤਾਂ ਲੋਕਾਂ ਨੂੰ ਸਿਹਤ ਪੱਖੋਂ ਅਸੀਂ ਵੀ ਜਾਗਰੂਕ ਕਰ ਰਹੇ ਹਾਂ, ਕਿਉਂਕਿ ਦਰਿਆ ਤੇ ਗੰਦੇ ਨਾਲੇ ਦੇ ਵਿਚਕਾਰ ਪਿੰਡ ਹੋਣ ਕਰਕੇ ਸਾਡਾ ਪਿੰਡ ਕਾਲੇ ਪੀਲੀਏ ਦੀ ਸਾਨੂੰ ਸ਼ੱਕ ਸੀ ਵੀ ਮਾਰਚ ਨਾ ਹੇਠ ਆਵੇ, ਤਾਂ ਉੱਥੇ ਡਾਕਟਰ ਸਾਡੀ ਬਹੁਤ ਹੈਲਪ ਕਰਦੇ ਨੇ। ਅਸੀਂ ਚੈੱਕਅਪ ਟਾਈਮ ਦੇ ਸਿਰ ਕਰਵਾਉਂਦੇ ਰਹਿੰਦੇ ਹਾਂ ਲੋਕਾਂ ਪਰ ਥੋੜੇ ਦਿਨ ਪਹਿਲੇ ਤੁਹਾਡੀ ਇੱਕ ਵੀਡੀਓ ਆਈ ਸੀ, ਤੁਸੀਂ ਡਿਸਪੈਂਸਰੀ ਜਾ ਕੇ ਇੱਕ ਵੀਡੀਓ ਬਣਾ ਰਹੇ ਹੋ ਕਿ ਦੇਖੋ ਜੀ 8 ਵਜੇ ਦਾ ਟਾਈਮ ਹੈ ਤੇ 9:30 ਦਾ ਟਾਈਮ ਹੋ ਗਿਆ, ਹਾਲੇ ਤੱਕ ਇੱਥੇ ਤਾਲੇ ਲੱਗੇ ਹੋਏ ਨੇ। ਦੇਖੋ, ਸੰਵਿਧਾਨਕ ਤੌਰ ਦੇ ਉੱਤੇ ਮੇਰਾ ਫਰਜ਼ ਬਣਦਾ ਵੀ ਮੇਰੇ ਪਿੰਡ ਦੇ ਵਿੱਚ ਸਰਕਾਰ ਨੇ ਅਗਰ ਕਿਸੇ ਨੂੰ ਡਿਊਟੀ ਦੇ ਲਈ ਭੇਜਿਆ, ਚਾਹੇ ਡਾਕਟਰ ਹੈ ਚਾਹੇ ਟੀਚਰ ਆ, ਤੇ ਮੈਂ ਉਹਦੀ ਚੈਕਿੰਗ ਕਰਾਂ ਵੀ ਉਹ ਲੋਕਾਂ ਦੀ ਸਹੂਲਤਾਂ ਲਈ ਆਪਦੇ ਪੂਰੇ ਟਾਈਮ ਤੇ ਆ ਰਿਹਾ ਕਿ ਨਹੀਂ ਆ ਰਿਹਾ। ਉਹ ਸਾਡੇ ANM ਸੀਗੇ ਉੱਥੇ, ਮੈਨੂੰ ਸ਼ਿਕਾਇਤ ਵੀ ਮਿਲੀ ਸੀਗੀ, ਮੈਂ ਚੈਕਿੰਗ ਵੀ ਆਪ ਖੁਦ ਕਰਦਾ ਰਿਹਾ, ਮੇਰੇ ਕੋਲ ਐਜ਼ ਏ ਪ੍ਰੂਫ ਸੀਗੇ ਵੀ ਉਹ ਕਈ ਦਿਨਾਂ ਤੋਂ 8 ਵਜੇ ਉਹਨਾਂ ਦੀ ਟਾਈਮਿੰਗ ਆ ਤੇ ਉਹ 10:30 ਤੇ 10 ਵਜੇ ਪਹੁੰਚ ਰਹੇ ਸੀਗੇ। ਤਾਂ ਮੈਂ ਜਾ ਕੇ ਦੇਖਿਆ ਤਾਲੇ ਲੱਗੇ ਹੋਏ ਸੀ, ਤਾਂ ਮੈਂ ਵੀਡੀਓਗ੍ਰਾਫੀ ਕਰਕੇ ਉੱਥੇ SMO ਸਾਹਿਬ ਨੂੰ, MLA ਸਾਹਿਬ ਨੂੰ ਪਾਈਆਂ। ਤਾਂ ਜਦੇ ਤੁਰੰਤ ਉੱਤੇ ਐਕਸ਼ਨ ਹੋਇਆ ਤਾਂ ਉਹਨਾਂ ਨੂੰ ਉਹਦਾ ਇੱਕ ਕਹਿ ਲਓ ਵੀ ਤਾੜਨਾ ਕੀਤੀ ਗਈ, ਜਿਸ ਤੋਂ ਬਾਅਦ ਉਸਨੇ ਪੰਚਾਇਤ ਵਿੱਚ ਆ ਕੇ ਇਸ ਚੀਜ਼ ਦੀ ਗਲਤੀ ਮੰਨੀ ਵੀ ਅੱਗੇ ਤੋਂ ਅਸੀਂ ਬਿਲਕੁਲ ਇਸ ਚੀਜ਼ ਲਈ ਨਹੀਂ ਕਰਾਂਗੇ। ਉਹ ਟਾਈਮ ਪ੍ਰੋਪਰ ਤੇ ਆਉਣਾ ਸਟਾਰਟ ਹੋ ਚੁੱਕਿਆ। ਜਦੋਂ ਸਰਕਾਰ ਨੇ ਜੰਗਲਾਤ ਐਕਵਾਇਰ ਕਰਨ ਦਾ ਫੈਸਲਾ ਲਿਆ ਸੀ ਤਾਂ ਇਸ ਪਿੰਡ ਦੇ ਵਿੱਚ ਅਜਿਹਾ ਕੀ ਹੋਇਆ ਸੀ ਕਿ ਬਚ ਗਿਆ ਜੰਗਲਾਤ? ਇਸ ਪਿੰਡ 'ਚ ਕਹਿੰਦੇ MLA ਕੁਲਦੀਪ ਵੈਦ ਸਾਹਿਬ ਨੇ ਆ ਕੇ ਕਿਹਾ ਕਿ ਗੱਡੀਆਂ ਮੈਂ ਆਪਣੀ ਛਾਤੀ ਤੋਂ ਲੰਘਾਵਾਂਗਾ ਜੇ ਇੱਦਾਂ ਦਾ ਕੋਈ ਫੈਸਲਾ ਲਿਆ ਗਿਆ। ਹਾਂ, ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਆ ਜੂਨ ਦੇ ਵਿੱਚ ਸਾਲ ਹੋ ਚੁੱਕਿਆ ਜੀ। ਪੰਜਾਬ ਸਰਕਾਰ ਨੇ ਇੱਕ ਕਿਹਾ ਸੀ ਵੀ ਜੰਗਲਾਤ ਦੀ ਜਿੰਨੀ ਵੀ ਕੋਈ ਜ਼ਮੀਨ ਪਈ ਆ ਅਕਵਾਇਰ ਕਰ ਲਿੱਤੀ ਜਾਵੇ। ਮੇਰੇ ਪਿੰਡ ਦੇ ਵਿੱਚ 1350 ਕਿੱਲਾ ਜ਼ਮੀਨ ਦਾ ਏਕੜ ਪਿਆ ਵਾ। ਗਰੀਬ ਲੋਕ ਨੇ, ਇੱਕ ਪਰਿਵਾਰ ਕੋਲੇ ਕਿੱਲਾ 2 ਕਿੱਲੇ, ਇਸ ਤਕਰੀਬਨ ਕੋਈ 100 ਦੇ ਪਰਿਵਾਰ ਉਹ ਖੇਤੀ ਕਰ ਰਹੇ ਨੇ, ਰੋਜੀ ਰੋਟੀ ਚਲਾ ਰਹੇ ਨੇ, ਆਬਾਦ ਕੀਤੀਆਂ ਲੋਕਾਂ ਨੇ 50-50 ਸਾਲਾਂ ਤੋਂ। ਤਾਂ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆ ਚੁੱਕੇ ਸੀਗੇ, ਜਿਨ੍ਹਾਂ ਨੇ ਕਹਿ ਦਿੱਤਾ ਸੀ 250-300 ਉਹਨਾਂ ਦੇ ਨਾਲ ਮੁਲਾਜ਼ਮ ਸੀਗੇ ਵੀ ਅਸੀਂ ਅੱਜ ਇੱਥੇ ਜ਼ਮੀਨ ਨੂੰ ਕਬਜ਼ਾ ਛਡਾ ਕੇ ਸਰਕਾਰ ਨੂੰ ਕਬਜ਼ਾ ਦੇ ਦੇਣਾ। ਝੰਡੀਆਂ ਲਾਉਣੀਆਂ ਸਟਾਰਟ ਕਰ ਦਿੱਤੀਆਂ ਸੀ।
ਤਾਂ ਮੈਂ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਕੁਲਦੀਪ ਸਿੰਘ ਵੈਦ ਜੀ। ਜਦੋਂ ਮੈਂ ਉਹਨਾਂ ਨਾਲ ਸਵੇਰੇ ਗੱਲ ਕੀਤੀ 7 ਵਜੇ ਵੀ ਸਰ ਮੇਰੇ ਪਿੰਡ ਆ ਕੰਮ ਹੋਣ ਜਾ ਰਿਹਾ, ਤਾਂ ਅੱਧੇ ਘੰਟੇ 'ਚ ਮੇਰੇ ਪਿੰਡ ਆ ਗਏ ਸੀ। ਤਾਂ ਬਿਲਕੁਲ ਚਾਹੇ ਉਹ ਕਹਿੰਦੇ ਸੀ ਮੈਨੂੰ ਇਸ ਚੀਜ਼ ਲਈ ਸਰਕਾਰ ਦੇ ਖਿਲਾਫ ਵੀ ਹੋਣਾ ਪੈ ਜਾਵੇ, ਮੈਂ ਸਰਕਾਰ ਨੂੰ ਬੇਨਤੀ ਵੀ ਉਹਨਾਂ ਨੇ ਕੀਤੀ, ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ, ਚੀਫ ਸੈਕਟਰੀ ਸਾਹਿਬ ਨਾਲ ਵੀ ਗੱਲ ਕੀਤੀ, ਸਾਰਿਆਂ ਨਾਲ ਗੱਲ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਬਿਲਕੁਲ ਨਹੀਂ ਕਬਜ਼ਾ ਹੋਣ ਦੇਣਾ, ਕਿਉਂਕਿ ਜਿਸ ਜ਼ਮੀਨ ਤੋਂ ਰੋਟੀ ਦੀਆਂ ਬੁਰਕੀਆਂ ਗਰੀਬ ਲੋਕਾਂ ਦੇ ਮੂੰਹ 'ਚ ਜਾਂਦੀਆਂ ਨੇ, ਮੈਂ ਉਹ ਬੁਰਕੀਆਂ ਨਹੀਂ ਖੋਣ ਦੇਣੀਆਂ, ਚਾਹੇ ਕੋਈ ਵੀ ਸਰਕਾਰ ਹੋਵੇ। ਤਾਂ ਮੈਂ ਧੰਨਵਾਦੀ ਹਾਂ ਵੀ ਸਿਰਫ ਤੇ ਸਿਰਫ ਖਹਿਰਾ ਬੇਟ ਦੀ ਜ਼ਮੀਨ ਹੀ ਬਾਕੀਆਂ ਨਾਲ ਤਾਂ ਨਾਇਨਸਾਫੀ ਹੋਈ ਸੀ। ਬਾਕੀਆਂ ਨਾਲ ਤਾਂ ਜੀ ਮੈਂ ਨਹੀਂ ਚਾਹੁੰਦਾ ਵੀ ਕਿਸੇ ਨਾਲ ਨਾਇਨਸਾਫੀ ਹੋਵੇ, ਬਟ ਉੱਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਚਾਹੀਦਾ ਸੀ ਵੀ ਲੋਕਾਂ ਲਈ ਆਵਾਜ਼ ਚੱਕਣ, ਜਿਵੇਂ ਵੈਦ ਸਾਹਿਬ ਨੇ ਬਿਲਕੁਲ ਚੱਕੀ ਜੀ। ਵੈਦ ਸਾਹਿਬ ਨੇ ਤਾਂ ਚੱਕੀ, ਪਿੰਡ ਵਾਲਿਆਂ ਦਾ ਵੀ ਫਰਜ਼ ਬਣਦਾ ਸੀ, ਕਿਉਂਕਿ ਅਗਰ ਵੈਦ ਸਾਹਿਬ ਵੀ ਤਾਂ ਹੀ ਕਰਨਗੇ ਨਾ ਅਗਰ ਇੱਥੋਂ ਦੇ ਸਰਪੰਚ ਜਾ ਕੇ ਉਹਨਾਂ ਨੂੰ ਆਪਦਾ ਦੁੱਖ ਤਕਲੀਫ ਦੱਸਣਗੇ। ਪਰ ਇੱਕ ਹੋਰ ਗੱਲ ਇੱਥੇ ਦੀ ਹੈ ਕਿ ਤੁਸੀਂ ਮੈਂਬਰ ਪਾਰਲੀਮੈਂਟ ਅਵਨੀਤ ਬਿੱਟੂ ਨੂੰ ਇੱਥੇ ਸਮਾਗਮ ਨਹੀਂ ਕਰਵਾਉਣ ਦਿੰਦੇ, ਕਿਹੜੀ ਦੁਸ਼ਮਣੀ ਹੈ? ਤੁਸੀਂ ਵੀ ਕਾਂਗਰਸ ਪਾਰਟੀ ਤੋਂ, ਉਹ ਵੀ ਕਾਂਗਰਸ ਦੇ ਨੇ। ਦੇਖੋ ਬਹੁਤ ਸਤਿਕਾਰਯੋਗ ਨੇ ਸਾਡੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜੀ, ਬਹੁਤ ਅਸੀਂ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਸਾਡੇ ਪਿੰਡ ਦੇ ਲੋਕਾਂ ਦੀ ਉਹ ਆਵਾਜ਼ ਮੇਰੇ ਤੱਕ ਸੀਗੀ ਵੀ ਬੇਨਤੀ ਹੈ ਜੀ ਵੀ ਐਮਪੀ ਸਾਹਿਬ ਨੇ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ ਪਿਛਲੇ, ਇੱਟ ਤੱਕ ਨਹੀਂ ਲਵਾਈ, ਨਹੀਂ ਇਹ ਨਹੀਂ ਲੱਗੀ ਸੀ ਜੀ। ਸਾਡੇ ਐਮਐਲਏ ਸਾਹਿਬ ਨੇ ਸਾਡਾ ਬਹੁਤ ਸਹਿਯੋਗ ਦਿੱਤਾ, ਐਮਐਲਏ ਸਾਹਿਬ ਨੇ ਤਾਂ ਸਾਨੂੰ ਗ੍ਰਾਂਟਾਂ ਦੇ ਗੱਫੇ ਦਿੱਤੇ ਵੀ ਅੱਜ ਤੱਕ ਮੇਰੇ ਪਿੰਡ ਦੇ ਵੀ ਕਹਿ ਰਹੇ ਨੇ, ਜੋ ਮੇਰੇ ਨਾਲ ਇਸ ਟਾਈਮ ਪੰਚਾਇਤ ਮੈਂਬਰ ਨੇ 1992 ਚ ਬੇਅੰਤ ਸਿੰਘ ਸਰਕਾਰ ਨਾਲ ਕੰਮ ਕੀਤਾ ਉਹਨਾਂ ਨੇ, ਉਹ ਕਹਿੰਦੇ ਨੇ ਵੀ ਅੱਜ ਤੱਕ ਐਂ ਕਦੇ ਗ੍ਰਾਂਟਾਂ ਆਈਆਂ ਹੀ ਨਹੀਂ ਸੀ। ਐਮਐਲਏ ਸਾਹਿਬ ਨੇ ਮੈਨੂੰ ਮੰਤਰੀ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ ਆਸ਼ੀਰਵਾਦ ਦਿੱਤਾ ਹੋਇਆ ਸਾਨੂੰ, ਉਹਨਾਂ ਨੇ ਵੀ 5 ਲੱਖ ਰੁਪਇਆ ਗ੍ਰਾਂਟ ਪਿੰਡ ਵਾਸਤੇ ਦਿੱਤੀ। ਅੱਗੇ ਉਹਨਾਂ ਨੇ ਕਿਹਾ ਸੀ ਵੀ ਅਗਲੇ ਸਾਲ ਅਸੀਂ ਹੋਰ ਦੇਵਾਂਗੇ, ਜਿਵੇਂ ਆਹ ਸਾਲ ਹੋਰ ਦੇਣਗੇ। ਤਾਂ ਗ੍ਰਾਂਟਾਂ ਵੱਲੋਂ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਵੱਲੋਂ ਸਾਨੂੰ, ਸਰਕਾਰ ਵੱਲੋਂ ਸਾਨੂੰ ਇਸ ਚੀਜ਼ ਦੀ ਕੋਈ ਕਮੀ ਨਹੀਂ। ਚਲੋ ਪਰਿਵਾਰ ਹੁੰਦਾ, ਇੱਕ ਪਾਰਟੀ ਪਰਿਵਾਰ ਹੁੰਦੀ ਹੈ, ਐਮਪੀ ਸਾਹਿਬ ਤੱਕ ਚਲੋ ਗੁੱਸੇ ਗਿਲੇ ਸੀਗੇ ਸਾਨੂੰ ਤੇ ਹੈਗੇ ਵੀ ਨੇ, ਕਿਉਂਕਿ ਐਮਪੀ ਸਾਹਿਬ ਨੂੰ ਚਾਹੀਦਾ ਸੀਗਾ ਵੀ ਸਰਪੰਚਾਂ ਨਾਲ। ਲੋਕ ਜੋ ਕਹਿੰਦੇ ਨੇ ਕਿ ਉਹ ਸਿਰਫ ਵਿਆਹ ਸਮਾਗਮਾਂ ਤੇ ਜਾਣ ਜੋਗੇ ਹੀ ਨੇ, ਇਹ ਤੁਸੀਂ ਵੀ ਮੰਨਦੇ ਹੋ? ਵਿਆਹ ਸਮਾਗਮ ਨਾ ਸਾਡੇ ਹੁੰਦੇ ਆ ਜੀ, ਇੱਧਰ ਵੀ ਵਿਚਾਰੇ ਲੋਕ ਪਹੁੰਚ ਹੁੰਦੀ ਹੈ ਵੀ ਐਮਪੀ ਸਾਹਿਬ ਨੂੰ ਇੱਥੇ ਬੁਲਾ ਸਕਣ। ਮੈਂ ਕਰਵਾਇਆ ਸੀ ਕਬੱਡੀ ਕੱਪ, ਐਮਪੀ ਸਾਹਿਬ ਆਏ ਸੀ ਉੱਥੇ, ਬਿਲਕੁਲ ਆਏ ਸੀ, ਬਟ ਅਸੀਂ ਐਮਪੀ ਸਾਹਿਬ ਨੂੰ ਉਦੋਂ ਬੇਨਤੀ ਕੀਤੀ ਸੀ ਕਿ ਵੀ ਸਾਡੇ ਪਿੰਡ ਬੱਸ ਸਰਵਿਸ ਨਹੀਂ ਆਉਂਦੀ ਜੀ। ਮੇਰੇ ਇੱਥੇ ਤਕਰੀਬਨ ਆਲੇ ਦੁਆਲੇ 10 ਪਿੰਡਾਂ ਦੇ ਅਸੀਂ ਸਾਈਨ ਕਰਕੇ, ਮੇਰੇ ਕੋਲੇ ਵਿਦ ਪ੍ਰੂਫ ਆ ਬਈ ਐਮਪੀ ਸਾਹਿਬ ਨੂੰ ਅਸੀਂ ਦਿੱਤਾ ਸੀ ਕਬੱਡੀ ਕੱਪ ਤੇ ਲੈਟਰ ਹੈਡ, ਤੇ ਉਹੀ ਸਾਡੇ ਪਿੰਡ ਵਾਸੀਆਂ ਨੂੰ ਵੀ ਗੁੱਸਾ ਸੀਗਾ, ਤੇ ਮੈਨੂੰ ਪਿੰਡ ਨੇ ਚੁਣਿਆ ਜੀ, ਤੇ ਮੈਨੂੰ ਪਿੰਡ ਦੇ ਲੋਕਾਂ ਦੀ ਮੰਨਣੀ ਪੈਣੀ ਸੀ। ਤੁਸੀਂ ਉਹਨਾਂ ਨੂੰ ਮਨਾ ਕਰਤਾ ਨਹੀਂ ਆ ਸਕਦੇ? ਨਹੀਂ, ਮੈਂ ਉਹਨਾਂ ਨੂੰ ਕਿਹਾ ਸੀਗਾ ਜੀ, ਮੈਨੂੰ ਕਹਿੰਦੇ ਸੀ ਪ੍ਰੋਗਰਾਮ ਤੇ ਤੁਸੀਂ ਪਹੁੰਚੋ, ਨੂਰਪੁਰ ਪਹੁੰਚੋ, ਆਪਾਂ ਸਲਾਹ ਕਰਨੀ ਆ ਵੀ, ਮੈਂ ਕਿਹਾ ਸੀ ਮੈਂ ਸੌਰੀ ਜੀ, ਮੈਂ ਇੱਥੇ ਹੈ ਵੀ ਨਹੀਂ ਸੀ, ਤੇ ਮਤਲਬ ਮੇਰਾ ਮਨ ਵੀ ਨਹੀਂ ਮੰਨਿਆ, ਕਿਉਂਕਿ ਲੋਕਾਂ ਨੇ ਮੈਨੂੰ ਚੁਣਿਆ, ਤੇ ਮੈਂ ਅਗਰ ਲੋਕਾਂ ਦੇ ਖਿਲਾਫ ਜਾਵਾਂ ਤਾਂ ਫਿਰ ਮੇਰੇ ਤੋਂ ਵੱਡਾ ਬੇਵਕੂਫ ਇਨਸਾਨ ਨਹੀਂ ਕੋਈ ਹੋ ਸਕਦਾ। ਤੇ ਉੱਪਰੋਂ ਆਰਡਰ ਨਹੀਂ ਆਉਂਦੇ ਕਿ ਇਸ ਤਰ੍ਹਾਂ ਮੈਂਬਰ ਪਾਰਲੀਮੈਂਟ ਦੇ ਨਾਲ ਇਹ ਸਲੂਕ ਨਹੀਂ ਕਰਨਾ? ਦੇਖੋ ਅਸੀਂ ਕਾਂਗਰਸ ਦੇ ਨਾਲ ਸਪੋਰਟ ਕਰਦੇ ਹਾਂ ਜੀ, ਨਾਟ ਜੇ ਗੁਲਾਮ ਨਹੀਂ ਹੈਗੇ। ਹਾਂ, ਗੁਲਾਮ ਨਹੀਂ, ਇੰਡੀਪੈਂਡੈਂਟ ਹਾਂ ਜੀ ਅਸੀਂ, ਆਪਦੇ ਚੋਣ ਨਿਸ਼ਾਨਾਂ ਦੇ ਉੱਤੇ ਇਲੈਕਸ਼ਨ, ਸਰਪੰਚ ਨੂੰ ਇੰਡੀਪੈਂਡੈਂਟ ਰਹਿਣਾ ਚਾਹੀਦਾ ਜੀ, ਕਿਉਂਕਿ ਅਸੀਂ ਆਪਦੇ ਚੋਣ ਨਿਸ਼ਾਨ ਲੈ ਕੇ ਉਹਨਾਂ ਤੇ ਇਲੈਕਸ਼ਨ ਲੜਦੇ ਹਾਂ। ਕਿਉਂਕਿ ਇਸ ਚੋਣ ਨਿਸ਼ਾਨ ਦੇ ਸਿਰ ਤੇ ਬੜੇ ਸਰਪੰਚ ਅਜਿਹੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਸਿਰ ਤੇ ਗੁੰਡਾਗਰਦੀ ਕਰਦੇ ਦਿਖਾਈ ਦਿੱਤੇ ਨੇ, ਸੁਣਾਈ ਦਿੱਤੇ ਨੇ, ਬਥੇਰਿਆਂ ਨੇ ਬਥੇਰੇ ਕਾਂਡ ਕੀਤੇ ਹੋਏ ਨੇ ਜਿਹੜੇ ਸੁਰਖੀਆਂ ਦਾ ਵਿਸ਼ਾ ਬਣਦੇ ਰਹੇ ਨੇ। ਦੇਖੋ ਜੀ, ਬਣਦੇ ਹੋਣਗੇ, ਪੰਜਾਬ ਦੇ ਵਿੱਚ ਪੰਜੇ ਉਂਗਲਾਂ ਇੱਕੋ ਨਹੀਂ ਹੁੰਦੀਆਂ, ਬਟ ਮੇਰੇ ਪਿੰਡ ਤੋਂ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਚੈਕਿੰਗ ਕਰ ਸਕਦੇ ਹੋ ਵੀ ਮੈਂ ਆਪਦੇ ਮੂੰਹੋਂ ਨਹੀਂ ਕਹਿੰਦਾ, ਮੈਂ ਅੱਜ ਤੱਕ ਨਾ ਆਪਦੇ ਪਿੰਡ ਦੇ ਬੰਦੇ ਨੂੰ ਛਡਾਉਣ ਲਈ, ਚਾਹੇ ਜਾਇਜ਼ ਆ ਜੋ ਮਰਜ਼ੀ ਲੜਾਈ ਝਗੜੇ ਹੁੰਦੇ ਆ, ਕਦੇ ਕਿਸੇ ਦਾ ਰੁਪਈਆ ਲੱਗਣ ਦਿੱਤਾ ਹੋਵੇ, ਕਦੇ ਕਿਸੇ ਮੁਲਾਜ਼ਮ ਨੂੰ ਮੇਰੇ ਪਿੰਡ ਦੇ ਨੇ ਰੁਪਈਆ ਦਿੱਤਾ ਹੋਵੇ ਵੀ ਸਰਪੰਚ ਕਹਿ ਰਿਹਾ, ਨਹੀਂ ਤਾਂ ਮੋਸਟਲੀ ਚੀਜ਼ਾਂ ਹੁੰਦੀਆਂ ਸਰਪੰਚ ਪੈਸੇ ਦੇ ਕੇ ਸਮਝੌਤੇ ਕਰਵਾਉਂਦੇ ਨੇ। ਅਸੀਂ ਇਹ ਚੀਜ਼ ਨੂੰ ਬਿਲਕੁਲ, ਇਹ ਕਲਚਰ ਖਤਮ ਕੀਤਾ ਜੀ, ਕਿਉਂਕਿ ਇਸ ਪੁਲਿਸ ਜਾਂ ਕੋਈ ਵੀ ਸਰਕਾਰੀ ਅਫਸਰ ਨੇ ਲੋਕਾਂ ਦੀ ਸੇਵਾ ਤੇ ਸਹੂਲਤਾਂ ਲਈ ਨੇ, ਅਗਰ ਇਹੀ ਸਾਡੇ ਤੋਂ ਪੈਸੇ ਮੰਗਣਗੇ ਤਾਂ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਤੁਹਾਡੇ ਪਿੰਡ ਦੇ ਵਿੱਚ ਇੱਕ ਵੀ ਗਰਾਊਂਡ ਨਹੀਂ ਹੈਗਾ, ਇਹ ਵੀ ਬੜੀ ਅਫਸੋਸ ਦੀ ਗੱਲ ਹੈ, ਬੜੀ ਵੱਡੀ ਇਤਰਾਜ਼ ਦੀ ਹੈ ਕਿ ਪਿੰਡ ਦੇ ਵਿੱਚ ਨੌਜਵਾਨਾਂ ਵਾਸਤੇ ਕੋਈ ਖੇਡ ਗਰਾਊਂਡ ਤਾਂ ਹੋਣਾ ਹੀ ਚਾਹੀਦਾ। ਨੌਜਵਾਨਾਂ ਵਾਸਤੇ ਬਿਲਕੁਲ ਖੇਡ ਗਰਾਊਂਡ ਹੋਣਾ ਚਾਹੀਦਾ, ਉਹ ਵੀ ਅਸੀਂ ਐਮਪੀ ਸਾਹਿਬ ਨੂੰ ਉਦੋਂ ਬੇਨਤੀ ਕੀਤੀ ਸੀ, ਉਦੋਂ ਮੈਂ ਉਹਨਾਂ ਨੂੰ ਗਰਾਊਂਡ ਲੈਵਲ ਤੇ ਆ ਕੇ ਅਸੀਂ ਕਬੱਡੀ ਕੱਪ ਆਪਦੇ ਤੌਰ ਤੇ ਕਰਵਾਇਆ ਸੀ 2018 ਦੇ ਵਿੱਚ 12 ਮਾਰਚ ਨੂੰ। ਅਸੀਂ ਉਹਨਾਂ ਨੂੰ ਦੱਸਿਆ ਸੀ ਵੀ ਇੱਥੇ ਹੈ ਨਹੀਂ ਜੀ, ਕਿ ਸਾਡੇ ਗਰਾਊਂਡ ਨਹੀਂ ਹੈਗਾ, ਤਾਂ ਉਹਨਾਂ ਨੇ ਵੀ ਉਦੋਂ ਕਿਹਾ ਸੀਗਾ ਵੀ ਚਲੋ ਮੈਂ ਕੋਸ਼ਿਸ਼ ਕਰੂੰਗਾ ਵੱਧ ਤੋਂ ਵੱਧ ਨਾ, ਤੇ ਚਲੋ ਨਹੀਂ ਹੋਇਆ, ਮੈਨੂੰ ਨਹੀਂ ਪਤਾ ਕਿਉਂ ਹੋਇਆ, ਨਾ ਅਸੀਂ ਉਹ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹ ਵੀ ਚੁਣੇ ਨੁਮਾਇੰਦੇ ਨੇ, ਉਹਨਾਂ ਨੂੰ ਵੀ ਚਾਹੀਦਾ ਸੀ ਵੀ ਜੇ ਸਾਨੂੰ ਇੱਕ ਵਾਰੀ ਪੁਕਾਰ ਕੀਤੀ ਹੈ ਤਾਂ ਅਸੀਂ ਸੁਣ ਕੇ ਉਸ ਨੂੰ ਬੇਨਤੀ ਸਵੀਕਾਰ ਕਰੀਏ। ਬਟ ਸਾਡੇ ਐਮਐਲਏ ਸਾਹਿਬ ਸਾਡਾ ਬਹੁਤ ਸਹਿਯੋਗ ਕਰਦੇ ਨੇ, ਨੋ ਡਾਊਟ ਉਹਨਾਂ ਨੇ ਮੈਨੂੰ ਬਹੁਤ ਆਸ਼ੀਰਵਾਦ ਦਿੱਤਾ ਵਾ, ਨਹੀਂ ਤਾਂ ਅੱਜ ਕੱਲ੍ਹ ਅਗਲਾ ਇਹ ਵੀ ਕਹਿ ਸਕਦਾ ਸੀ ਵੀ ਕੱਲ੍ਹ ਦਾ ਜਵਾਕ ਆ, ਤੇ ਮੈਂ ਇੱਕ DCIS ਰਹਿ ਚੁੱਕਾ ਵਾਂ ਤੇ MLA ਬਣ ਚੁੱਕਾ, ਮੈਂ ਕਿਉਂ? ਉਹਨਾਂ ਨੇ ਮੇਰੀ ਬਾਹ ਫੜ ਕੇ ਬਿਲਕੁਲ ਆਪਦੇ ਸਾਨੂੰ ਨਾਲ ਤੋਰਿਆ, ਸਾਡਾ ਹਮੇਸ਼ਾ ਸਾਡੇ ਦੁੱਖ ਸੁੱਖ ਦੇ ਵਿੱਚ ਸਾਡੇ ਸਾਥੀ ਨੇ। ਮੇਰਾ ਜਦੋਂ ਵੀ ਕੋਈ ਮੈਂ ਫੋਨ ਤੇ ਕੰਮ ਕਰਾਂ, ਮੇਰੇ ਗਰਾਊਂਡ ਕਦੋਂ ਬਣੇਗਾ? ਗਰਾਊਂਡ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਵੀ ਉਹਨਾਂ ਕੋਲੇ ਅਸੀਂ ਬੇਨਤੀ ਕੀਤੀ ਆ, ਉਹ ਦਸੰਬਰ ਦੇ ਤੱਕ ਮੈਨੂੰ ਉਮੀਦ ਆ ਵੀ ਸਾਡਾ ਬਹੁਤ ਵਧੀਆ ਇੱਕ ਗਰਾਊਂਡ ਪਾਰਕ ਲੈਵਲ ਦਾ ਬਣ ਕੇ ਤਿਆਰ ਹੋਵੇ। ਨੌਜਵਾਨਾਂ ਨੂੰ ਜੇ ਖੇਡਣ ਲਈ ਕੋਈ ਗਰਾਊਂਡ ਹੀ ਨਹੀਂ ਮਿਲਣਾ, ਜੇ ਨੌਜਵਾਨਾਂ ਨੂੰ ਨਸ਼ਾ ਇੰਨੀ ਆਸਾਨੀ ਦੇ ਨਾਲ ਮਿਲ ਜਾਣਾ, ਤਾਂ ਫਿਰ ਤਾਂ ਨੌਜਵਾਨ ਉਸੇ ਪਾਸੇ ਜਾਣਗੇ। ਬਿਲਕੁਲ ਜੀ, ਬਿਲਕੁਲ। ਇਸ ਚੀਜ਼ ਲਈ ਮੈਂ ਤੁਹਾਨੂੰ ਵੀ ਗਲਤ ਨਹੀਂ ਕਹਿ ਸਕਦਾ। ਅਗਰ ਕਿਸੇ ਨੂੰ
ਕੋਈ ਪਲੇਟਫਾਰਮ ਨਹੀਂ ਦੇਖੂਗਾ, ਅਗਲਾ ਘਰ 'ਚ ਬੈਠੂਗਾ ਤੇ ਕੋਈ ਗਲਤ ਸੋਚਾਂ ਹੀ ਸੋਚੂਗਾ ਦਿਮਾਗ 'ਚ। ਖਾਲੀ ਦਿਮਾਗ ਤੇ ਸ਼ੈਤਾਨ ਦਾ ਘਰ ਹਾਂ, ਖਾਲੀ ਦਿਮਾਗ ਤਾਂ ਸ਼ੈਤਾਨ ਦਾ ਘਰ ਆ। ਬੱਚੇ ਗਰਾਊਂਡ 'ਚ ਆਉਣਗੇ, ਖੇਡਣਗੇ, ਵਧੀਆ ਸੇਧ ਮਿਲੂਗੀ। ਤਾਂ ਮੈਂ ਉਮੀਦ ਆ ਮੈਨੂੰ ਵੀ ਮੈਂ ਦਸੰਬਰ ਤੱਕ ਇਸ ਚੀਜ਼ ਨੂੰ ਆਪਦੇ ਵਾਅਦੇ ਨੂੰ ਪੂਰਾ ਕਰੂੰਗਾ, ਕਿਉਂਕਿ ਮੈਂ ਪਿੰਡ ਨੂੰ ਵਾਅਦਾ ਕੀਤਾ ਮੈਂ ਪਿੰਡ ਨੂੰ ਗਰਾਊਂਡ ਦਊਂਗਾ। ਕਦੋਂ ਤੱਕ? ਦਸੰਬਰ ਤੱਕ? ਦਸੰਬਰ ਜਨਵਰੀ ਤੱਕ ਮੈਂ ਗਰਾਊਂਡ ਦੇ ਦੂੰਗਾ। ਆਹੀ ਸਰਕਾਰ ਦੇ ਵਿੱਚ ਪਿੰਡ ਨੂੰ ਗਰਾਊਂਡ ਦੇ ਦਾਂਗੇ। ਸਰਪੰਚੀ ਸਾਂਭਣ ਤੋਂ ਪਹਿਲਾਂ ਕਿਹੜੀਆਂ ਕਮੀਆਂ ਦੇਖੀਆਂ ਸੀਗੀਆਂ, ਜਾਂ ਕਿਸੇ ਨੇ ਟੰਗਾ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ 21 ਸਾਲ ਦੀ ਉਮਰ ਹੈ, ਕੀ ਕਰ ਲੇਗਾ ਤੂੰ, ਪਿੰਡ ਨੂੰ ਕਿਵੇਂ ਸਾਂਭ ਲੇਗਾ? ਬੜੇ ਸਾਡੇ ਇੱਥੇ ਕਾਂਗਰਸ ਦੇ ਵੀ ਇਹੋ ਜਿਹੇ ਕੋਈ ਜਿਹੜੇ ਸਾਡੇ ਪਿੰਡਾਂ 'ਚ ਵਿਚਰਨ ਵਾਲੇ ਅਹੁਦੇਦਾਰ ਸੀਗੇ, ਜਿਹੜੇ ਜਾ ਕੇ ਸਾਡੇ ਐਮਐਲਏ ਸਾਹਿਬ ਨੂੰ, ਐਮਪੀ ਸਾਹਿਬ ਨੂੰ ਕਹਿੰਦੇ ਸੀ ਜੀ ਕੱਲ ਦਾ ਜਵਾਕ ਆ, 40 ਕਿਲੋ ਭਾਰ ਦਾ ਜਵਾਕ ਦੱਸਦੇ ਸੀ ਮੈਨੂੰ। ਤੇ ਪਰ ਪਰਮਾਤਮਾ ਹੁੰਦਾ ਜੀ, ਬੰਦੇ ਦੇ ਸਿਰ ਤੇ ਹੱਥ ਰੱਖਣ ਵਾਲਾ ਬੰਦਾ ਕੁਝ ਨਹੀਂ ਕਰ ਸਕਦਾ। ਲੋਕਾਂ ਨੇ ਆਸ਼ੀਰਵਾਦ ਦਿੱਤਾ ਤੇ ਅੱਜ ਉਹੀ 40 ਕਿਲੋ ਭਾਰ ਵਾਲਾ ਸਰਪੰਚ ਪਿੰਡ ਦੇ ਵਿੱਚ ਸਭ ਤੋਂ ਵੱਧ ਵਿਕਾਸ ਕਾਰਜ ਕਰਵਾ ਰਿਹਾ ਸੀ। ਤੁਸੀਂ ਆਪਦੇ ਨਾਲ ਦੇ ਪਿੰਡਾਂ 'ਚ ਜਾ ਕੇ ਪਤਾ ਕਰ ਸਕਦੇ ਹੋ। ਪਰ 6 ਪਿੰਡ ਲੱਗਦੇ ਨੇ ਇੱਥੇ, ਜਿਹੜੀ ਡਿਸਪੈਂਸਰੀ ਬਣੀ ਹੋਈ ਹੈ ਸਰਕਾਰੀ, ਤੁਹਾਨੂੰ ਲੱਗਦਾ ਨਹੀਂ ਕਿ ਉਹ ਕਾਫੀ ਨਹੀਂ ਹੈਗੀ ਲੋਕਾਂ ਦੇ ਲਈ? ਸਿਹਤ ਬਹੁਤ ਜ਼ਰੂਰੀ ਹੈ। ਕਰੋਨਾ ਨੇ ਸਾਨੂੰ ਇਸ ਗੱਲ ਦਾ ਅਹਿਸਾਸ ਕਰਾ ਦਿੱਤਾ ਕਿ ਡਾਕਟਰ, ਹਸਪਤਾਲ, ਡਿਸਪੈਂਸਰੀਆਂ ਕਿੰਨੀਆਂ ਜ਼ਰੂਰੀ ਸੀਗੀਆਂ। ਬਹੁਤ ਜ਼ਰੂਰੀ ਸੀਗੀਆਂ ਜੀ। ਮੈਂ ਚਾਹੁੰਦਾ ਵੀ ਇਸ ਚੀਜ਼ ਦੇ ਵਿੱਚ ਸਰਕਾਰ ਨੂੰ ਵੀ ਬਹੁਤ ਧਿਆਨ ਦੇਣਾ ਚਾਹੀਦਾ ਸੀਗਾ, ਵੀ ਦਿੱਤਾ ਵੀ ਹੈ ਸਰਕਾਰ ਨੇ ਜਿੰਨਾ ਵੀ, ਪਰ ਇਹਨੂੰ ਪਹਿਲਾਂ ਹੀ ਤਿਆਰੀ ਚਾਹੀਦੀ ਸੀ ਇਹਨਾਂ ਚੀਜ਼ਾਂ ਦੀ। ਬਟ ਮੈਂ ਆਪਦੇ ਪਿੰਡ ਕੀ ਕੀਤਾ ਹੋਇਆ, ਅਗਰ 6 ਪਿੰਡਾਂ ਨੂੰ ਲੱਗਦੀ ਆ ਤਾਂ ਮੇਰੇ ਪਿੰਡ ਦੇ ਵਿੱਚ ਡੇਲੀ 2 ਘੰਟੇ ਨਾਲ ਦੇ ਪਿੰਡਾਂ ਦੇ ਵਿੱਚ ਜਾ ਕੇ, ਜਿਹੜੇ ਸਾਡੇ ਇੱਥੇ ਆਸ਼ਾ ਵਰਕਰ ਨੇ, ਏਐਨਐਮ ਨੇ, ਜਾ ਕੇ ਪਿੰਡਾਂ 'ਚ ਗੇੜਾ ਕੱਢ ਕੇ ਆਉਂਦੇ ਨੇ। ਕਿਸੇ ਨੂੰ ਕੋਈ ਦੁੱਖ ਤਕਲੀਫ ਆ, ਜਿਵੇਂ ਲਾਈਕ ਫਤਿਹ ਕਿੱਟਾਂ ਵੰਡੀਆਂ ਗਈਆਂ ਸਰਕਾਰ ਵੱਲੋਂ, ਤਾਂ ਜ਼ਰੂਰ ਪ੍ਰੋਵਾਈਡ ਕਰਵਾਈਆਂ ਗਈਆਂ ਨੇ। ਅਸੀਂ 2 ਘੰਟੇ ਡੇਲੀ ਸਾਡੇ ਨਾਲ ਦੇ ਪਿੰਡਾਂ 'ਚ ਕੱਢ ਕੇ ਆਉਂਦੇ। ਹਾਂ, ਹੋਣਾ ਚਾਹੀਦਾ, ਪਰ ਮੈਂ ਇਹ ਚੀਜ਼ ਚਾਹੁੰਦਾ ਵੀ ਉੱਥੋਂ ਦੇ ਸਰਪੰਚਾਂ ਨੂੰ ਵੀ ਚਾਹੀਦਾ ਵੀ ਆਪਦੇ, ਉਹਨਾਂ ਕੋਲੇ ਬੜੇ ਅਧਿਕਾਰ ਨੇ, ਆਪਦੇ ਲੈਟਰ ਹੈਡਾਂ ਤੇ ਪੰਚਾਇਤਾਂ ਮੰਗ ਪੱਤਰ ਦੇਣ। ਅਗਰ ਮੰਗ ਪੱਤਰ ਹੀ ਨਹੀਂ ਦੇਵਾਂਗੇ, ਕਿਸੇ ਨੂੰ ਦੁੱਖ ਤਕਲੀਫ ਦੱਸਾਂਗੇ ਨਹੀਂ, ਅਗਲਾ ਹੱਲ ਕਿੱਦਾਂ ਕਰੂ? ਇੱਕ ਸਾਡੀ ਬਠਿੰਡਾ ਦੀ ਧੀ ਹੈ ਜਿਹੜੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਹੈ, ਇੱਕ ਤੁਸੀਂ ਹੋ ਜਿਹੜੇ ਖਹਿਰਾ ਬੇਟ ਦੇ ਸਰਪੰਚ ਹੋ, 21 ਸਾਲ ਦੀ ਉਮਰ 'ਚ ਸਰਪੰਚੀ ਸਾਂਭੀ ਸੀ, ਵਿਕਾਸ ਕਾਰਜਾਂ ਬਾਰੇ ਦੱਸ ਰਹੇ ਹੋ। ਇਹ ਜਿਹੜਾ ਪਿੱਛੇ ਕੰਮ ਚੱਲ ਰਿਹਾ ਸਰਕਾਰੀ ਸਕੂਲ, ਇਹ ਵੀ ਵਿਕਾਸ ਕਾਰਜਾਂ 'ਚੋਂ ਇੱਕ ਕੰਮ ਹੈ ਜਿਹੜਾ ਤੁਸੀਂ ਕਰਵਾ ਰਹੇ ਹੋ? ਇਹ ਵਿਕਾਸ ਕਾਰਜਾਂ 'ਚੋਂ ਇੱਕ ਬਾਜੀ, ਜਿਹੜੇ ਤੁਸੀਂ ਆ ਦੇਖ ਰਹੇ ਹੋ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਖਹਿਰਾ ਬੇਟ ਬਲਾਕ ਮੰਗੜ ਦਾ ਸਾਡਾ ਸਕੂਲ ਸੀ। ਇਹਦੀ ਬਿਲਡਿੰਗ ਵੀ ਭੱਦੀ ਹੋ ਚੁੱਕੀ ਸੀਗੀ, ਕਿਉਂਕਿ ਇੱਥੋਂ ਹੀ ਵੋਟਾਂ ਪੈ ਕੇ ਜਿੱਤ ਕੇ ਐਮਪੀ, ਐਮਐਲਏ, ਸਰਪੰਚ ਇੱਥੋਂ ਹੀ ਬਣਦੇ ਨੇ। ਇਹੀ ਸਕੂਲਾਂ ਦੇ ਵਿੱਚ ਬੂਥ ਬਣਾਏ ਜਾਂਦੇ ਨੇ ਜਿੱਥੇ ਵੋਟਾਂ ਪੈਂਦੀਆਂ। ਇਹਨਾਂ ਨੂੰ ਹੀ ਸਭ ਤੋਂ ਵੱਧ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਬਟ ਅਸੀਂ ਸਰਪੰਚ ਬਣਦੇ ਸਾਰ 2 ਮਹੀਨਿਆਂ ਦੇ ਬਾਅਦ ਇਹਨੂੰ ਰੰਗ ਕਰਵਾ ਕੇ ਕਬੱਡੀ ਕੱਪ ਦਾ ਕੈਂਸਲ ਕਰਕੇ, ਕਬੱਡੀ ਕੱਪ ਦੇ ਸਾਰੇ ਪੈਸੇ ਇੱਥੇ ਕੀਤੇ, ਸਰਕਾਰ ਦੀ ਹੈਲਪ ਹੋਈ ਤੇ ਇਹਨੂੰ ਵਧੀਆ ਤਰ੍ਹਾਂ ਪੇਂਟ ਕਰਵਾ ਕੇ ਰੰਗ ਕਰਵਾਇਆ ਗਿਆ। ਫਿਰ ਉਸ ਤੋਂ ਬਾਅਦ ਹੁਣ ਉੱਥੇ ਤੁਸੀਂ ਦੇਖ ਰਹੇ ਹੋ ਜਿਵੇਂ ਕੰਮ ਚੱਲ ਰਿਹਾ ਵਾ, ਬੱਚਿਆਂ ਲਈ ਜੋ ਮਿਡ ਡੇ ਮੀਲ ਖਾਣਾ ਬਣਦਾ, ਉਸ ਲਈ ਅਸੀਂ ਰਸੋਈ ਕਿਚਨ ਵਧੀਆ ਤਰ੍ਹਾਂ ਤਿਆਰ ਕਰਵਾ ਰਹੇ ਹਾਂ, ਬੱਚਿਆਂ ਨੂੰ ਸਾਫ਼ ਸੁਥਰਾ ਖਾਣਾ ਮਿਲ ਸਕੇ। ਠੀਕ ਹੈ। ਬੱਚਿਆਂ ਲਈ ਹੋਰ ਕੀ ਸਹੂਲਤਾਂ ਨੇ? ਬੱਚਿਆਂ ਲਈ ਜੀ ਤੁਸੀਂ ਪਿੱਛੇ ਦੇਖ ਸਕਦੇ ਹੋ, ਕਿ ਇੱਥੇ ਵੀ ਦੇਖ ਰਹੇ ਹਾਂ ਪਾਰਕ ਨਹੀਂ ਬਣੇ ਹੋਏ ਆ। ਤੁਸੀਂ ਦੇਖ ਰਹੇ ਹੋ, ਬਿਲਕੁਲ ਤੁਸੀਂ ਦੇਖ ਰਹੇ ਹੋ, ਇੰਟਰਲੌਕ ਆ ਚੁੱਕੀ ਆ ਜੀ। ਤੇ ਮੈਨੂੰ ਉਮੀਦ ਆ ਬੁੱਧ ਜਾਂ ਵੀਰਵਾਰ ਨੂੰ ਇਹਦਾ ਅਸੀਂ ਪਾਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਊਗਾ। ਪਾਰਕ ਪਾਸ ਹੋ ਚੁੱਕੀ ਹੈ ਜੀ। ਇੱਥੇ ਬਹੁਤ ਸ਼ਾਨਦਾਰ ਪਾਰਕ ਬਣੂਗੀ, ਵੀ ਲੋਕ ਵਾਕਈ ਦੇਖਣਗੇ ਵੀ ਖਹਿਰਾ ਬੇਟ ਸਕੂਲ ਦੇ ਵਿੱਚ ਪਾਰਕ ਬਣੀ ਹੋਈ ਹੈ ਜੀ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਸਕੂਲ ਜੋ ਕਿ 1947 ਦੇ ਵੇਲੇ ਦਾ ਬਣਿਆ ਹੋਇਆ, ਪਰ ਇਸ ਦੀ ਮੁਰੰਮਤ ਨੂੰ ਲੈ ਕੇ ਕਦੇ ਵੀ ਵਿਚਾਰ ਨਹੀਂ ਕੀਤਾ ਗਿਆ। ਬਥੇਰੇ ਸਰਪੰਚ ਆਏ ਹੋਣਗੇ, ਪਾਰਟੀਆਂ ਦੇ ਬਥੇਰੇ ਗਏ ਹੋਣਗੇ, ਪਰ ਕਿਸੇ ਨੇ ਸਿੱਖਿਆ ਵੱਲ, ਸਿਹਤ ਵੱਲ ਧਿਆਨ ਨਹੀਂ ਦਿੱਤਾ। ਤਾਂ ਜੇਕਰ ਤੁਸੀਂ ਦੇ ਰਹੇ ਹੋ ਤੇ ਇਹ ਚੀਜ਼ਾਂ ਅਪਗ੍ਰੇਡ ਹੋ ਰਹੀਆਂ ਨੇ ਤਾਂ ਬਹੁਤ ਸੋਹਣੀ ਗੱਲ ਹੈ। ਮੈਂ ਕਹਿੰਦਾ ਜੀ, ਮੈਨੂੰ ਤਾਂ ਕਿਤੇ ਕਿਤੇ ਤੁਸੀਂ ਯਕੀਨ ਮੰਨਿਓ, ਇੱਥੋਂ ਤੱਕ ਵੀ ਲੱਗਦਾ ਵੀ ਸਰਕਾਰਾਂ ਨੇ ਕਰੋਨਾ ਕਾਲ 'ਚ ਜਿਹੜੇ ਸਕੂਲ ਬੰਦ ਕੀਤੇ ਨੇ, ਬਾਕੀ ਚੀਜ਼ਾਂ ਖੁੱਲੀਆਂ ਨੇ। ਮੈਂ ਬੇਨਤੀ ਕਰਨਾ ਚਾਹੁੰਦਾ, ਇਹ ਕਿਸੇ ਲਈ ਇਹ ਨਹੀਂ ਵੀ ਮੈਂ ਕਿਸੇ ਨਾਲ ਮੇਰੀ ਕੋਈ ਰੰਜਿਸ਼ ਆ। ਮੈਨੂੰ ਲੱਗਦਾ ਵੀ ਬੱਚਿਆਂ ਦੇ 2-2 ਸਾਲ ਦਿਮਾਗ ਪਿੱਛੇ ਪੈ ਚੁੱਕੇ ਨੇ। ਬੱਚੇ ਫੋਨਾਂ 'ਚੋਂ ਨਹੀਂ ਨਿਕਲ ਰਹੇ। ਫੋਨਾਂ ਦੇ ਉੱਤੇ ਸਟੱਡੀ ਕਰਦੇ ਜ਼ਰੂਰ ਨੇ, ਬਟ ਉੱਥੇ ਉਹ ਗਲਤ ਪਾਸੇ ਵੀ ਬਹੁਤ ਦਿਮਾਗ ਲੈ ਕੇ ਜਾ ਰਹੇ ਨੇ। ਤਾਂ ਉਹ ਬੱਚਿਆਂ ਦੇ ਦਿਮਾਗ ਹੀ ਨਹੀਂ ਡਿਵੈਲਪ ਹੋ ਰਹੇ ਜੀ। ਬੱਚਿਆਂ ਨੂੰ ਘਰੇ ਬਹਿ ਕੇ ਸਿੱਖਿਆ ਨਹੀਂ ਮਿਲ ਰਹੀ ਕੋਈ। ਫੋਨਾਂ ਦੇ ਉੱਤੇ ਤੁਸੀਂ ਕੀ ਸਟੱਡੀ ਕਰ ਲਓਗੇ? ਮੈਂ ਨਹੀਂ ਮੰਨਦਾ ਵੀ ਬੱਚੇ ਸਕੂਲ ਤੋਂ ਬਿਨਾਂ ਸਟੱਡੀ ਕਰਦੇ ਆ। ਜੇ ਬਾਕੀ ਕੰਮਕਾਰ ਤੁਸੀਂ 2-2 4-4 ਘੰਟੇ ਖੋਲਿਆ, ਮੇਰੀ ਬੇਨਤੀ ਆ ਸਰਕਾਰ ਮੂਰੇ ਵੀ ਸਕੂਲ ਵੀ ਖੋਲਣੇ ਚਾਹੀਦੇ ਆ। ਅਕਸਰ ਅਸੀਂ ਇਹ ਸ਼ਿਕਾਇਤ ਕਰਦੇ ਹਾਂ ਕਿ ਜਿਹੜੇ ਸਾਡੇ ਲੀਡਰ ਨੇ, ਸਾਡੇ ਚਾਹੇ ਉਹ ਕੌਂਸਲਰ ਹੀ ਹੋਣ, ਚਾਹੇ ਮੰਤਰੀ ਹੋਣ, ਚਾਹੇ ਸਰਪੰਚ ਹੋਣ, ਇਹ ਆਪ ਪੜ੍ਹੇ ਲਿਖੇ ਨਹੀਂ ਹੁੰਦੇ। ਤਾਂ ਜੇ ਆਪ ਪੜ੍ਹੇ ਲਿਖੇ ਨਹੀਂ ਹੈਗੇ ਤਾਂ ਸਮਾਜ ਨੂੰ ਕਿਵੇਂ ਵਿਕਾਸ, ਸਮਾਜ ਦੇ ਵਿਕਾਸ ਦੀ ਗੱਲ ਕਿਵੇਂ ਕਰਨਗੇ? ਤਾਂ ਤੁਹਾਡੀ ਕੁਆਲੀਫਿਕੇਸ਼ਨ ਵੀ ਅਸੀਂ ਜਾਣਨਾ ਚਾਹੁੰਦੇ ਹਾਂ। ਕੁਆਲੀਫਿਕੇਸ਼ਨ ਮੇਰੀ ਬੇਨਤੀ ਇਸ ਤਰੀਕੇ ਆ ਸਾਰਿਆਂ ਨੂੰ, ਵੀ ਜ਼ਰੂਰੀ ਨਹੀਂ ਹੁੰਦਾ ਵੀ ਪੜ੍ਹਾਈ ਲਿਖਾਈ ਸਾਰਾ ਕੁਝ ਹੋਵੇ। ਇੱਥੇ ਮੈਂ ਤੁਹਾਨੂੰ ਉਦਾਹਰਨਾਂ ਦੇ ਸਕਦਾ ਵੀ 8 ਪਾਸ ਕਈ ਵਾਰੀ ਐਮਐਲਏ ਜ਼ਰੂਰ ਬਣ ਜਾਂਦੇ ਨੇ, ਬਟ ਇਹ ਹੋ ਜਾਂਦਾ ਹੁੰਦਾ ਵੀ ਕੰਮ ਸਭ ਤੋਂ ਜ਼ਿਆਦਾ ਉਹ ਕਰਵਾ ਜਾਂਦੇ ਨੇ। ਮੈਂ ਤੁਹਾਨੂੰ ਉਦਾਹਰਨਾਂ ਪੇਸ਼ ਕਰ ਸਕਦਾ। ਇੱਥੇ ਇਹੀ ਪਿੰਡ ਦੇ ਵਿੱਚ ਸਾਡੇ
ਇੱਥੇ ਕਾਉਂਸਲਰ ਬਣੇ ਨੇ ਸਾਡੇ ਪਿੰਡ ਦੇ ਹੀ ਨੇ, ਜਤਿੰਦਰਪਾਲ ਰਾਣਾ ਜੀ, ਜੋ ਜਗਰਾਉਂ ਦੇ ਜੱਦੀ ਪਿੰਡ ਉਹਨਾਂ ਦਾ ਇਹ ਆ, ਪ੍ਰਧਾਨ ਨੇ ਨਗਰ ਮਿਊਨਿਸਪਲ ਕਮੇਟੀ ਦੇ। ਸਟੱਡੀ ਵਾਈਜ਼ ਚਾਹੇ ਉਹ ਘੱਟ ਹੋਣ ਬਟ ਨੌਲੇਜ ਇਸ ਤਰੀਕੇ ਨਾਲ ਰੱਖਦੇ ਨੇ ਬਈ ਦੂਜੇ ਬੰਦੇ ਨੂੰ ਕਿਸੇ ਕੰਮ ਦੀ ਤਕਨੀਕ ਆ ਜਾਂ ਮੈਨੂੰ ਆਪ ਉਹ ਕਹਿ ਦਿੰਦੇ ਹੁੰਦੇ ਆ ਵੀ ਜਿੰਨੀ ਇਹਨਾਂ ਨੂੰ ਵਾਕਈ ਪਤਾ ਵਾ। ਇੰਜੀਨੀਅਰ ਮੈਂ ਖੁਦ ਦੇਖਿਆ ਵੀ ਤੁਹਾਨੂੰ ਵਾਕਈ ਇਸ ਚੀਜ਼ਾਂ ਦਾ ਪਤਾ, ਤਾਂ ਤਜਰਬਾ ਮਾਇਨੇ ਰਖਾਉਂਦਾ ਜੀ। ਤੁਸੀਂ ਲੋਕਾਂ 'ਚ ਜਦੋਂ ਵਿਚਰਦੇ ਹੋ ਤਾਂ ਤੁਹਾਨੂੰ ਤਜਰਬਾ ਆਉਂਦਾ, ਕਿਉਂਕਿ ਬੜੀ ਵਧੀਆ ਕਿਸੇ ਨੇ ਗੱਲ ਲਿਖੀ ਆ ਵੀ ਕਾਲਜਾਂ 'ਚ ਜ਼ਰੂਰ ਮਿਲਦੀਆਂ ਹੋਣਗੀਆਂ ਡਿਗਰੀਆਂ ਪਰ ਤਜਰਬੇ ਤਾਂ ਮਹਿਫਲਾਂ 'ਚ ਬਹਿ ਕੇ ਹੀ ਮਿਲਦੇ ਨੇ। ਜਦੋਂ ਤੁਸੀਂ ਭਾਂਤ ਦੇ ਠੋਕਰਾਂ ਖਾਂਦੇ ਹੋ, ਲੋਕਾਂ 'ਚ ਜਾਂਦੇ ਹੋ ਤਾਂ ਤਜਰਬੇ ਆਉਂਦੇ ਨੇ। ਪੜ੍ਹਾਈ ਲਿਖਾਈ ਦੇ ਅਗਰ ਤਹਿ ਤੇ ਜਾਈਏ ਤਾਂ ਸਾਨੂੰ ਐਮਐਲਏ ਸਾਹਿਬ ਬੜੇ ਕੁਆਲੀਫਾਈਡ ਬੰਦੇ ਮਿਲੇ ਨੇ ਜਿਹੜੇ ਕਿ ਇੱਕ ਡੀਸੀ ਦੇ ਰੁਤਬੇ ਤੋਂ ਆ ਕੇ ਆਈਐਸ ਰਹਿ ਚੁੱਕੇ ਨੇ ਤੇ ਐਮਐਲਏ ਨੇ ਬਣੇ ਨੇ ਸਾਡੇ ਇੱਥੋਂ, ਤਾਂ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਸ ਚੀਜ਼ ਦੇ ਵਿੱਚ। ਤੁਸੀਂ ਕਿੰਨੀ ਐਜੂਕੇਸ਼ਨ ਹੈ ਤੁਹਾਡੀ? ਮੈਂ +2 ਕੀਤੀ ਹੈ ਜੀ, ਬੀਏ ਕੀਤੀ ਸੀਗੀ, ਬੀਏ ਕਰ ਰਿਹਾ ਸੀਗਾ ਕਾਲਜ ਦੇ ਵਿੱਚ। ਚਲੋ ਕਾਲਜ ਦੀ ਪੋਲਿਟਿਕਸ ਦੇ ਵਿੱਚ ਪੈ ਗਿਆ ਤੇ ਉੱਥੇ ਥੋੜੀ ਮਿੱਤਰ ਮੰਡਲੀ ਉਹੋ ਜੀ ਬਣ ਚੁੱਕੀ ਸੀ ਉਦੋਂ, ਤੇ ਫਿਰ ਉਦੋਂ ਥੋੜਾ ਜਿਹਾ ਮੈਨੂੰ ਕਾਲਜ ਗਲਤ ਸੰਗਤ 'ਚ ਪੈ ਗਏ? ਨਹੀਂ, ਗਲਤ ਸੰਗਤ ਨਹੀਂ ਕਹਿ ਸਕਦੇ ਵੀ ਲਾ ਲਓ ਵੀ ਜਿਵੇਂ ਉਦੋਂ ਨਵੇਂ ਮੁੰਡਿਆਂ ਨੂੰ ਹੁੰਦਾ ਵੀ ਘੁੰਮਣ ਫਿਰਨ ਦਾ ਕਾਲਜ ਦੇ ਵਿੱਚ ਘੱਟ ਜਾਣਾ, ਇਸ ਤਰੀਕੇ ਦਾ। ਕਾਲਜ ਦੇ ਵਿੱਚ ਪੋਲਿਟਿਕਸ ਸ਼ੁਰੂ ਕੀਤੀ ਐਜ਼ ਅ ਚੇਅਰਮੈਨ ਖਾਲਸਾ ਕਾਲਜ ਰਿਹਾ ਜੀ ਮੈਂ ਲੁਧਿਆਣੇ, ਤੇ ਫਿਰ ਉਸ ਤੋਂ ਬਾਅਦ ਮੈਂ ਅਵੋਇਡ ਆਪ ਹੀ ਕੀਤਾ ਆਪਦੇ ਦਿਮਾਗ ਨਾਲ, ਉਹਨੂੰ ਸਾਰੇ ਦਿਮਾਗ ਨੂੰ ਉਸ ਸਾਈਡ ਤੋਂ ਕੱਟ ਕਰਕੇ ਮੈਂ ਪੋਲਿਟਿਕਸ ਜੁਆਇਨ ਕੀਤੀ। ਕਦੀ ਲੱਗਿਆ ਨਹੀਂ ਕਿ ਜ਼ਰੂਰੀ ਸੀ ਜੇ ਮੈਂ ਮਾਸਟਰਸ ਕਰ ਲੈਂਦਾ ਜਾਂ ਬੀਏ ਪੂਰੀ ਕਰ ਲੈਂਦਾ? ਇਹ ਅਗਰ ਉਹ ਚੀਜ਼ ਤੇ ਹੁੰਦਾ ਤੇ ਇੱਥੇ ਮਾਸਟਰ ਬੀਐਡ ਕਰਕੇ ਵੀ ਮੈਂ ਖੁਦ ਦੇਖ ਰਿਹਾ ਜੀ ਲੋਕ ਨੌਕਰੀ ਲਈ ਧੱਕੇ ਖਾ ਰਹੇ ਹੋ ਇਹ ਤੁਸੀਂ। ਤਾਂ ਤੁਹਾਡੀ ਸਰਕਾਰ ਦੀ ਨਲਾਇਕੀ ਨਹੀਂ ਹੈਗੀ ਕਿ ਨੌਜਵਾਨ ਡਿਗਰੀਆਂ ਲੈ ਕੇ ਨੌਕਰੀ ਲਈ ਧੱਕੇ ਖਾਂਦੇ ਨੇ? ਚਲੋ ਸਰਕਾਰ ਦੀ ਜਿੱਥੇ ਤੱਕ ਨਲਾਇਕੀ ਹੈਗੀ ਹੈ ਠੀਕ ਆ, ਬਟ ਸਾਡੇ ਇੱਥੇ ਮੋਸਟਲੀ ਜ਼ਿਆਦਾ ਇਹ ਹੋ ਚੁੱਕਿਆ ਜੀ ਵੀ ਬੱਚਾ ਪੜਾਇਆ ਜਾਂਦਾ ਜਦੋਂ ਤੇ ਉਹਨੂੰ ਸੋਚ ਇਹੀ ਦਿੱਤੀ ਜਾਂਦੀ ਆ ਵੀ ਤੂੰ ਸਿਰਫ ਸਰਕਾਰੀ ਨੌਕਰੀ ਲੱਗਣਾ। ਜਦੋਂ ਅਬਦੁਲ ਕਲਾਮ ਜੀ ਨੇ ਬੜੀ ਵਧੀਆ ਗੱਲ ਲਿਖੀ ਆ ਜੀ ਵੀ ਜਦੋਂ ਤੱਕ ਤੁਹਾਡੀ ਪੜ੍ਹਾਈ ਦਾ ਮਕਸਦ ਨੌਕਰੀ ਹੋਵੇਗਾ ਉਦੋਂ ਤੱਕ ਇਸ ਦੇਸ਼ ਦੇ ਵਿੱਚ ਗੁਲਾਮੀ ਪੈਦਾ ਹੋਣਗੇ। ਤਾਂ ਮੈਨੂੰ ਚਾਹੀਦਾ ਤੁਹਾਨੂੰ ਇੰਡੀਪੈਂਡੈਂਟ ਮਾਈਂਡ ਦੇ ਨਾਲ ਸਟੱਡੀ ਕਰਨੀ ਚਾਹੀਦੀ ਆ। ਸਟੱਡੀ ਕਰਦੇ ਹੋਏ ਪਹਿਲਾਂ ਤੁਹਾਨੂੰ ਇੱਕ ਬੜੇ ਅਨੁਸ਼ਾਸਨਹੀਨ ਵਿਅਕਤੀ ਬਣਨਾ ਚਾਹੀਦਾ। ਨੌਜਵਾਨ ਪੋਲਿਟਿਕਸ 'ਚ ਕਿਉਂ ਨਹੀਂ ਆ ਰਹੇ? ਤੁਸੀਂ ਆਏ ਹੋ, ਤੁਹਾਨੂੰ ਕੀ ਲੱਗਦਾ ਹੈ ਜਿਹੜੇ ਤੁਹਾਡੇ ਨਾਲ ਦੇ ਨਹੀਂ ਆ ਰਹੇ, ਕੀ ਕਮੀ ਹੈ, ਇੰਨੀ ਬਦਨਾਮ ਕਿਉਂ ਹੈ ਸਾਡੀ ਪੋਲਿਟਿਕਸ? ਨੌਜਵਾਨ ਪੀੜ੍ਹੀ ਕਲਾਕਾਰਾਂ ਨੂੰ ਆਈਡੀਅਲ ਮੰਨੀ ਬੈਠੇ ਨੇ, ਤਾਂ ਮੈਂ ਕਹਿੰਦਾ ਵੀ ਕੀ ਇਹੋ ਜਿਹੇ ਕਲਾਕਾਰਾਂ ਤੋਂ ਵੀ ਅਸੀਂ ਕਰਵਾਉਣਾ ਵੀ ਸਾਡੇ ਨੌਜਵਾਨ ਆਪਦੇ ਪਿਓ ਨੂੰ, ਕੁਝ ਨੌਜਵਾਨ ਸਾਰੇ ਨਹੀਂ, ਪਿਓ ਨੂੰ ਬੁੜਾ ਦੱਸਦੇ ਨੇ ਤੇ ਨੌਜਵਾਨ ਸਾਡੇ ਕਲਾਕਾਰਾਂ ਨੂੰ ਉਸਤਾਦ ਦੱਸ ਰਹੇ ਨੇ। ਸਾਡੇ ਇਹ ਪੰਜਾਬ ਦਾ ਮੋਸਟਲੀ ਹਾਲ ਹੋ ਚੁੱਕਿਆ ਵਾ। ਤੇ ਇਹਨਾਂ ਨੂੰ ਸਿੱਧੇ ਰਾਹ ਤੇ ਕਿਵੇਂ ਲੈ ਕੇ ਆਣਾ? ਸਿੱਧੇ ਰਾਹ ਤੇ ਤਾਂ ਮੈਂ ਕਹਿੰਦਾ ਜੀ ਹੁਣ ਜਿਵੇਂ ਮੈਂ ਕਹਿੰਦਾ ਵੀ ਹੋਰ ਵੀ ਨੌਜਵਾਨ ਸਰਪੰਚ ਬਣੇ ਨੇ, ਤੁਸੀਂ ਉਹਨਾਂ ਵੱਲ ਦੇਖ ਕੇ ਸੇਧ ਲਵੋ ਥੋੜਾ ਜਿਹਾ। ਇੱਕ ਚਾਹੇ ਉਹ ਦਿਮਾਗ ਦੇ ਵਿੱਚ ਤੁਸੀਂ ਸ਼ੌਂਕ ਬਿਠਾਓ ਵੀ ਅਸੀਂ ਰਾਜਨੀਤੀ 'ਚ ਪੈਣਾ, ਜਦੋਂ ਪੈ ਜਾਓਗੇ ਤਾਂ ਉਹ ਪਲੇਟਫਾਰਮ ਦੇ ਉੱਤੇ ਚੱਲ ਕੇ ਤੁਹਾਨੂੰ ਆਪੇ ਰਾਸਤਾ ਦਿਖੂਗਾ ਵੀ ਕਿਸ ਤਰੀਕੇ ਰਾਜਨੀਤੀ ਦੇ ਵਿੱਚ ਜੋ ਸਾਰਾ ਨਹੀਂ, ਜਿੰਨਾ ਕੁ ਮਾੜਾ ਮੋਟਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਉਹਨੂੰ ਖਤਮ ਕਰਕੇ ਪਿੰਡਾਂ ਦੇ ਵਿਕਾਸ ਕਾਰਜਾਂ ਵੱਲ ਇਸ ਦੇਸ਼ ਦੇ ਲੋਕਤੰਤਰ ਨੂੰ ਸੁਧਾਰਨ 'ਚ ਕੋਸ਼ਿਸ਼ ਕੀਤੀ। ਸਾਡੀ ਮਾਨਸਿਕਤਾ ਇਹ ਬਣ ਚੁੱਕੀ ਕਿ ਭ੍ਰਿਸ਼ਟਾਚਾਰ ਜ਼ਿਆਦਾ ਹੈ। ਠੀਕ ਜਿਹੜੇ ਮੰਤਰੀ ਨੇ ਜਾਂ ਜਿਹੜੇ ਪੋਲੀਟੀਸ਼ੀਅਨਸ ਨੇ, ਜਿਹੜੇ ਲੀਡਰ ਨੇ, ਠੀਕ ਠਾਕ ਤਾਂ ਬਹੁਤ ਘੱਟ ਹੋਣਗੇ ਪਰ ਭ੍ਰਿਸ਼ਟਾਚਾਰ ਜ਼ਿਆਦਾ ਹੈ। ਭ੍ਰਿਸ਼ਟਾਚਾਰ ਇਸੇ ਕਰਕੇ ਸ਼ਾਇਦ ਮਾਪੇ ਆਪਣੇ ਬੱਚਿਆਂ ਨੂੰ ਇਸ ਦਲਦਲ ਦੇ ਵਿੱਚ ਨਹੀਂ ਧਕੇਲਦੇ। ਇਹ ਭ੍ਰਿਸ਼ਟਾਚਾਰ ਨਹੀਂ ਜੀ, ਇਹ ਜਿੱਥੋਂ ਤੱਕ ਸਾਡੇ ਪਿੰਡਾਂ ਦੀ ਪੋਲਿਟਿਕਸ ਵਾ, ਇੱਥੇ ਪਰਚਿਆਂ ਵਾਲੀ ਰਾਜਨੀਤੀ ਬੜੀ ਪਿੰਡਾਂ ਦੇ ਵਿੱਚ ਮਸ਼ਹੂਰ ਹੋਈ ਸੀ। ਚਲੋ ਮੇਰਾ ਪਿੰਡ ਖੈਰ ਇਸ ਚੀਜ਼ ਤੋਂ ਬਚਿਆ ਕਿਉਂਕਿ ਰਾਜਨੀਤੀ ਤੋਂ ਖਤਮ ਆ ਮੇਰਾ ਪਿੰਡ। ਰਾਜਨੀਤੀ ਇੱਥੇ ਪਿੰਡ ਦੇ ਵਿੱਚ ਨਹੀਂ ਗੀ, ਪਿੰਡ ਤੋਂ ਬਾਹਰ ਹੀ ਆ। ਪਰ ਤੁਸੀਂ ਆਪ ਨਹੀਂ ਬਚੇ ਪਰਚਿਆਂ ਤੋਂ? ਨਹੀਂ ਆਪ ਤਾਂ ਮੇਰੇ ਤੇ ਫਿਰ ਉਹ ਗੱਲ ਕਰ ਲਓ ਵੀ ਸੱਚੇ ਕੰਮ ਲਈ ਲੜੇ ਸੀ ਤੇ ਚਲੋ ਪਰਚਾ ਹੋ ਗਿਆ। ਮੈਂ ਉਸ ਚੀਜ਼ ਵੱਲ ਵੀ ਧਿਆਨ ਨਹੀਂ ਦਿੰਦਾ ਕਿਉਂਕਿ ਅਗਰ ਉਸ ਚੀਜ਼ ਵੱਲ ਰਹਿੰਦੇ ਤਾਂ ਹੋ ਸਕਦਾ ਸੀ ਇਧਰੋਂ ਮਨ ਭਟਕਦਾ ਤੇ ਅਸੀਂ ਪਿੰਡ ਦੇ ਵਿਕਾਸ ਕਾਰਜਾਂ ਵੱਲੋਂ ਦਿਲ ਢਾਹ ਕੇ ਬਹਿ ਜਾਂਦੇ, ਪਰ ਮੈਂ ਉਸ ਚੀਜ਼ ਦੀ ਬਿਲਕੁਲ ਪਰਵਾਹ ਨਹੀਂ ਮੰਨੀ ਜੀ। ਮੈਂ ਆਪਾਂ ਕਾਨੂੰਨ ਦੇ ਦਾਇਰੇ 'ਚ ਚੱਲ ਰਹੇ ਹਾਂ। ਕੁਝ ਘਰ ਸੀਗੇ ਇਸ ਪਿੰਡ ਦੇ ਵਿੱਚ, ਇੱਕ ਏਰੀਆ ਹੀ ਕਹਿ ਲਓ, ਇੱਕ ਅਜਿਹਾ ਸੀਗਾ ਜਿੱਥੇ ਨਾ ਕਦੇ ਬਿਜਲੀ ਤੇ ਨਾ ਕਦੇ ਪਾਣੀ ਦੀ ਸਹੂਲਤ ਗਈ ਸੀ, ਕਾਫੀ ਸਾਲ ਨਹੀਂ ਗਈ ਸੀਗੀ। ਤੁਹਾਡੇ ਸਰਪੰਚ ਬਣਨ ਤੋਂ ਬਾਅਦ ਉੱਥੇ ਬਿਜਲੀ ਪਹੁੰਚੀ ਹੈ, ਪਾਣੀ ਪਹੁੰਚੇ? ਸਾਡੇ ਪੰਚਾਇਤ ਜਦੋਂ ਬਣੀ ਆ ਜੀ ਤਾਂ ਅਸੀਂ ਆਪਦੇ ਵੋਟਾਂ ਲੈਣ ਲਈ ਜਦੋਂ ਮੈਂ ਬੰਨ ਦੇ ਉੱਪਰ, ਸਾਡੇ ਇੱਥੋਂ ਤਕਰੀਬਨ ਪਿੰਡ ਤੋਂ 4 ਕਿਲੋਮੀਟਰ ਦੂਰ ਬੰਨ ਦੇ ਉੱਤੇ ਘਰ ਨੇ, ਬਿਲਕੁਲ ਗਰੀਬ ਘਰ ਨੇ ਵਿਚਾਰੇ, ਤੇ ਉਹਨਾਂ ਦੇ ਜਦੋਂ ਗਏ ਤੇ ਉਹਨਾਂ ਦੀ ਮੰਗ ਇੱਕੋ ਸੀ, ਉਹ ਕਹਿੰਦੇ ਜੀ ਵੋਟਾਂ ਲੈਣ ਹੀ ਆਉਂਦੇ ਆ ਸਾਰੇ ਇੱਥੇ, ਵੀ ਕੋਈ ਸਾਡੇ ਇੱਥੇ ਦੇਖਦਾ ਨਹੀਂ। ਮੈਂ ਕਿਹਾ ਜੀ ਤੁਸੀਂ ਕੰਮ ਦੱਸੋ, ਤੁਹਾਡੇ ਨਾਲ ਇਸ ਚੀਜ਼ ਦਾ ਮੈਂ ਵਾਅਦਾ ਕਰਦਾ ਵੀ ਪਿੰਡ ਦੇ ਵਿੱਚ ਬਾਅਦ ਚੋਂ ਕੰਮ ਹੋਣਗੇ ਪਹਿਲਾਂ ਇੱਥੇ ਕਰਵਾਉਂ। ਉਹ ਕਹਿੰਦੇ ਜੀ ਸਾਡੇ 9 ਘਰਾਂ ਦੇ ਵਿੱਚ ਲਾਈਟ ਹੈ ਨਹੀਂ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਹਾਡੇ ਲਾਈਟ ਲੱਗੂਗੀ। ਉਹਨਾਂ ਦੀਆਂ ਸਰਪੰਚੀ ਤੋਂ ਬਾਅਦ 30 ਦਸੰਬਰ ਨੂੰ ਮੈਂ ਸਰਪੰਚੀ ਜਿੱਤ ਰਿਹਾ ਜੀ। 15 ਜਨਵਰੀ ਤੱਕ 15 ਦਿਨਾਂ ਦੇ ਵਿੱਚ ਅਸੀਂ ਉੱਥੇ, ਮੈਂ ਆਪਦੇ ਕੋਲੋਂ ਹੀ 9 ਪਰਿਵਾਰਾਂ ਦੀਆਂ ਸਿਕਿਉਰਟੀਆਂ ਭਰਵਾ ਕੇ, ਕਿਉਂਕਿ ਗਰੀਬ ਪਰਿਵਾਰ ਸੀਗੇ, ਜਦੋਂ ਭਲਾ ਕਰਨਾ ਤੇ ਫਿਰ ਤੁਰਨਾ ਪੈਣਾ। 15 ਦਿਨਾਂ ਦੇ ਵਿੱਚ ਉੱਥੇ ਅਸੀਂ ਟਰਾਂਸਫਾਰਮਰ ਖਾ ਕੇ ਉੱਥੇ ਅਸੀਂ ਲਾਈਟ ਲਵਾ ਕੇ ਦਿੱਤੀ। ਉਹਨਾਂ ਦੇ ਬੱਚੇ ਅੱਜ ਪੱਖਿਆਂ ਥੱਲੇ ਸੌਂਦੇ ਆ ਤੇ ਲਾਈਟਾਂ ਥੱਲੇ ਪੜ੍ਹਾਈ ਕਰ ਰਹੇ ਨੇ। ਜਿਨ੍ਹਾਂ ਨੇ ਕਿੰਨੇ ਸਾਲ ਬਿਜਲੀ, ਕਿੰਨੇ ਸਾਲ, 45 ਸਾਲ ਉਹ ਪਰਿਵਾਰ ਬਿਜਲੀ ਤੋਂ ਵਾਂਝਾ ਰਿਹਾ ਜੀ। ਤੁਸੀਂ ਇਹ ਦੇਖੋ ਵੀ ਸਾਡੇ ਇਹ ਪੰਜਾਬ ਦੀ ਜਾਂ ਦੇਸ਼ ਦੀ ਤਰਾਸਦੀ ਲਾ ਲਓ। ਅਸੀਂ ਇੱਕ ਸਾਡੇ ਸੈਂਟਰ ਵੱਲੋਂ ਹੋਕਾ ਦਿੱਤਾ ਜਾਂਦਾ ਡਿਜੀਟਲ ਇੰਡੀਆ ਦਾ, ਬਟ ਲੋਕ ਤਾਂ ਜੀ ਬਿਜਲੀ ਤੋਂ ਤਰਸੇ ਫਿਰਦੇ। ਇੰਡੀਆ ਤਾਂ ਬਹੁਤ ਦੂਰ ਹੈ। ਅਸੀਂ ਸਮਾਰਟ ਸਿਟੀ ਲੁਧਿਆਣਾ ਦੀ ਗੱਲ ਕਰਦੇ ਹਾਂ। ਸਮਾਰਟ ਸਿਟੀ ਦੇ ਕੀ ਹਾਲਾਤ ਨੇ? 2 ਦਿਨ ਦੀ ਬਰਸਾਤ ਹੀ ਦੱਸ ਦਿੰਦੀ ਹੈ। ਦੇਖੋ ਜੀ, ਮੈਂ
ਤਾਂ ਆਪਦੇ ਪਿੰਡ ਲਈ ਤਾਂ ਜਿੰਨੇ ਐਫਰਟਸ ਕਰ ਸਕਦਾ ਮੈਂ ਕਰ ਰਿਹਾ। ਸ਼ਹਿਰ ਲਈ ਤਾਂ ਹੁਣ ਜਿਹੜੇ ਸ਼ਹਿਰ ਦੇ ਪ੍ਰਸ਼ਾਸਨ ਨੂੰ ਜਾਂ ਉੱਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਚਾਹੀਦਾ, ਬਟ ਪਿੰਡ ਲਈ ਅਸੀਂ ਪੂਰੇ ਐਫਰਟਸ ਕਰ ਰਹੇ ਕਾਂਗਰਸੀ ਲੀਡਰਾਂ ਦੇ ਨਾਲ ਤਾਲੁਕਾਤ ਕਿਵੇਂ ਦੇ ਨੇ ਤੁਹਾਡੇ? ਹਾਲਾਂਕਿ ਅਸੀਂ ਵੀ ਜਾਣਦੇ ਹਾਂ ਕੋਈ ਪੂਰੀ ਤਰ੍ਹਾਂ ਦੇ ਨਾਲ ਸੱਚ ਤਾਂ ਨਹੀਂ ਦੱਸਦਾ ਹੁੰਦਾ, ਪਰ ਫਿਰ ਵੀ ਜਦੋਂ ਲੀਡਰਾਂ ਦੇ ਨਾਲ ਬੈਠਦੇ ਹੋ, ਐਮਐਲਏ ਐਮਪੀਆਂ ਦੇ ਨਾਲ ਬੈਠਦੇ ਹੋ, ਤਾਂ ਤੁਹਾਨੂੰ ਨਹੀਂ ਲੱਗਦਾ ਸਲਾਹ ਦੇਣੀ ਉਹਨਾਂ ਨੂੰ ਲਾਜ਼ਮੀ ਹੈ ਕਿ ਸਿਰਫ ਸੋਸ਼ਲ ਮੀਡੀਆ ਵਾਸਤੇ ਸਾਰਾ ਕੁਝ ਨਾ ਕਰੋ, ਲੋਕਾਂ ਨੂੰ ਦਿਖਾਉਣ ਵਾਸਤੇ ਵੀ ਗਰਾਊਂਡ ਰਿਐਲਿਟੀ ਵੀ ਦਿਖਾਓ ਥੋੜੀ ਜੀ, ਜਾ ਕੇ ਦੇਖੋ ਲੋਕਾਂ ਦਾ ਕੀ ਹਾਲ ਹੈ, ਸੜਕਾਂ ਦਾ ਦੇਖੋ ਕੀ ਹਾਲ ਹੈ। ਤੁਸੀਂ ਸਿੱਖਿਆ ਤੇ ਸਿਹਤ ਦੀ ਤਾਂ ਬਹੁਤ ਦੂਰ ਦੀ ਗੱਲ ਹੈ, ਸੜਕਾਂ ਹੀ ਠੀਕ ਕਰਾ ਦਿਓ। ਦੇਖੋ ਮੈਂ ਕਹਿੰਦਾ ਵੀ ਇਹ ਕੁਝ ਸਰਪੰਚ ਹੁੰਦੇ ਆ ਵੀ ਜਾ ਕੇ ਐਮਐਲਏ ਦਫ਼ਤਰ 'ਚ, ਐਮਪੀ ਦਫ਼ਤਰ 'ਚ, ਮੰਤਰੀ ਦੇ ਸਿਰਫ ਚਾਹ ਦਾ ਕੱਪ ਪੀ ਕੇ ਗੱਲਾਂ ਬਾਤਾਂ ਮਾਰ ਕੇ ਮੋੜ ਆਉਣਾ, ਪਰ ਸਾਡੇ ਕੋਲ ਇਹ ਬਿਲਕੁਲ ਕੰਮ ਹੈ ਨਹੀਂ ਜੀ। ਮੈਂ ਤਾਂ ਐਮਐਲਏ ਸਾਹਿਬ ਨੂੰ ਇੱਥੇ ਲਿਆ ਕੇ ਗਰਾਊਂਡ ਲੈਵਲ ਤੇ ਸੱਚਾਈ ਦਿਖਾ ਦਿੰਦਾ ਹੁੰਦਾ ਵੀ ਸਾਡੇ ਤਾਂ ਆਹ ਕੁਛ ਆ ਜੀ, ਤੇ ਆਪ ਜਾਣਾ ਜਦੋਂ ਦਫ਼ਤਰ ਪਿੰਡ ਦਿਆਂ ਨੂੰ ਨਾਲ ਲੈ ਕੇ ਜਾਣਾ, ਉਹਨਾਂ ਨੂੰ ਦੱਸਦਾ ਵਾਂ। ਕਾਂਗਰਸੀ ਲੀਡਰਾਂ ਦੇ ਨਾਲ ਸੰਬੰਧ ਇਸ ਤਰੀਕੇ ਦੇ ਆ ਵੀ ਜਦੋਂ ਤੁਸੀਂ ਲੋਕਾਂ ਦੀ ਲੜਾਈ ਲੜਨੀ ਆ ਤਾਂ ਇੱਕ ਤਾਕਤ ਦੇ ਵਿੱਚ ਰਹਿ ਕੇ ਲੜਾਈ ਲੜਨੀ ਸੌਖੀ ਹੋ ਜਾਂਦੀ ਆ, ਤਾਂ ਇਸ ਕਰਕੇ ਸਾਨੂੰ ਪਾਰਟੀ ਦਾ ਕਿਸੇ ਨਾ ਕਿਸੇ ਦਾ ਪਲੇਟਫਾਰਮ ਚੂਜ਼ ਕਰਨਾ ਪੈਂਦਾ ਵਾ। ਅਸੀਂ ਸ਼ੁਰੂ ਤੋਂ ਅਟੈਚ ਆ ਜੀ ਕਾਂਗਰਸ ਪਾਰਟੀ ਦੇ ਨਾਲ ਤੇ ਸਪੋਰਟ ਕਰਦੇ ਆ ਉਹਨਾਂ ਨੂੰ, ਤੇ ਅਸੀਂ ਇਸ ਕਰਕੇ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ। ਪਰ ਕਦੀ ਅਫਸੋਸ ਹੋਇਆ ਇਸ ਪਾਰਟੀ ਦਾ ਹਿੱਸਾ ਬਣਨ ਲਈ? ਅਫਸੋਸ ਹੋਇਆ ਕਿਉਂਕਿ ਜਦੋਂ ਨਲਾਇਕੀ ਸਾਹਮਣੇ ਆਂਦੀ ਹੈ ਕਾਂਗਰਸ ਸਰਕਾਰ ਦੀ ਕਿ ਜਦੋਂ ਅਸੀਂ ਨੌਜਵਾਨਾਂ ਨੂੰ ਹਲੇ ਤੱਕ ਨੌਕਰੀਆਂ ਨਹੀਂ ਦੇ ਪਾਏ, ਜਦੋਂ ਹਲੇ ਤੱਕ ਹਰ ਘਰ ਸਿੱਖਿਆ, ਹਰ ਘਰ ਨੌਕਰੀ ਨਹੀਂ ਪਹੁੰਚ ਰਹੀ, ਹਰ ਘਰ ਰਾਸ਼ਨ ਵੀ ਨਹੀਂ ਪਹੁੰਚ ਰਿਹਾ, ਉਦੋਂ ਐਦਾਂ ਮਹਿਸੂਸ ਹੁੰਦਾ ਹੈ ਕਿ ਮੇਰੇ ਤੋਂ ਗਲਤ ਪਾਰਟੀ ਚੁਣੀ ਗਈ ਹੈ। ਨਹੀਂ ਦੇਖੋ, ਪਾਰਟੀ ਕਦੇ ਗਲਤ ਨਹੀਂ ਹੁੰਦੀ ਜੀ, ਪਾਰਟੀਆਂ ਸਾਰੀਆਂ ਹੀ ਸਤਿਕਾਰਯੋਗ ਹੁੰਦੀਆਂ, ਉਹਨਾਂ 'ਚ ਬੰਦੇ ਕੁਝ ਗਲਤ ਪੈ ਜਾਂਦੇ ਹੁੰਦੇ ਆ, ਪਾਰਟੀ ਕੋਈ ਵੀ ਨਹੀਂ ਮਾੜੀ ਹੁੰਦੀ। ਤਾਂ ਮੈਂ ਤਾਂ ਇਹ ਚੀਜ਼ ਕਹਿਣਾ ਵੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਰਾਸ਼ਨ ਚੰਗੀ ਤਰ੍ਹਾਂ ਨਹੀਂ ਪਹੁੰਚ ਸਕਿਆ, ਮੈਂ ਇਹ ਚੀਜ਼ ਪੂਰੇ ਦਾਅਵੇ ਨਾਲ ਕਹਿ ਸਕਦਾ ਮੇਰੇ ਪਿੰਡ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਜਿਹੜਾ ਕਿ ਇੱਥੇ ਜਿਨ੍ਹਾਂ ਨੇ ਮਨਰੇਗਾ ਦੇ ਵਿੱਚ ਕੰਮ ਕਰਦੇ ਸੀ ਜਾਂ ਹੋਰ ਦਿਹਾੜੀ ਦੱਪਾ ਵੀ ਕਿਸੇ ਰਾਸ਼ਨ ਤੋਂ ਵਾਂਝੇ ਰਹੇ ਹੋਣ, ਸਾਰਿਆਂ ਨੂੰ ਰਾਸ਼ਨ ਪ੍ਰੋਵਾਈਡ ਕਰਵਾ ਕੇ ਦਿੱਤਾ ਜੀ। ਜਿੰਨੇ ਉਹਨਾਂ ਦੇ ਨੀਲੇ ਕਾਰਡ ਕੱਟੇ ਗਏ ਸੀ ਮੇਰੇ ਪਿੰਡ ਦੇ ਵਿੱਚੋਂ, ਮੇਰੇ ਪਿੰਡ 'ਚ 260 ਨੀਲੇ ਕਾਰਡ ਅਸੀਂ ਬਣਵਾ ਕੇ ਦਿੱਤੇ ਗਏ। ਜਿਹੜੇ ਸਰਕਾਰ ਦਾ ਤੁਸੀਂ ਕਹਿੰਦੇ ਵੀ ਰਾਸ਼ਨ ਪਹੁੰਚਦਾ ਨਹੀਂ ਸਹੀ ਲੋਕਾਂ ਤੱਕ, ਉਹ ਤਾਂ ਉੱਥੋਂ ਦੇ ਜਿਹੜੇ ਕੌਂਸਲਰ ਨੇ, ਮੈਂਬਰ ਨੇ, ਪ੍ਰਧਾਨ ਵਾਰਡਾਂ ਦੇ, ਉਹ ਨਹੀਂ, ਉਹਨਾਂ ਨੂੰ ਚਾਹੀਦਾ ਵੀ ਫੇਵਰਿਟਿਜ਼ਮ ਕਰਦੇ ਨੇ, ਆਪਣਿਆਂ ਨੂੰ ਦੇ ਦਿੰਦੇ। ਸਰਕਾਰਾਂ ਜਿਹੜੀਆਂ ਨੇ ਇਸ ਵਾਰੀ ਮੁੱਖ ਮੰਤਰੀ ਸਾਹਿਬ ਨੇ ਤਾਂ ਐਕਟਿਵ ਬਹੁਤ ਰਾਸ਼ਨ ਦਿੱਤਾ, ਵੰਡ ਕੇ ਐਮਐਲਏ ਨੂੰ ਦਿੱਤਾ, ਐਮਐਲਏ ਸਾਹਿਬ ਨੇ ਬਹੁਤ ਅੱਗੇ ਰਾਸ਼ਨ ਪ੍ਰੋਵਾਈਡ ਕਰਵਾਇਆ, ਪਰ ਪਿੰਡਾਂ 'ਚ ਡਿਸਟ੍ਰੀਬਿਊਟ ਅੱਗੇ ਕਿਉਂ ਨਹੀਂ ਹੋਇਆ ਨਹੀਂ ਪਤਾ ਜੀ ਸਾਨੂੰ ਕਿਉਂ ਨਹੀਂ ਹੋਇਆ, ਪਰ ਮੇਰੇ ਪਿੰਡ 'ਚ ਅਸੀਂ ਕਰਵਾਇਆ, ਆਪਦੇ ਤੌਰ ਤੇ ਵੀ ਅਸੀਂ ਕਰਵਾ ਕੇ ਦਿੱਤਾ। ਤੇ ਕਦੀ ਲੀਡਰਾਂ ਨੂੰ ਸਲਾਹ ਦਿੰਦੇ ਹੋ ਜਿਹੜੇ? ਬਿਲਕੁਲ ਦੇਈਦੀ ਆ ਜੀ, ਪਰ ਐਮਐਲਏ ਸਾਹਿਬ ਸਾਡੇ ਅਸੀਂ ਤਾਂ ਸਲਾਹ ਦਈਏ ਵੀ ਐਮਐਲਏ ਸਾਹਿਬ ਸਾਡੇ ਸੂਝਵਾਨ ਨਾ ਹੁਣ, ਬੜ ਤਾਂ ਸਾਡੇ ਬਹੁਤ ਸੂਝਵਾਨ ਨੇ ਜੀ, ਉਹ ਐਡਾ ਹਲਕਾ ਚਲਾ ਰਹੇ ਨੇ, ਪੰਜਾਬ 'ਚ ਸਭ ਤੋਂ ਵੱਡਾ ਹਲਕਾ ਚਲਾ ਰਹੇ ਨੇ, ਤਾਂ ਉਹਨਾਂ ਨੂੰ ਕਿਤੇ ਜਿੱਥੇ ਸਲਾਹ ਹੁੰਦੀ ਆ ਅਸੀਂ ਵੀ ਦੇਈਦੀ ਆ ਸਲਾਹ, ਸਾਡੇ ਤੋਂ ਪੁੱਛਦੇ ਵੀ ਨਹੀਂ। ਗ੍ਰਾਂਟ ਲੈਣੀ ਤਾਂ ਐਮਐਲਏ ਕੁਲਦੀਪ ਵੈਦ ਤੋਂ ਬਣਦੀ ਸੀ, ਤੁਸੀਂ ਭਾਰਤ ਭੂਸ਼ਣ ਆਸ਼ੂ ਤੋਂ ਗ੍ਰਾਂਟ ਕਿਵੇਂ ਲੈ ਲਈ? ਮੰਤਰੀ ਸਾਹਿਬ ਨਾਲ ਸਾਡਾ ਕੋਈ ਵਧੀਆ ਤਾਲੁਕਾਤ ਆ ਜੀ, ਉਹਨਾਂ ਨਾਲ ਬਹੁਤ ਸਾਡਾ ਆਸ਼ੀਰਵਾਦ ਦਿੰਦੇ ਨੇ, ਪਿਆਰ ਕਰਦੇ ਨੇ ਸਾਡੇ, ਤੇ ਮਮਤਾ ਦੀਦੀ ਜੀ ਹੁਣੀ ਨੇ ਕੌਂਸਲਰ ਸਾਹਿਬ, ਉਹ ਸਾਡਾ ਬਹੁਤ ਪਿਆਰ ਕਰਦੇ ਨੇ, ਤੇ ਉਹਨਾਂ ਦੀ ਰਿਸ਼ਤੇਦਾਰੀ ਵੀ ਆ ਮੇਰੇ ਪਿੰਡ ਦੇ ਵਿੱਚ, ਤੇ ਤਾਂ ਕਰਕੇ ਉਹ ਮੇਰਾ ਸਤਿਕਾਰ, ਮੈਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਤੇ ਉਹ ਮੇਰੇ ਨਾਲ ਪਿਆਰ ਬਹੁਤ ਕਰਦੇ ਨੇ, ਆਸ਼ੀਰਵਾਦ ਦਿੱਤਾ ਹੋਇਆ ਉਹਨਾਂ ਨੇ ਮੈਨੂੰ। ਤਾਂ ਜਦੋਂ ਉਹਨਾਂ ਕੋਲੇ ਜਾ ਕੇ ਅਸੀਂ ਬੇਨਤੀ ਕੀਤੀ ਤਾਂ 5 ਮਿੰਟ ਦੇ ਵਿੱਚ ਉਹਨਾਂ ਨੇ ਸਾਨੂੰ ਸਿਰਫ 5 ਲੱਖ ਰੁਪਏ ਦਾ ਸਾਨੂੰ ਕਰਤਾ ਸੀਗਾ ਵੀ ਲੈ ਜਾਓ। ਤੁਹਾਨੂੰ ਤਾਂ ਗ੍ਰਾਂਟ ਉੱਥੋਂ ਸਹੀ ਮਿਲ ਰਹੀ ਸੀਗੀ ਵੈਦ ਸਾਹਿਬ ਤੋਂ? ਨਹੀਂ, ਜਦੋਂ ਦੇਖੋ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਵਾਉਣੇ ਆ ਤੇ ਫਿਰ ਤਾਂ ਕਈ ਲੱਖਾਂ ਵੀ ਥੋੜੇ ਪੈ ਜਾਂਦੇ ਨੇ ਜੀ, ਤਾਂ ਸਾਨੂੰ ਹੁੰਦਾ ਵੀ ਜਿੱਥੋਂ ਕਿਤੋਂ ਪੈਸਾ ਆਵੇ ਪਿੰਡ ਦੇ ਵਿੱਚ ਲਿਆ ਕੇ ਵਿਕਾਸ ਕਾਰਜਾਂ ਲਈ ਲਾਉਣਾ ਚਾਹੀਦਾ। ਤੁਸੀਂ ਬਹੁਤ ਕਲੋਜ਼ ਸੀਗੇ ਤਾਂ ਤੁਹਾਨੂੰ 5 ਲੱਖ ਦਾ ਚੈੱਕ ਕੱਟ ਕੇ ਜਦੋਂ ਹੀ ਦੇਤਾ, ਤੇ ਜਿੱਥੇ ਲੋੜ ਹੁੰਦੀ ਉੱਥੇ ਪਹੁੰਚ ਰਿਹਾ। ਦੇਖੋ ਲੋੜ ਜਿੱਥੇ ਉਹ ਆਪਦੇ ਹਲਕੇ ਨੂੰ ਜਾਂ ਪੰਜਾਬ 'ਚ ਕਿਤੇ ਲੋੜ ਆ ਉੱਥੇ ਪਹੁੰਚਣਗੇ। ਮੈਂ ਤੁਹਾਨੂੰ ਜਿਵੇਂ ਪਹਿਲਾਂ ਕਹਿ ਚੁੱਕਿਆ, ਜੇ ਮੈਂ ਆਪਦਾ ਦੁੱਖ ਜਾ ਕੇ ਉਹਨਾਂ ਨੂੰ ਦੱਸੂਗਾ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ, ਕਿਉਂਕਿ ਉਹ ਪੰਜਾਬ ਲੈਵਲ ਤੇ ਕੰਮ ਕਰ ਰਹੇ ਨੇ। ਅਗਰ ਮੈਂ ਦੁੱਖ ਦੱਸ, ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਉਹਨਾਂ ਦੇ ਕੋਲੋਂ ਕੋਈ ਮੁੜਿਆ, ਜਿਹੜਾ ਵੀ ਬੰਦਾ ਜਾਂਦਾ ਉਹਨੂੰ ਅੱਜ ਤੱਕ ਉਹਨਾਂ ਨੇ ਕਦੇ ਖਾਲੀ ਨਹੀਂ ਮੋੜਿਆ ਰੁਪਈਆਂ ਦੇ ਉੱਤੋਂ, ਜਾਂ ਪਿੰਡ ਦੇ ਵਿਕਾਸ ਕਾਰਜਾਂ ਲਈ ਚਾਹੀਦਾ ਕਦੇ ਨਹੀਂ ਮੋੜਿਆ ਜੀ। ਪਰਿਵਾਰ ਨੂੰ ਕਦੀ ਮਾਣ ਮਹਿਸੂਸ ਹੁੰਦਾ ਜਾਂ ਪਰਿਵਾਰ ਇਹ ਕਹਿੰਦਾ ਕਿ ਕਿਹੜੇ ਚੱਕਰਾਂ 'ਚ ਪੈ ਗਿਆ ਤੂੰ, ਇੰਨੀ ਛੋਟੀ ਉਮਰ ਸੀਗੀ, ਇੰਨੀ ਉਮਰ 'ਚ ਇੰਨੀਆਂ ਜ਼ਿੰਮੇਵਾਰੀਆਂ ਮੋਢੇ ਤੇ ਲੈ ਕੇ ਚੱਲ ਰਿਹਾ? ਪਰਿਵਾਰ ਨੂੰ ਜਿੱਥੇ ਤੁਹਾਨੂੰ ਮੈਂ ਦੱਸਦਾ, ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਪੋਰਟ ਕੀਤਾ ਜੀ, ਚਾਹੇ ਉਹ ਕਾਲਜ ਦੀ ਪੋਲਿਟਿਕਸ ਸੀਗੀ ਤੇ ਚਾਹੇ ਮੈਂ ਇੱਧਰ ਪੋਲਿਟਿਕਸ 'ਚ ਪਿਆ ਜਿਹੜੀ ਕਾਂਗਰਸ ਵਾਲੀ ਸੀਗੀ ਤੇ ਜਾਂ ਸਾਡੀ ਸਰਪੰਚੀ ਵਾਲੀ ਸੀਗੀ, ਤਾਂ ਮੇਰੇ ਪਰਿਵਾਰ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ। ਬੜੇ ਲੋਕਾਂ ਨੇ ਆ ਕੇ ਕਿਹਾ ਸੀ ਜੀ ਤੁਹਾਡੇ ਮੁੰਡੇ ਤੇ ਜੇ ਫਲਾਨੀ ਸਰਕਾਰ ਆ ਗਈ ਪਰਚੇ ਦਰਜ ਹੋ ਜਾਣਗੇ, ਐ ਹੋ ਜੂ, ਬਟ ਮੇਰੇ ਮਾਪੇ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ, ਮੈਨੂੰ ਆਸ਼ੀਰਵਾਦ ਦਿੱਤਾ, ਤੇ ਉਹਨਾਂ ਨੇ ਕਿਹਾ ਪੁੱਤ ਵੀ ਲੱਗਿਆ ਰਹਿ ਲਾਈਨ 'ਚ, ਹਟੀ ਨਾ, ਪਰਮਾਤਮਾ ਆਪੇ ਤੇਰੇ ਪਰ ਵੈਸੇ ਉਹ ਚਾਹੁੰਦੇ ਕੀ ਸੀਗੇ? ਜਿਸ ਤਰ੍ਹਾਂ ਜਿਹੜੀ ਸਭ ਤੋਂ ਛੋਟੀ ਉਮਰ ਦੀ ਧੀ ਸਾਡੀ ਪੰਜਾਬ ਦੀ ਸਰਪੰਚਣੀ ਹੈ ਸੈਸ਼ਨਪ੍ਰੀਤ ਕੌਰ, ਉਹ ਕਹਿੰਦੀ ਸੀ ਕਿ ਮੇਰੇ ਮਾਪੇ ਚਾਹੁੰਦੇ ਸੀ ਮੈਂ ਸੈਸ਼ਨ ਜੱਜ ਬਣਾ, ਤੁਹਾਡੇ ਮਾਪੇ ਕੀ ਚਾਹੁੰਦੇ ਸੀਗੇ ਤੁਸੀਂ ਕੀ ਬਣੋ ਤੇ ਤੁਸੀਂ ਸਰਪੰਚ ਬਣ ਗਏ? ਮੈਂ ਵੀ ਜਿਵੇਂ ਸਾਡੀ ਫੈਮਿਲੀ ਦੇ ਵਿੱਚੋਂ ਬਾਹਰ ਸੀਗੇ, ਫੋਰਨ ਦੇ ਵਿੱਚ ਸੀ, ਮੇਰਾ ਵੀ ਪਾਸਪੋਰਟ ਇਟਲੀ ਗਿਆ ਹੋਇਆ ਸੀਗਾ ਜੀ, ਬਈ ਉਧਰੋਂ ਵੀਜ਼ਾ ਲਾ ਕੇ ਆਊਗਾ ਤੇ ਹਮੇਸ਼ਾ ਲਈ ਇੱਥੋਂ ਪੀਆਰ ਹੋ ਕੇ ਉੱਥੇ ਚੱਲ ਜਾਾਂਗੇ, ਯੂਰਪ 'ਚ ਜਾ ਕੇ ਸੈੱਟ ਹੋਵਾਂਗੇ। ਬਟ ਪੰਜਾਬ ਦੀ ਨੌਜਵਾਨ ਪੀੜ੍ਹੀ ਜਾ ਰਹੀ ਆ, ਬਟ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ ਵੀ 2 ਸਾਲ ਉੱਥੇ ਪਾਸਪੋਰਟ ਸੀ ਆਪ ਕਹਿ ਕੇ ਵਾਪਸ ਮੰਗਵਾ ਲਿਆ। ਮੈਂ ਕਿਹਾ ਵੀ ਨਹੀਂ, ਔਰ ਮੈਂ ਪੱਕਾ ਮਨ ਦੇ ਵਿੱਚ ਇੱਕ ਮਨਸ਼ਾ ਉਠਾ ਲਈ ਸੀ
ਕਿਤੇ ਫੋਰਨ ਜਾਵਾਂਗੇ ਤਾਂ ਘੁੰਮਣ ਲਈ ਜਾਵਾਂਗੇ, ਪੱਕੇ ਤੌਰ ਤੇ ਕਦੇ ਵੀ ਨਹੀਂ ਜਾਣਾ ਫੋਰਨ, ਇਹਦੇ ਪਿੱਛੇ ਪੰਜਾਬ 'ਚ ਕੀ ਹੀ ਕਾਰਨ ਰਹਿਣਾ। ਕਾਰਨ ਕੁਛ ਨਹੀਂ ਜੀ, ਪੰਜਾਬ ਤੋਂ ਵਧੀਆ ਸੁੰਦਰ ਤੇ ਵਧੀਆ ਲੋਕਾਂ ਵਾਲਾ ਕੋਈ ਜਿਹੜਾ ਰਾਜ ਉਹ ਹੋ ਹੀ ਨਹੀਂ ਸਕਦਾ ਕਿਤੇ। ਮੈਂ ਕਹਿੰਦਾ ਇੱਥੇ ਇੰਨੀਆਂ ਗੁਰੂ ਮਹਾਰਾਜ ਦੀ 5 ਦਰਿਆਵਾਂ ਦੀ ਧਰਤੀ ਆ, ਗੁਰੂ ਪੀਰਾਂ ਨੇ ਜਨਮ ਲਿਆ, ਇੰਨੀ ਪਵਿੱਤਰ ਧਰਤੀ ਨੂੰ ਅਸੀਂ ਛੱਡ ਕੇ ਕਿੱਥੇ ਜਾ ਸਕਦੇ ਹਾਂ। ਪਰ ਤੁਹਾਨੂੰ ਨਹੀਂ ਲੱਗਦਾ ਆਮ ਲੋਕ ਜੋ ਇਲਜ਼ਾਮ ਲਗਾਉਂਦੇ ਨੇ ਕਿ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਉਹ ਸਹੀ ਹੈ? ਮੈਡਮ, ਜਿੱਥੇ ਤੱਕ ਤੁਸੀਂ ਇਹ ਕਹਿੰਦੇ ਹੋ ਵੀ ਲੀਡਰਾਂ ਨੇ ਕਰਤਾ ਬੇੜਾ ਗਰਕ, ਫਿਰ ਉਹ ਲੀਡਰਾਂ ਨੂੰ ਕਹਿਣਾ ਵੀ ਚਾਹੀਦਾ ਸੀ ਜਿਵੇਂ ਅਸੀਂ ਹਾਂ ਜੀ, ਸਵਾਲ ਪੁੱਛਣਾ ਸਵਾਲ ਪੁੱਛਣਾ ਚਾਹੀਦਾ, ਸਵਾਲ ਪੁੱਛਣੇ ਚਾਹੀਦੇ ਆਪਦੇ ਲੀਡਰ ਨੂੰ। ਸਾਡੇ ਐਮਐਲਏ ਸਾਹਿਬ ਜਦੋਂ ਕਿਤੇ ਬੈਠਦੇ ਆ ਤਾਂ ਲੋਕ ਉਹਨਾਂ ਨੂੰ ਸਵਾਲ ਪੁੱਛਦੇ ਨੇ, ਆਪ ਕਹਿੰਦੇ ਹੁੰਦੇ ਵੀ ਤੁਸੀਂ ਸਾਨੂੰ ਸਵਾਲ ਪੁੱਛ ਲਿਆ ਕਰੋ ਅਗਰ ਕੋਈ ਹੁੰਦਾ ਤੇ। ਉਹ ਆਪ ਕਹਿੰਦੇ ਵੀ ਦੂਜੀ ਪਾਰਟੀਆਂ ਨੂੰ ਵੀ ਪੁੱਛਿਆ ਕਰੋ, ਤੁਸੀਂ ਭਾਈ ਫਲਾਨਾ ਕਿਉਂ ਨਹੀਂ ਕੀਤਾ। ਅਸੀਂ ਪੁੱਛਣ ਦੇ ਹੱਕਦਾਰ ਹਾਂ ਜੀ। ਜਦੋਂ ਤੁਸੀਂ ਆਪ ਹੀ ਚੋਰ ਹੋ, ਤੁਸੀਂ ਦੂਜੇ ਨੂੰ ਸਵਾਲ ਕੀ ਪੁੱਛੋਗੇ? ਅਸੀਂ ਤਾਂ ਇੱਕ ਮੁੱਦਾ ਰੱਖਿਆ, ਨਾ ਖਾਣਾ ਤੇ ਨਾ ਖਾਣ ਦੇਣਾ ਜੀ। ਕੰਮ ਕਰਵਾਈ ਦੇ ਅਫਸਰਾਂ ਤੋਂ ਸਭ ਤੋਂ ਵੱਧ ਕਰਾਈ ਦੇ ਖਹਿਰਾ ਬੇੜ ਦੇ ਵਿੱਚ 41,60,000 ਨਾਲ ਮਨਰੇਗਾ ਦੇ ਕੰਮ ਹੋਏ ਨੇ, ਨਹੀਂ ਤਾਂ ਐਡੇ ਛੋਟੇ ਪਿੰਡ ਦੇ ਵਿੱਚ ਕੋਈ ਦੁੱਕੀ ਨਹੀਂ ਦਿੰਦਾ ਸੀ। 13 ਬਰਾਦਰੀਆਂ ਨੇ ਇਸ ਪਿੰਡ ਦੇ ਵਿੱਚ, ਗੁਰਦੁਆਰਾ ਸਾਹਿਬ ਇੱਕੋ ਹੀ ਹੈ। ਗੁਰਦੁਆਰਾ ਸਾਹਿਬ ਇੱਕ ਆ ਜੀ, 13 ਬਰਾਦਰੀਆਂ ਨੇ, ਸਾਰੇ ਹੀ ਬਹੁਤ ਸਹਿਯੋਗ ਦੇ ਕੇ ਚੱਲਦੇ ਆ। ਬਈ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕੋਈ, ਤੁਹਾਨੂੰ ਮੈਂ ਦੱਸਦਾ, ਕੋਈ ਪੰਚਾਇਤੀ ਇਨਕਮ ਨਹੀਂ ਹੈਗੀ। ਗੁਰਦੁਆਰਾ ਸਾਹਿਬ ਤਿਆਰ ਕੀਤਾ ਤੇ ਕੋਈ 50-60 ਲੱਖ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਤਿਆਰ ਹੋਇਆ ਤੇ ਸਾਰੇ ਪਿੰਡ ਚੋਂ ਹੀ ਇਕੱਠੇ ਹੋਏ ਜੀ। ਕਿਤੋਂ ਬਾਹਰੋਂ ਰੁਪਈਆ ਨਹੀਂ ਲਿਆ ਸੀ ਕਿਸੇ ਦੇ ਪਿੰਡ ਦੇ ਵਿੱਚੋਂ। ਸਾਡੇ ਪਿੰਡ 'ਚ ਏਕਤਾ ਬਹੁਤ ਜ਼ਿਆਦੀ ਆ ਜੀ, ਜਿਹੜੇ ਧਾਰਮਿਕ ਸਮਾਜਿਕ ਕੰਮਾਂ ਲਈ ਏਕਤਾ ਸਾਡੇ ਬਹੁਤ ਜ਼ਿਆਦੀ ਆ। ਠੀਕ ਹੈ, ਤਾਂ ਹੁਣ ਪਿੰਡ ਦੇ ਵਿਕਾਸ ਕਾਰਜਾਂ ਵੱਲ ਚੱਲਦੇ ਹਾਂ। ਹਾਂਜੀ, ਇੱਕ ਵਾਰ ਝਾਤ ਮਾਰਦੇ ਹਾਂ ਕਿ ਕੀ ਹੋਇਆ ਪਿੰਡ ਦੇ ਵਿੱਚ। ਤਾਂ ਕੈਮਰਾਮੈਨ ਰਾਜਵਿੰਦਰ ਟੋਨੀ ਤੁਹਾਨੂੰ ਹੁਣ ਪਿੰਡ ਦੀਆਂ ਤਸਵੀਰਾਂ ਦਿਖਾਉਣਗੇ। ਬਾਪੂ, ਇਸ ਪਿੰਡ ਦੇ ਵਿੱਚ ਕੀ ਬਦਲਾਅ ਆਏ ਨੇ ਪਿਛਲੇ 2.5 ਸਾਲਾਂ ਦੇ ਦੌਰਾਨ? ਸਭ ਤੋਂ ਛੋਟੀ ਉਮਰ ਦਾ ਸਰਪੰਚ ਹੈ ਤੁਹਾਡੇ ਪਿੰਡ ਦਾ। ਹਾਂਜੀ, ਬਹੁਤ ਬਦਲਾਅ ਕੀਤਾ ਜੀ ਇਹਨਾਂ ਨੇ। ਹਾਂ, ਸਾਰੀਆਂ ਗਲੀਆਂ ਤਿਆਰ ਕਰਤੀਆਂ, ਥੋੜਾ ਜਿਹਾ ਕੰਮ ਰਹਿ ਗਿਆ ਬਸ ਉਹ ਛੱਪੜ ਬਾਰੇ, ਉਹ ਵੀ ਹੁਣ ਕਰਾਂਗੇ ਅਸੀਂ ਤਿਆਰ। ਹਾਂਜੀ ਬਾਪੂ, ਗਲੀਆਂ ਨਾਲਿਆਂ ਤੋਂ ਅੱਗੇ ਵਧਾਂਗੇ, ਕਦੋਂ ਵਧਾਂਗੇ ਅਸੀਂ? ਬੱਚਿਆਂ ਦੀ ਸਿੱਖਿਆ, ਤੁਹਾਡੀ ਸਿਹਤ। ਨਿੱਤ ਨਵੀਂ ਗਲੀ ਬਣ ਰਹੀ ਹੈ, ਅਸੀਂ ਬਣਾ ਰਹੇ ਹਾਂ। ਹਾਂਜੀ, ਪੰਚਾਇਤ ਵੀ ਪੂਰਾ ਸਾਥ ਦੇ ਰਹੀ ਹੈ। ਬੱਚੇ ਸਿੱਖਿਆ ਹਾਸਲ ਕਰ ਰਹੇ ਨੇ? ਹਾਂਜੀ, ਹਾਂ, ਸਭ ਕਰ ਰਹੇ ਨੇ। ਹਾਂਜੀ, ਡਿਸਪੈਂਸਰੀ ਜਾਂਦੇ ਹੋ, ਕੋਈ ਦਿੱਕਤ ਨਹੀਂ ਆਉਂਦੀ ਸਰਕਾਰੀ? ਕੋਈ ਦਿੱਕਤ ਨਹੀਂ ਆਉਂਦੀ ਜੀ। ਅੱਛਾ, ਹਾਂਜੀ। ਕਿਹੜੀ ਕਲਾਸ 'ਚ ਹੋ ਤੁਸੀਂ? 7th ਕਿਹੜੇ ਸਕੂਲ 'ਚ? ਅਮਰਿੰਦੋ ਕਿਰਨ ਅਕੈਡਮੀ। ਅੱਛਾ, ਇਸ ਪਿੰਡ ਦੇ ਸਕੂਲ 'ਚ ਨਹੀਂ ਪੜ੍ਹਦੇ? ਨਹੀਂ। ਬਾਪੂ, ਇਹ ਪਿੰਡ ਦੇ ਸਕੂਲ 'ਚ ਕਿਉਂ ਨਹੀਂ ਪੜ੍ਹ ਰਿਹਾ ਬੱਚਾ? ਬਸ ਜੋ ਉੱਥੇ ਪੜ੍ਹ ਵੀ ਰਹੇ ਨੇ, ਅੱਜ ਕੱਲ੍ਹ ਰਿਵਾਜ ਇਹ ਹੈ ਵੀ ਦੂਜੇ ਸਕੂਲਾਂ 'ਚ ਪੜ੍ਹਨਾ ਹੈ। ਵੱਡੇ ਸਕੂਲਾਂ 'ਚ? ਹਾਂਜੀ, ਵੱਡੇ ਸਕੂਲਾਂ 'ਚ, ਪਰ ਅਸੀਂ ਤਾਂ ਪ੍ਰਾਇਮਰੀ ਸਕੂਲਾਂ 'ਚ ਪੜ੍ਹੇ ਜੀ। ਹਾਂ, ਠੀਕ ਹੈ। ਹਾਂਜੀ। ਕਿੰਨਾ ਕੁ ਵਿਕਾਸ ਹੋਇਆ ਹੈ ਪਿੰਡ ਦੇ? ਕੀ ਹਾਲਾਤ ਨੇ? ਕੀ 2.5 ਸਾਲ ਪਹਿਲਾਂ ਇੱਥੇ ਕੀ ਨਹੀਂ ਸੀਗਾ ਜੋ ਹੁਣ ਮਿਲਿਆ? ਸਾਡੇ ਵਿਕਾਸ ਤਾਂ ਕੀ ਬਹੁਤ ਹੋਇਆ ਜੀ, ਜਦੋਂ ਸਾਡੇ ਹਰਦੀਪ ਸਿੰਘ ਲੱਕੀ ਸਰਪੰਚ ਬਣਿਆ ਜੀ। ਤੇ ਤਕਰੀਬਨ ਸਾਡੇ ਪਿੰਡ ਦੀਆਂ ਨਾਲੀਆਂ ਗਲੀਆਂ ਸਾਰੀਆਂ ਬਣ ਚੁੱਕੀਆਂ ਜੀ। ਬਹੁਤ ਵਧੀਆ ਕੰਮ ਕੀਤਾ ਜੀ ਸਰਪੰਚ ਸਾਹਿਬ ਨੇ। ਕੋਈ ਦਿੱਕਤ ਜਿਹੜੀ ਪਹਿਲਾਂ ਆਉਂਦੀ ਸੀ ਹੁਣ ਵੀ ਆ ਰਹੀ ਹੈ? ਨਹੀਂ ਜੀ, ਠੀਕ ਹੈ ਜੀ, ਕੋਈ ਦਿੱਕਤ ਨਹੀਂ ਆ ਰਹੀ ਜੀ। ਬਾਕੀ ਸਾਡੇ ਸਕੂਲ ਸੀਗਾ ਪ੍ਰਾਇਮਰੀ ਤੱਕ ਜੀ, ਹੁਣ ਮਿਡਲ ਤੱਕ ਹੋ ਗਿਆ ਸਕੂਲ ਜੀ, 8ਵੀਂ ਤੱਕ ਬਣ ਗਿਆ ਜੀ। ਤੁਹਾਡੀਆਂ ਸ਼ਿਕਾਇਤਾਂ ਜੋ ਹੁੰਦੀਆਂ ਨੇ ਜਦੋਂ ਸਰਪੰਚ ਸਾਹਿਬ ਤੱਕ ਪਹੁੰਚ ਕਰਦੇ ਹੋ ਤਾਂ ਸੁਣਵਾਈ ਹੁੰਦੀ ਹੈ? ਹੱਲ ਹੁੰਦਾ ਤੁਹਾਡਾ? ਹਾਂਜੀ, ਹਾਂ, ਹੱਲ ਹੁੰਦਾ? ਹੁੰਦੀ ਹੈ। ਖੁਸ਼ ਹੋ ਸਰਪੰਚ ਦੀ ਕਾਰਗੁਜ਼ਾਰੀ ਤੋਂ? ਇਹਦੀ ਕਾਰਗੁਜ਼ਾਰੀ ਤੋਂ ਇਹ ਖੁਸ਼ ਹਾਂ ਜੀ। ਸਾਡੇ ਜੰਗਲਾਤ ਦੀਆਂ ਜ਼ਮੀਨਾਂ ਨਾ, ਹਾਂ, ਇਹ ਕਬਜ਼ਾ ਸਰਕਾਰ ਦੂਜੀ ਜੰਗਲਾਤ ਵਾਲੇ ਕਬਜ਼ਾ ਕਰਦੇ ਸੀ। ਹਾਂ। ਸਾਡੇ ਐਮਐਲਏ ਨੇ ਜਾ ਕੇ ਤੇ ਬਹੁਤ ਰੋਕ ਪਾਈ ਹੈ ਇਹਦੇ ਬਾਰੇ। ਹਾਂਜੀ, ਖੁਸ਼ ਹੋ ਤੁਸੀਂ ਇੰਨੇ? ਹਾਂਜੀ, ਹਾਂ। ਬਾਪੂ, ਤੁਹਾਡਾ ਕੀ ਕਹਿਣਾ ਹੈ? ਸਾਡਾ ਜੀ ਕਹਿਣ ਤਾਂ ਇਹ, ਪਹਿਲਾਂ ਤਾਂ ਸਾਡੀ ਜੰਗਲਾਤ ਜ਼ਮੀਨ ਖਹਿਰਾ ਬੇੜ ਦੇ ਵਿੱਚ ਗਰੀਬ ਜਨਤਾ ਬਹੁਤ ਜ਼ਿਆਦਾ ਆ। ਜ਼ਮੀਨ ਥੋੜੀ ਸਾਰਿਆਂ ਕੋਲ ਥੋੜੀ ਬਾਦੀ ਰੋਟੀ ਪਾਣੀ ਖਾ ਰਹੇ ਨੇ। ਉਸ ਤੋਂ ਬਾਅਦ ਜੰਗਲਾਤ ਕਬਜ਼ਾ ਕਰਨ ਆਈ ਸੀ ਤੇ ਸਰਪੰਚ ਸਾਹਿਬ ਹੋਏ ਤੇ ਸਾਡਾ ਐਮਐਲਏ ਸਾਹਿਬ ਹੋਇਆ। ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਤਰੀਕੇ ਨਾਲ ਰੁਕਿਆ ਔਰ ਲੋਕ ਬਹੁਤ ਖੁਸ਼ ਨੇ ਵੀ ਰੋਟੀ ਖਾਣ ਯੋਗ ਰਹਿ ਗਏ ਨੇ। ਤੁਹਾਨੂੰ ਲੱਗਦਾ ਕਿ ਇੱਥੇ ਇੱਕ ਹੋਰ ਡਿਸਪੈਂਸਰੀ ਹੋਣੀ ਚਾਹੀਦੀ ਹੈ, ਸਕੂਲ ਵੀ ਹੋਰ ਹੋਣੇ ਚਾਹੀਦੇ ਹਾਂਜੀ, ਹੋਣੇ ਚਾਹੀਦੇ ਆ ਜੀ, ਜ਼ਰੂਰ ਹੋਣੇ ਚਾਹੀਦੇ ਆ। ਬਹੁਤ ਵਧੀਆ ਗੱਲ ਆ, ਬੱਚੇ ਛੋਟੇ ਬੱਚੇ ਪੜ੍ਹਨਗੇ ਵਧੀਆ। ਉਹਦੇ ਲਈ ਕੀ ਕਰ ਰਹੇ ਨੇ? ਪੰਚਾਇਤ ਕੀ ਕਰ ਰਹੀ, ਸਰਪੰਚ ਕੀ ਕਰ? ਵਧੀਆ ਕਰ ਰਹੇ ਆ, ਪੰਚਾਇਤ ਕਰ ਰਹੀ ਹੈ, ਕੋਸ਼ਿਸ਼ ਕਰ ਰਹੀ ਹੈ ਬਣਾਉਣ ਵਾਸਤੇ। ਬਣੇਗੀ, ਜ਼ਰੂਰ ਬਣੇਗੀ।
ਹੋਰ ਗਲੀਆਂ ਨਾਲੀਆਂ ਹੋਰ ਸਭ ਬਹੁਤ ਵਧੀਆ ਕੰਮ ਹੋ ਗਿਆ। ਬਹੁਤ ਘੱਟ ਜਿਹਾ ਹੁੰਦਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਕੋਈ ਹਾਂਜੀ, ਨੌਜਵਾਨ ਹਾਂਜੀ, ਸਰਪੰਚ ਹੀ ਚੁਣਦਾ ਹੈ। ਹਾਂਜੀ ਹਾਂਜੀ ਬਹੁਤ ਵਧੀਆ, ਬਹੁਤ ਸੋਹਣਾ ਕੰਮ ਕਰ ਰਿਹਾ ਹੈ। ਹਾਂ ਬਹੁਤ ਵਧੀਆ ਅੱਗੇ ਹੋ ਗਏ। ਆ ਜਿੰਨੇ ਵੀ ਕੰਮ ਕੀਤੇ ਨੇ ਹੁਣ ਪਿੰਡ ਦੇ ਇਹਨੇ ਆ ਗਲੀਆਂ ਨਾਲੀਆਂ ਬਹੁਤ ਸੁਧਾਰਿਆ। ਇੱਥੇ ਗੰਦ ਸੀ ਜੀ, ਗੋਡੇ ਗੋਡੇ ਇੱਥੇ ਗੰਦ ਸੀਗਾ ਤੇ ਅਸੀਂ ਆਪ ਟਰਾਲੀਆਂ ਟਰੈਕਟਰ ਲਾ ਕੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਸੀ, ਰੋਟੀ ਜੋਗੇ ਹੈਗੇ ਆ ਸਾਰੇ ਪਿੰਡ ਵਾਲੇ। ਠੀਕ ਹੀ ਆ ਜੀ, ਕੋਈ ਐਡੇ ਵੀ ਹੈਗੇ ਵੀ ਆ ਨਹੀਂ ਵੀ ਹੈਗੇ, ਜਿੰਨੇ ਕੁ ਜੋਗੇ ਕਰੀ ਜਾਂਦੇ ਆ, ਵਧੀਆ ਕੰਮ ਕਾਰ ਆਪਦਾ ਖਾਈ ਜਾਂਦੇ ਰੋਟੀ। ਠੀਕ ਹੈ, ਤਾਂ ਪਿੰਡ ਦੇ ਨੌਜਵਾਨ ਜਿਹੜੇ ਨੇ ਉਹਨਾਂ ਤੋਂ ਵੀ ਪੁੱਛਣਾ ਬੇहद ਲਾਜ਼ਮੀ ਹੈ। ਪਿੰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹਲੇ ਵੀ ਤਰੱਕੀ ਦੇ ਨਾਮ ਤੇ ਸਿਰਫ ਗਲੀਆਂ 'ਚ ਜਿਹੜੀਆਂ ਟਾਇਲਾਂ ਪਈਆਂ ਨੇ ਉਹੀ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ। ਕੀ ਵਿਕਾਸ ਹੋਏ ਨੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਲੈ ਕੇ? ਕੀ ਤੁਸੀਂ ਵੀ ਆਓ ਜਰਾ ਨਾਲ, ਕੀ ਮਿਲਿਆ ਨੌਜਵਾਨਾਂ ਨੂੰ ਹੁਣ ਤੱਕ, ਕੀ ਹਾਸਲ ਹੋਇਆ? ਸਭ ਕੁਝ ਹੋਇਆ ਜੀ। ਜਿਮ ਦਾ ਪ੍ਰੋਵਾਈਡ ਸਮਾਨ ਹੋਇਆ ਵਾ, ਕ੍ਰਿਕਟ ਬਾਰੇ ਕਿੱਟ ਆਈਆਂ ਨੇ, ਹੁਣ ਗਰਾਊਂਡ ਦਾ ਦਸੰਬਰ ਤੱਕ ਕਿਹਾ ਵੀ ਪੂਰਾ ਕਰ ਦੇਣਗੇ ਸਭ ਕੁਝ। ਬਾਕੀ ਪੂਰੀ ਸਹੂਲਤ ਸਾਡੇ ਨੌਜਵਾਨਾਂ ਨੂੰ ਮਿਲ ਰਹੀ ਹੈ ਸਰਪੰਚ ਸਾਹਿਬ ਵੱਲੋਂ। ਨਸ਼ੇ ਦੇ ਕੀ ਹਾਲਾਤ ਨੇ ਪਿੰਡ ਦੇ ਵਿੱਚ? ਪਹਿਲਾਂ ਤਾਂ ਬੜਾ ਬਦਨਾਮ ਸੀਗਾ ਇਹ ਪਿੰਡ। ਹੁਣ ਤਾਂ ਜੀ ਠੀਕ ਹੈ, ਪਹਿਲਾਂ ਬਹੁਤ ਜ਼ਿਆਦਾ ਨਸ਼ਾ ਸੀਗਾ ਤੇ ਜਦੋਂ ਹੁਣ ਸਰਪੰਚ ਬਣੇ ਨੇ ਤੇ ਉਦੋਂ ਦੇ ਨਸ਼ਾ ਬਹੁਤ ਘੱਟ ਹੋਇਆ ਆ ਤੇ ਜਿਹੜੇ ਨਸ਼ੇ ਵਾਲੇ ਸੀਗੇ ਉਹਨਾਂ ਤੇ ਐਕਸ਼ਨ ਲਿਆ ਗਿਆ ਵਾ। ਹੁਣ ਠੀਕ ਹੈ ਜੀ। ਤੁਹਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ? ਆਮ ਬੰਦੇ ਦੀ ਪਹੁੰਚ ਹੈਗੀ ਹੈ ਸਰਪੰਚ ਸਾਹਿਬ ਤੱਕ? ਆਮ ਬੰਦੇ ਦੀ ਸੁਣਵਾਈ ਹੈਗੀ ਹੈ? ਹਾਂਜੀ ਹਾਂਜੀ ਹੈਗੀ ਜੀ। ਕੀ ਕੰਮ ਕਰਦੇ ਹੋ ਤੁਸੀਂ? ਇਹੀ ਨਰੇਗਾ ਜੀ ਕਰਦੇ ਆ ਜੀ। ਅੱਛਾ, ਤੁਸੀਂ ਕੀ ਕੰਮ ਕਰਦੇ ਹੋ ਜੀ? ਨਰੇਗਾ 'ਚ ਕਰਦੇ ਹੋ। ਆ ਜਾਂਦੇ ਪੈ ਟਾਈਮ ਨਾਲ ਪੈਸਾ ਮਿਲ ਜਾਂਦਾ? ਹਾਂਜੀ ਆਈ ਜਾਂਦੇ ਨੇ। ਖੁਸ਼ ਹੋ? ਹਾਂਜੀ, ਰੋਟੀ ਜੋਗੇ ਹੋਏ ਹੋ ਸਾਰੇ? ਹਾਂਜੀ ਹਾਂਜੀ ਰੋਟੀ ਜੋਗੇ ਹੋਏ ਆ ਸਰ ਜਦੋਂ ਦਾ ਸਰਪੰਚ ਬਣਿਆ। ਅੱਛਾ, ਹਾਂਜੀ ਬੜਾ ਟਾਈਮ ਪਾਸ ਕਰੀ ਜਾਂਦੇ ਮੈਡਮ। ਤੇ ਪਹਿਲਾਂ ਨਹੀਂ ਮਿਲਦਾ ਸੀਗਾ? ਮਿਲਦੇ ਸੀ ਜੀ, ਪਹਿਲਾਂ ਵੀ ਨਹੀਂ, ਮਿਲਦੇ ਸੀ। ਇਸ ਸਰਪੰਚ ਤੋਂ ਪਹਿਲਾਂ ਜਿਹੜੇ ਪੁਰਾਣੇ ਉਹ ਸਰਪੰਚ? ਵੀ ਹਾਂਜੀ ਉਹ ਵੀ ਬਹੁਤ ਵਧੀਆ ਸੀ ਜੀ, ਔਰ ਉਹ ਵੀ ਨਾਲ ਦੀ ਨਾਲ ਪੈਸੇ ਆਈ ਜਾਂਦੇ ਸੀਗੇ। ਠੀਕ ਹੈ। ਪਿੰਡ ਦੀ ਬੜੀ ਸੋਹਣੀ ਗੱਲ ਹੈ ਕਿ ਇੱਕੋ ਹੀ ਗੁਰਦੁਆਰਾ ਸਾਹਿਬ ਹੈ। ਹਾਂਜੀ ਇੱਕੋ ਹੀ ਗੁਰਦੁਆਰਾ, ਇੱਕੋ ਹੀ ਮਸਾਨ ਘਾਟ ਆ ਜੀ। ਹਾਂਜੀ ਤੁਸੀਂ ਸਾਬਕਾ ਸਰਪੰਚ ਰਹੇ ਹੋ ਇਸ ਪਿੰਡ ਦੇ, ਤੁਹਾਨੂੰ ਕੀ ਲੱਗਦਾ ਕਿਹੜੀਆਂ ਕਮੀਆਂ ਤੁਹਾਡੇ ਤੋਂ ਰਹਿ ਗਈਆਂ ਸੀ ਜਿਹੜੀਆਂ ਹਰਦੀਪ ਜੀ ਨੇ ਪੂਰੀਆਂ ਕੀਤੀਆਂ? ਕਾਫੀ ਕੁਝ ਰਹਿ ਗਿਆ ਸੀਗਾ, ਜਿਸ ਤਰ੍ਹਾਂ ਗਲੀਆਂ ਹੈਗੀਆਂ ਸੀ ਅੰਦਰ ਦੀਆਂ ਬਣਨ ਵਾਲੀਆਂ। ਉਸ ਤੋਂ ਬਾਅਦ ਮੇਰਾ ਭਤੀਜਾ ਹੀ ਹੈ ਸਰਪੰਚ, ਵਧੀਆ ਕੰਮ ਕਰ ਰਿਹਾ, ਕਾਫੀ ਕੁਝ ਸੁਧਾਰ ਕੀਤਾ ਵਾ। ਅਸੀਂ ਸਭ ਖੁਸ਼ ਹਾਂ ਤੋਂ। ਅੱਛਾ ਹੋਰ ਕੰਮ ਕੀ ਕਰ ਹੋਣਾ ਚਾਹੀਦਾ ਇੱਥੇ? ਰਿਹਾ। ਹੋਰ ਇੱਥੇ ਪਿੰਡ ਦੇ ਵਿੱਚ ਸਟੇਡੀਅਮ ਦੀ ਕਮੀ ਹੈਗੀ ਆ, ਸਟੇਡੀਅਮ ਹੋਣਾ ਚਾਹੀਦਾ, ਛੱਪੜ ਅਪਗ੍ਰੇਡ ਹੋਣ ਵਾਲੇ ਹੈਗੇ ਆ, ਉਹ ਹੋਣਾ ਚਾਹੀਦਾ ਵਾ। ਸਾਡੇ ਟਰਾਂਸਪੋਰਟ ਦੀ ਬਹੁਤ ਪ੍ਰੋਬਲਮ ਹੈਗੀ ਆ, ਬੱਸਾਂ ਨਹੀਂ ਆਉਂਦੀਆਂ ਬਸ ਇੱਥੇ? ਕੋਈ ਨਹੀਂ ਆਉਂਦੀ। ਹਾਂਜੀ ਤੇ ਉਹ ਸਾਨੂੰ ਚਾਹੀਦੀ ਹੈ ਸੁਵਿਧਾ। ਕਿੰਨੇ transport ਦੀ। ਕਿਲੋਮੀਟਰ ਪਿੰਡ ਵਾਲਿਆਂ ਨੂੰ ਤੁਰਨਾ ਪੈਂਦਾ ਬੱਸ ਲੈਣ ਦੇ ਲਈ? ਬੱਸ ਲੈਣ ਲਈ ਘੱਟੋ ਘੱਟ ਹੰਬੜਾ ਇੱਥੋਂ ਸਾਨੂੰ 6 ਕਿਲੋਮੀਟਰ ਪੈਂਦਾ ਤੇ ਬੜੀ ਮੁਸ਼ਕਲ ਆ। ਜਿਨ੍ਹਾਂ ਕੋਲ ਤਾਂ ਆਪਣੇ ਸਾਧਨ ਹੈਗੇ ਉਹ ਜਾ ਰਹੇ ਆ, ਪਰ ਸਾਰਿਆਂ ਗਰੀਬ- ਕੋਲ ਨਹੀਂ ਹੈਗੇ ਨਾ? ਸਾਰਿਆਂ ਕੋਲ ਹੈ ਨਹੀਂ। ਜੋ ਗਰੀਬ ਹੈਗੇ ਨੇ ਉਹਨਾਂ ਨੂੰ ਔਖਾ ਬਹੁਤ। ਤੇ ਇਹ ਕਦੋਂ ਕਮੀ ਕਦੋਂ ਪੂਰੀ ਹੋਏਗੀ? ਦੇਖੋ ਜੀ, ਸਰਕਾਰਾਂ ਨੂੰ ਤਾਂ ਸਮੇਂ-ਸਮੇਂ ਤੇ ਅਸੀਂ ਵੀ ਲਿਖ ਕੇ ਦਿੰਦੇ ਰਹੇ ਆ, ਇਹ ਵੀ ਮੰਗ ਪੱਤਰ ਦਿੰਦੇ ਰਹੇ ਆ ਤੇ ਇਹ ਕਮੀ ਤਾਂ ਸਰਕਾਰਾਂ ਨੇ ਪੂਰੀ ਕਰਨੀ ਹੁੰਦੀ ਆ। ਉਹ ਕਰਨ ਪੂਰੀ ਤਾਂ ਕਹਿੰਦਾ ਅੱਜ ਹੀ ਪੂਰੀ ਕਰ ਦੇਣ, ਅੱਛੀ ਗੱਲ ਆ। ਕਿੰਨਾ ਸਮਾਂ ਹੋ ਗਿਆ ਬੱਸ ਨਹੀਂ ਆ ਰਹੀ ਇੱਥੇ? ਬੱਸ ਨੂੰ ਤਾਂ ਮੈਂ ਖਿਆਲ 'ਚ ਪਹਿਲਾਂ ਮਨਜੀਤ ਟਰਾਂਸਪੋਰਟ ਦੀ ਬੱਸ ਇੱਕ ਆਉਂਦੀ ਹੁੰਦੀ ਸੀ ਇੱਕ ਟਾਈਮ, ਤੇ ਉਸ ਤੋਂ ਬਾਅਦ ਤਾਂ ਮੈਂ ਖਿਆਲ 'ਚ 20 ਸਾਲ ਤਾਂ ਹੋ ਗਏ ਹੋਣੇ ਬੱਸ ਨਹੀਂ ਆ ਰਹੀ। 20 ਸਾਲ ਤੋਂ ਇਸ ਪਿੰਡ 'ਚ ਬੱਸ ਨਹੀਂ ਆ ਰਹੀ? ਨਹੀਂ ਆ ਰਹੀ, ਜ਼ਿਆਦਾ ਹੀ ਹੋ ਗਏ ਹੋਣੇ। ਜ਼ਿਆਦਾ ਹੀ ਹੁੰਦੀ ਹੁੰਦੀ। ਇੱਕ ਗ੍ਰੀਨ ਬੱਸ ਦਾ ਪਰਮਿਟ ਹੈਗਾ ਵਾ, ਉਹ ਮੇਰੇ ਟਾਈਮ ਉਸ ਟਾਈਮ ਮਨਪ੍ਰੀਤ ਸਿੰਘ ਸਤਵਾਲ ਹੁੰਦੇ ਸੀਗੇ ਆਪਣੇ ਡੀਟੀ ਸਾਹਿਬ, ਉਹਨੂੰ ਕਹਿ ਕੇ ਵੀ ਆਏ ਸੀਗੇ, ਉਹਦੇ ਇੱਕ ਦੋ ਗੇੜੇ ਲਾਏ ਆ, ਉਹਨੂੰ ਸਟਿਕਟਾਂ ਵੀ ਆਪਣੇ ਕੋਲੋਂ ਦਿੰਦੇ ਸੀਗੇ ਤੇ ਪਰ ਬਾਅਦ ਵਿੱਚ ਫਿਰ ਵੀ ਨਹੀਂ। ਬਾਅਦ ਵਿੱਚ ਇਹਨਾਂ ਨੇ ਵੀ ਇਹ ਲਿਆਂਦੀ, ਅਸੀਂ ਕਹਿੰਦੇ ਚਲ ਜੇ ਨਹੀਂ ਸਵਾਰੀ ਪੈਂਦੀ ਟਿਕਟਾਂ ਅਸੀਂ ਆਪਣੇ ਕੋਲੋਂ ਦੇ ਦਿੰਦੇ ਆ, ਪਰ ਗੱਲ ਉੱਥੇ ਦੀ ਉੱਥੇ ਹੀ ਆ। ਤੇ ਐਮਐਲਏ ਕੁਲਦੀਪ ਵੈਦ ਨੂੰ ਪਤਾ ਹੋਣੀ ਹੈ ਇਹ ਗੱਲ? ਬਿਲਕੁਲ ਜੀ, ਪੰਚਾਇਤ ਨੇ ਉਹਨੂੰ ਰਿਮਾਈਂਡਰ ਕਰਾਇਆ ਹੋਇਆ। ਤੇ ਉਹ ਕੀ ਕਹਿੰਦੇ ਨੇ? ਇਹ ਤਾਂ ਹੁਣ ਸਰਪੰਚ ਸਾਹਿਬ ਨੇ ਕੀਤੀ ਹੋਣੀ ਗੱਲ, ਪਤਾ ਨਹੀਂ ਮੈਨੂੰ ਤਾਂ। ਸਰਪੰਚ ਸਾਹਿਬ, ਇਹ ਵੈਦ ਸਾਹਿਬ ਤੱਕ ਨਹੀਂ ਪਹੁੰਚੀ ਗੱਲ ਕਿ ਇੱਥੇ ਬੱਸ 20 ਸਾਲਾਂ ਤੋਂ ਨਹੀਂ ਆ ਰਹੀ? ਵੈਦ ਸਾਹਿਬ ਤੱਕ ਗੱਲ ਪਹੁੰਚੀ ਹੈ ਜੀ, ਬਿਲਕੁਲ ਪਹੁੰਚਾਈ ਆ ਅਸੀਂ। ਸਾਡੇ ਇੱਥੇ ਇੱਕ ਗ੍ਰੀਨ ਬੱਸ ਦਾ ਪਰਮਿਟ ਸੀਗਾ, ਉਹ ਐਮਐਲਏ ਸਾਹਿਬ ਨੇ ਕਹਿ ਕੇ ਉਹਨਾਂ ਨੂੰ ਬਿਲਕੁਲ ਵੀ ਪੂਰੀ ਤਾੜਨਾ ਨਾਲ ਇੱਥੇ ਬੱਸ ਚਲਵਾਈ, ਦੁਆਰਾ ਚੱਲ ਪਈ ਸੀਗੀ ਉਹਦਾ ਪਰਮਿਟ ਖਹਿਰਾ ਬੇਟ ਵਿੱਚ ਦੀ ਸੀਗਾ। ਬਟ ਉਹ ਬੱਸ ਦਾ ਕੋਈ ਰੂਟ ਜ਼ਿਆਦਾ ਨਹੀਂ ਹੈਗਾ, ਕੋਈ 6 ਕਿਲੋਮੀਟਰ ਤੱਕ ਹੀ ਪਹੁੰਚ ਕਰ ਦਿੰਦੀ ਆ ਵੀ ਜਿੱਥੋਂ ਤੱਕ ਦੂਸਰੀਆਂ ਬੱਸਾਂ ਮਿਲਣੀਆਂ ਨੇ, ਉਹ ਇੱਕ ਦੋ ਟਾਈਮ ਹੀ ਆਉਂਦੀ ਸੀਗੀ। ਤੇ ਉਹਦੇ ਕਰਕੇ ਬੱਚਿਆਂ ਨੇ ਤਾਂ ਜਾਣਾ ਹੁੰਦਾ ਸੀ ਸਵੇਰੇ ਜਾਂ ਸ਼ਾਮ ਨੂੰ ਕਾਲਜ ਸਕੂਲ ਦੇ ਟਾਈਮ ਕੰਮਾਂ ਕਾਰਾਂ ਤੇ, ਉਹ ਟਾਈਮ ਉਹ ਆਉਂਦੀ ਨਹੀਂ ਸੀ। ਉਹਦੇ ਕਰਕੇ ਫਿਰ ਉਹਨਾਂ ਨੇ ਆਪੇ ਬੰਦ ਕਰ ਦਿੱਤੀ ਗਈ। ਹੁਣ ਅਸੀਂ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੋਇਆ ਵਾ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਪਿੰਡੂ ਰੋਡਵੇਜ਼ ਦੀ ਬੱਸ ਦੀ ਸਾਨੂੰ ਸਹੂਲਤ ਦਿੱਤੀ ਜਾਵੇ ਇੱਥੇ। ਕਦੋਂ ਤੱਕ ਆ ਜਾਏਗੀ? ਦੇਖੋ ਜੀ, ਅਸੀਂ ਹਰ ਕਿਸੇ ਕੋਲ ਆਪਣਾ ਵਾਹਨ ਨਹੀਂ ਹੈਗਾ। ਬਿਲਕੁਲ ਹੈ ਨਹੀਂ ਜੀ, ਹਰੇਕ ਬੰਦੇ ਲੋਕੀ ਗਰੀਬੀ ਤਬਕੇ ਦੇ ਹੇਠਾਂ ਵੀ ਬਹੁਤ ਨੇ ਤੇ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਆ ਉਹਦੇ ਬਾਰੇ। ਉਹ ਕਹਿੰਦੇ ਨੇ ਵੀ ਅਸੀਂ ਜਲਦ ਤੋਂ ਜਲਦ ਕਰਾਂਗੇ ਕਿਉਂਕਿ ਸੜਕਾਂ ਵੀ ਬਣਨ ਵਾਲੀਆਂ ਸੀ। ਸੜਕਾਂ ਕੋਈ 15 ਦਿਨ ਪਹਿਲਾਂ ਜਿਹੜੀ ਮੇਨ ਰੋਡ ਹੈ ਕੰਪਲੀਟ ਹੋਈ ਆ। ਹੁਣ ਅਸੀਂ ਦੁਬਾਰਾ ਉਹਨਾਂ ਨਾਲ ਇੱਕ ਵਾਰੀ ਇਸ ਮਸਲੇ ਤੇ ਬੈਠ ਕੇ, ਚਾਹੇ ਪਿੰਡ 'ਚ ਹੀ ਸੱਦਣਾ ਪੈ ਜੇ ਸਾਨੂੰ, ਦੱਸ ਕੇ ਆਪਦੀ ਇਸ ਮੁਸ਼ਕਿਲ ਦਾ ਹੱਲ ਜਲਦੀ ਤੋਂ ਜਲਦੀ ਕਰਵਾਵਾਂਗੇ। ਛੱਪੜਾਂ ਦਾ ਬੜਾ ਮਾੜਾ ਹਾਲ ਹੈ, ਅਪਗ੍ਰੇਡ ਹਾਲੇ ਤੱਕ ਨਹੀਂ। ਛੱਪੜਾਂ ਦਾ ਜੀ ਅਸੀਂ ਆਪਦੇ ਲਈ ਬੜੇ, ਇਸ ਲਈ ਅਸੀਂ
ਬਹੁਤ ਜ਼ਿਆਦਾ ਜਿਹਨੂੰ ਕਹਿ ਦਈਏ ਵੀ ਸਿਰਫ ਇਸ ਲਈ ਕੰਮ ਕਰ ਰਹੇ ਹਾਂ ਗਲੀਆਂ ਨਾਲੀਆਂ ਤੋਂ, ਜਿਹਨੂੰ ਕਹਿ ਦੋ ਉੱਪਰ ਉੱਠ ਕੇ। ਅਸੀਂ ਚਾਹੁੰਦੇ ਹਾਂ ਛੱਪੜ ਸਾਰੇ ਪਿੰਡ ਦੇ ਵਿੱਚੋਂ ਬੰਦ ਹੋ ਕੇ ਇੱਥੇ ਪਾਰਕਾਂ ਬਣਨ ਬੱਚਿਆਂ ਲਈ ਛੋਟੀਆਂ ਖੇਡਣ ਲਈ। ਇਹ ਛੱਪੜ ਪਿੰਡ ਤੋਂ ਘੱਟੋ ਘੱਟ ਅੱਧਾ ਕਿਲੋਮੀਟਰ ਦੂਰ ਜਾਵੇ, ਕਿਉਂਕਿ ਬਿਮਾਰੀ ਦਾ ਘਰ ਹੈ। ਬਿਲਕੁਲ ਬਹੁਤ ਖਰਚੇ ਨੇ। ਤੇ ਅਸੀਂ ਇੱਥੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ SS ਮਰਵਾਹਾ ਸਾਹਿਬ ਜੀ ਨੂੰ ਸੱਦਿਆ, ਉਹਨਾਂ ਦੀ ਸਾਰੀ ਟੀਮ ਆਈ ਸੀ ਇੱਥੇ। ਪ੍ਰੋਜੈਕਟ ਅਸੀਂ ਪਾਸ ਕਰਵਾ ਚੁੱਕੇ ਹਾਂ। ਉਹ ਇਹੋ ਜਿਹਾ ਪ੍ਰੋਜੈਕਟ ਹੈ ਜੀ ਵੀ ਲੁਧਿਆਣੇ ਦਾ ਪਹਿਲਾ ਪਿੰਡ ਹੋਣਾ ਤੇ ਪੰਜਾਬ ਦਾ ਚੌਥਾ ਪਿੰਡ ਹੋਣਾ ਜਿੱਥੇ ਉਹ ਬਣਨਾ, ਤੇ ਘੱਟੋ ਘੱਟ 45 ਲੱਖ ਰੁਪਏ ਦੀ ਲਾਗਤ ਨਾਲ ਬਣਨਾ ਜੀ। ਤੇ ਮੈਨੂੰ ਉਮੀਦ ਆ ਵੀ ਕੋਈ ਉਹ ਮਹੀਨਾ 2 ਮਹੀਨੇ ਦੇ ਵਿੱਚ ਉਹ ਕੰਮ ਸਟਾਰਟ ਹੋ ਜਾਊਗਾ। ਪਿੰਡ ਦੇ ਕੁਝ ਬੱਚੇ ਬਾਹਰ ਜਾਂਦੇ ਨੇ, ਦੂਰ ਜਾਂਦੇ ਨੇ ਸਿੱਖਿਆ ਹਾਸਲ ਕਰਨ ਦੇ ਲਈ, ਤਾਂ ਜਿਹੜਾ ਇੱਕੋ ਇੱਕ ਸਕੂਲ ਹੈ ਪਿੰਡ ਦਾ, ਸਰਕਾਰੀ ਸਕੂਲ ਹੈ, ਉੱਥੇ ਘੱਟ ਬੱਚੇ ਜਾ ਰਹੇ ਨੇ ਮੇਰੇ ਖਿਆਲ। ਗੱਲ ਇਸ ਤਰ੍ਹਾਂ ਜੀ ਵੀ ਪਤਾ ਨਹੀਂ ਕਿਉਂ ਸਾਡੇ ਇੱਥੇ ਮਾਂ-ਬਾਪ ਦੀ ਸੋਚ ਹੋ ਚੁੱਕੀ ਵੀ ਬੱਚੇ ਨੂੰ ਅਸੀਂ ਵਧੀਆ ਅੰਗਰੇਜ਼ੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਕਰਵਾਉਣੀ ਆ। ਬਟ ਸਾਡੇ ਇੱਥੇ ਇਹੋ ਜਿਹੀ ਗੱਲ ਨਹੀਂ। ਸਾਡੇ ਟੀਚਰ ਬਹੁਤ ਵਧੀਆ ਨੇ। ਜਦੋਂ ਸਾਡੀ ਪੰਚਾਇਤ ਸੀ ਉਦੋਂ ਇੱਥੇ 90 ਬੱਚੇ ਸੀਗੇ। ਅੱਜ ਇੱਥੇ ਤਕਰੀਬਨ 150 ਦੇ ਕਰੀਬ ਬੱਚਾ ਹੁਣ ਹੋ ਚੁੱਕਾ ਜਿਹੜੇ ਇੱਥੇ ਸਟੱਡੀ ਕਰ ਰਹੇ ਨੇ, ਕਿਉਂਕਿ ਅਸੀਂ ਵੀ ਉਹਨਾਂ ਨੂੰ ਜਾ ਕੇ ਇਹ ਚੀਜ਼ ਦੀ ਸੇਧ ਦਿੰਦੇ ਹਾਂ ਵੀ ਬਹੁਤ ਵਧੀਆ ਇੱਥੇ ਪੜ੍ਹਾਈ ਹੋ ਰਹੀ ਹੈ। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤਾਂ ਬਹੁਤ ਛੋਟੀ ਉਮਰ ਦੇ ਵਿੱਚ ਸਰਪੰਚੀ ਸਾਂਭੀ ਹੈ, ਤਾਂ ਇਹ ਪਿੰਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਵਿਕਾਸ ਦੇ ਨਾਮ ਤੇ ਗਲੀਆਂ ਜ਼ਰੂਰ ਪੱਕੀਆਂ ਹੋਈਆਂ ਨੇ, ਛੱਪੜ ਜਿਹੜੇ ਨੇ ਉਹ ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਕਿ ਉਹਦੀ ਥਾਂ ਤੇ ਪਾਰਕ ਬਣਾਏ ਜਾਣ, ਇਸ ਬਿਮਾਰੀ ਦੇ ਘਰ ਨੂੰ ਜਲਦ ਤੋਂ ਜਲਦ ਇੱਥੋਂ ਟਾਲਿਆ ਜਾਏ। ਪਿੰਡ ਵਾਲਿਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਵਿਕਾਸ 2.5 ਸਾਲਾਂ ਦੇ ਵਿੱਚ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪਿੰਡ ਤਰੱਕੀਆਂ ਦੇ ਰਾਹ ਤੇ ਤੁਰੇ, ਵਿਕਾਸ ਹੋਵੇ ਇਸ ਪਿੰਡ ਦਾ, ਹਰ ਬੱਚਾ ਚੰਗੀ ਸਿੱਖਿਆ ਹਾਸਲ ਕਰੇ, ਚੰਗੀ ਨੌਕਰੀ ਹਾਸਲ ਕਰੇ। ਸਿਹਤ ਤੰਤਰ ਹੈ ਜਿਹੜਾ ਸਾਡਾ, ਸਿਹਤ ਨੂੰ ਲੈ ਕੇ ਜਿਹੜੇ ਪ੍ਰਬੰਧ ਨੇ ਉਹ ਵੀ ਪੁਖਤਾ ਕੀਤੇ ਜਾਣ, ਇਹੀ ਉਮੀਦ ਕਰਦੇ ਹਾਂ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਪਿੰਡ ਖੈਰਾਬੇਟ, ਲੁਧਿਆਣਾ।